सत श्री अकाल सर। सत श्री अकाल महाराज। सर मैं धर्मिंदर सिंह राही सिटी वर्कर यूनियन चंडीगढ़ तो जनाबे अली सर जब माफिया की गल करते हैं तो ट्रांसपोर्ट माफिया भी वो बहुत बड़ा है पंजाब के जो लगातार पंजाब में लुट रहा है। पंजाब सरकार ने 2018 के ट्रांसपोर्ट स्टेट कैच पॉलिसी बनाई है और 2012 के जस्टिस सूर्यकांत जी ने फैसला दिता कि एक्सटेंशन डिवर्सन से जोड़े इंटरस्टेट प्राइवेट जो माफिया चल रहा है बंद करता और नल एंड वाइड के परमिट करते। उस तो लैके अज तक सर ये परमिट रिन्यू भी हुए है, धक्के नाल इन्होंने चलाइया भी ने, पर हुण चलो बड़िंग साहब काम कर रहे हैं, उन्होंने थैंक्स करना बनता भी चंगा काम कर रहे हैं। पर असली जो है सर इंटरस्टेट का जो मसला है साढ़े वास्ते असीं केस लड़ रहे हैं सर जस्टिस अपना चीफ जस्टिस की कोर्ट के पंजाब ते हरियाणा कोर्ट के ਉਹਦਾ मसला सर ये छेती हल हो सकता है। ਇਹਦਾ ਜਿਹੜਾ ਰੈਸੀਪ੍ਰੋਕਲ एग्रीमेंट गलत तरीके ਨਾਲ ਕੀਤਾ ਹੋਇਆ ਸਰ ਉਹ ਰੱਦ ਕਰਨਾ ਬਣਦਾ ਹੈ ਸਰਕਾਰ ਤੋਂ। ਸਰ ਇਹ ਕਿਉਂ ਨਹੀਂ ਕੀਤਾ ਜਾ ਰਿਹਾ? ਤੁਹਾਡਾ ਸਵਾਲ ਇੰਨਾ ਕੁ ਵਧੀਆ ਔਰ ਇਹਦਾ ਜਵਾਬ ਵੀ ਠੋਕ ਕੇ ਦਿਓ। ਤੁਸੀਂ ਪਿਛਲੇ ਐਡਵੋਕੇਟ ਜਨਰਲ ਨੂੰ ਪੁੱਛੋ 4.5 ਸਾਲ ਚ ਉਹਨੇ ਪੰਜਾਬ ਨੂੰ ਕਿੰਨੇ ਕੇਸ ਜਿਤਾਏ, ਪੁੱਛੋ, ਤੁਹਾਨੂੰ ਉੱਤਰ ਮਿਲੇਗਾ। ਸਾਰੇ ਠੋਕ ਕੇ ਹਰਾਏ, ਪੈਸੇ ਲੈ ਲੈ ਹਰਾਏ, ਸਾਂਠ ਗਾਂਠ ਨਾਲ ਹਰਾਏ, ਮਾਫੀਆ ਪੂਰਾ ਚੱਲਦਾ ਹਰਾਏ। ਪੰਜਾਬ ਦੇ ਪ੍ਰਧਾਨ ਨੇ ਉਂਗਲਾਂ ਚੱਕੀਆਂ, ਮੈਂ ਚੱਕਦਾ, ਸਾਰੇ ਚੱਕਦੇ, ਲੇਕਿਨ ਉਹ ਪੱਟੂ ਐਡਾ ਢੀਠ ਸੀ, ਉਹਨੂੰ ਲਾਇਆ ਇਹੋ ਜਿਹੇ ਬੰਦੇ ਨਹੀਂ ਸੀ ਜਿਹੜਾ ਮੁੱਖ ਮੰਤਰੀ ਕੁੰਡੀਆਂ ਮੁੱਛਾਂ ਕਰਕੇ ਕਹਿੰਦਾ ਚੱਲ ਕਰ, ਸਾਡੀ ਆੜੀ ਸਿੱਟੀ ਹੈ, ਸਾਡੀ ਦੁਬਈ 'ਚ ਡੀਲ ਹੋ ਗਈ, ਅਸੀਂ ਤੇ ਐਂ ਹੀ ਕਰਾਂਗੇ, ਕਿਉਂ ਕਰ ਲਓ, ਸਾਡਾ ਕੀ ਕਰਦੇ, ਕੀ ਗੱਲ ਹੈ ਕਿ ਨਹੀਂ। ਜਦੋਂ ਤੁਸੀਂ ਕਰਪਸ਼ਨ ਰੋਕਣੀ ਹੈ ਸਾਹਬ, 3000 ਪਰਮਿਟ ਸੀ ਤੇ 6000 ਬੱਸ ਚੱਲਦੀ ਸੀ, 7000 ਕਿਉਂ? 25 ਕਿਲੋਮੀਟਰ ਤੋਂ ਵੱਧ ਨਹੀਂ ਜਾ ਸਕਦੇ, 50 ਨਹੀਂ, ਗਲਤ ਉਹ ਨੰਬਰ ਪਲੇਟਾਂ ਲਾ ਕੇ ਪਤਾ ਨਹੀਂ ਕਿੰਨੀਆਂ, ਜਿਹੜੇ ਵੀ ਲਿਊਕਰੇਟਿਵ ਰੂਟ ਸੀ ਸਾਹਬ। ਕਿਹੜਾ ਲਿਊਕਰੇਟਿਵ ਰੂਟ ਹੁੰਦਾ? ਲਿਊਕਰੇਟਿਵ ਰੂਟ ਹੁੰਦਾ ਜਿੱਥੋਂ ਸਭ ਤੋਂ ਵੱਧ ਪੈਸੇ ਆਉਂਦੇ ਆ, ਉਹ ਸੀ ਏਅਰਪੋਰਟਾਂ ਨੂੰ। ਜਾਓ ਦੇਖੋ ਕਿ ਏਅਰਪੋਰਟਾਂ ਨੂੰ ਜਿਹੜੀ ਬੱਸ ਜਾਂਦੀ ਆ ਉਹ ਕਿਹੜੀ ਹੈ? ਹਾਂ, ਕਿਹਦੀ ਹੈ? ਹਾਂ, ਉਹ ਪ੍ਰਕਾਰ ਲੈ ਕੇ ਵਾਇਆ ਹੋਇਆ ਜਿਹੜਾ ਖਾ ਖਾ ਫੁੱਲਿਆ ਹੈ। ਤੇ ਕੌਣ ਉਹਨੂੰ ਉੱਥੇ ਅੰਦਰ ਐਂਟਰ ਕਰਨ ਦਿੰਦਾ ਹੈ ਦਿੱਲੀ 'ਚ? ਹਾਂ, ਇਹ ਮਹਾਰਾਜ ਇਹਨੂੰ ਸਮਝੋ, ਇਹ ਖੇਡ ਸਮਝੋ। ਤੇ ਮੈਨੂੰ ਇੱਕ ਗੱਲ ਦੱਸੋ, ਪੀਆਰਟੀਸੀ ਟੁੱਟੀਆਂ ਖੜਕਦੀਆਂ ਨੌਨ ਏਸੀ ਬੱਸਾਂ, ਹਾਂਜੀ, ਉਹ ਨੌਨ ਏਸੀ ਖੜਕਦੀਆਂ ਬੱਸਾਂ ਦੇ ਉੱਤੇ ਪਰ ਕਿਲੋਮੀਟਰ 1.5 ਰੁਪਈਆ ਟੈਕਸ ਜ਼ਿਆਦਾ, ਹਾਂਜੀ, 1 ਰੁਪਈਆ 50 ਤੇ ਏਸੀ ਬੱਸਾਂ ਵੋਲਵੋ ਇਹਦੀਆਂ, ਜਿਹੜਾ ਫੁੱਟਬਾਲ ਖੇਡਦਾ ਤਾਂ ਐਂ ਲੱਗਦਾ ਫੁੱਟਬਾਲ ਨਾਲ ਖੇਡਦੀ, ਸਮਝਿਆ ਨਹੀਂ? ਇਹ ਜਿਹੜੀ 1.5 ਰੁਪਈਆ ਇਹਦੀਆਂ ਬੱਸਾਂ ਤੇ ਘੱਟ ਕਿਉਂ ਬਈ? ਹਨੇਰ ਹੈ, ਹਨੇਰ ਨਗਰੀ ਚੌਪਟ ਰਾਜਾ, ਟਕੇ ਸਿਰ ਭਾਜੀ ਟਕੇ ਸਿਰ ਖਾਜਾ। ਇਹ ਕੀਤਾ ਇਹਨਾਂ ਲੋਕਾਂ ਨੇ, ਐਂ ਫਾਇਦੇ ਦਿੱਤੇ ਆ ਇਹਨਾਂ ਨੇ। ਬਲੇਟੈਂਟ ਮਿਸਯੂਜ਼ ਆਫ ਦੀ ਚੀਫ ਮਿਨਿਸਟਰਸ ਚੇਅਰ, ਬਲੇਟੈਂਟ ਮਿਸਯੂਜ਼ ਆਫ ਪਾਲਿਸੀ, ਬਲੇਟੈਂਟ ਮਿਸਯੂਜ਼। ਲੱਖੀ ਬਣਾਉਂਦਾ ਸੀ ਟਾਈਮ ਟੇਬਲ ਸਾਹਿਬ, ਜਾਣਦੇ ਹੋ ਕੌਣ ਲੱਖੀ? ਉਹ ਜਾਣਦੇ ਆ, ਮੁੰਡੀ ਹਿਲਦੀ ਹੈ ਭਾਜੀ। ਲੱਖੀ ਬਾਦਲ ਦਾ ਜਿਹੜਾ ਸਰਮੌਰ, ਉਹਨਾਂ ਦਾ ਸਭ ਤੋਂ ਵੱਡਾ ਚੇਲਾ। ਤੇ ਪੀਆਰਟੀਸੀ ਦੀ ਬੱਸ ਜਿਹੜੀ ਸੀ 3 ਸਕਿੰਟ ਨਹੀਂ ਸੀ ਕੱਢ ਦਿੰਦੇ ਅੱਡਿਆਂ ਤੇ ਇਹਦੀਆਂ ਬੱਸਾਂ 5-5 ਮਿੰਟ। ਹੈ ਨਾ ਨੇਰ? ਇਹ ਹੋ ਰਿਹਾ ਪੰਜਾਬ 'ਚ। ਤੇ ਮੈਂ ਤੁਹਾਨੂੰ ਕਹਿਣਾ ਕਿ ਜੇ ਕਰਪਸ਼ਨ ਦੂਰ ਕਰਨੀ ਹੈ, ਭੁੱਲ ਜੋ ਕਰਪਸ਼ਨ ਦੂਰ ਹੋਊਗਾ। ਮੈਂ ਕਹਿੰਦਾ ਮੈਂ 7 ਜਨਮ ਲੱਗਿਆ ਰਹਿਣਾ, ਕਰਪਸ਼ਨ ਦੂਰ ਨਹੀਂ ਹੁੰਦੀ। ਤੇ ਜੇ ਕਰਪਸ਼ਨ ਦੂਰ ਹੋਣੀ ਹੈ ਨਾ, ਤੇ ਪਿਰਾਮਿਡ ਦੇ ਉੱਤੇ ਜਿਹੜਾ ਬੰਦਾ ਬੈਠਾ, ਇੱਕ ਇਮਾਨਦਾਰ ਪਾ ਦਿਓ ਤੇ ਭਜਾ ਦੂ ਸਾਰਿਆਂ ਨੂੰ, ਭਜਾ ਦੂ ਸਾਰਿਆਂ ਨੂੰ। ਯਾਦ ਰੱਖਿਓ ਮੇਰੀ ਗੱਲ। ਲੀ ਵੌਨ ਕੂ ਸਿੰਗਾਪੁਰ ਸਟੋਰੀ ਪੜ੍ਹਿਓ, ਮੇਰੇ ਹੱਥ ਦਿੱਤੀ ਸੀ ਮੇਰੇ ਪਿਓ ਨੇ। ਸਿੰਗਾਪੁਰ ਸਟੋਰੀ, ਮੱਛੀ ਮਾਰਕੀਟ ਸੀ ਸਾਹਬ, ਸਿੰਗਾਪੁਰ ਮੱਛੀ ਮਾਰਕੀਟ। ਉਸ ਮੱਛੀ ਮਾਰਕੀਟ ਨੂੰ ਜਿੱਥੇ ਮੱਛੀਆਂ ਦੀ ਬੋ ਮਾਰਦੀ ਹੁੰਦੀ ਸੀ, ਇੰਡੋਨੇਸ਼ੀਆ ਨੇ ਵੱਢ ਕੇ ਸਿੱਟਤਾ ਸੀ ਜਿਵੇਂ ਗਲਿਆ ਹੁੰਦਾ। ਲੀ ਵੌਨ ਕੂ ਨੇ ਅੱਜ ਵਰਲਡ ਦੀ ਨੰਬਰ 1 ਇਕਨੋਮੀ ਬਣਾਤਾ। ਬੰਦੇ ਆਪਣੀ ਕੁੜੀਆਂ ਨੂੰ ਉੱਥੇ ਪੜ੍ਹਨ ਭੇਜਦੇ।
ਭੇਜਦੇ ਕਿ ਨਹੀਂ ਭੇਜਦੇ, ਪੁੱਛੋ। ਇਟ ਇਜ਼ ਦੀ ਸਟਰੋਂਗੈਸਟ ਇਕੋਨਮੀ ਇਨ ਦ ਹੋਲ ਵਰਲਡ। ਕੀ ਕਿਹਾ ਉਹਨੂੰ, ਲੀ ਵੋਨ ਕੂ ਨੂੰ, ਹਾਊ ਵਿਲ ਯੂ ਇਰੈਡੀਕੇਟ ਕਰਪਸ਼ਨ? ਕਹਿੰਦਾ ਆਈ ਵਿਲ ਪਨਿਸ਼ ਪੀਪਲ ਐਟ ਦੀ ਟੌਪ। ਫਿਸ਼ ਸਟਾਰਟ ਟੂ ਸਟਿੰਕ ਐਟ ਦੀ ਹੈਡ। ਮੱਛੀ ਸਿਰ ਤੇ ਗਲਦੀ ਹੈ। ਤੇ ਜਦੋਂ ਹੁਕਮਰਾਨ ਉਹਨਾਂ ਦੇ ਉੱਪਰ ਬੈਠੇ ਸਿਰਮੌਰ ਭੁੱਖੇ ਨਹੀਂ ਭੁੱਖੜ ਹੋਣ, ਭੁੱਖਾ ਰਾਜਦਾ ਮਹਾਰਾਜ, ਭੁੱਖੜ ਨਹੀਂ ਰਾਜਦਾ। ਸੋਨੇ ਦੀਆਂ ਰੋਟੀਆਂ ਖਾਣੀਆਂ ਸੀ, ਗੋਲੀਆਂ ਦੇ 8-8 ਖਾਣੇ, ਹੱਥ ਐਂ ਕਰਦਾ, ਤੁਰਿਆ ਜਾਂਦਾ ਨਹੀਂ। ਕਿੱਥੇ ਨੇ, ਕਿੱਥੇ ਨੇ ਇਹ ਲੋਕ? ਕੀ ਇੱਜ਼ਤ ਹੈ ਨਾ ਪਿੱਠ ਪਿੱਛੇ? ਹੈ ਕੋਈ ਇੱਜ਼ਤ ਨਹੀਂ। ਕਿਉਂਕਿ ਤੁਸੀਂ ਜਦੋਂ ਚੋਰੀ ਕਰਦੇ ਹੋ ਸਾਹਿਬ, ਕਰਮ ਉਸ ਬੱਚੇ ਵਾਂਗ ਹੈ ਜਿਹੜਾ 100 ਗਊਆਂ ਚੋਂ ਆਪਣੀ ਮਾਂ ਲੱਭ ਲੈਂਦਾ। ਰਾਜੇ ਵੜਿੰਗ ਨੇ ਜ਼ੋਰ ਲਾਇਆ, ਪਰ ਦੇਖੋ ਕਾਨੂੰਨੀ ਦਾ ਪੇਚ, ਇਹਨਾਂ ਕੋਲ ਹਰਾਮ ਦਾ ਪੈਸਾ ਪੰਡ ਬਣੀ ਹੋਈ, ਕੋਠੀਆਂ ਭਰੀਆਂ ਹੋਈਆਂ, ਵਿੱਚੋਂ ਕੱਢਦੇ ਆ ਸਭ ਤੋਂ ਵਧੀਆ ਵਕੀਲ ਲਿਆ ਕੇ ਪੇਸ਼ ਕਰ ਦਿੰਦੇ। ਜਦੋਂ ਪੋਲੀਟੀਕਲ ਸੈਕਟਰੀ ਬਦਲਿਆ ਜਾਵੇ ਇਹੋ ਜਿਹੇ ਬੰਦੇ ਦਾ, ਤੇ ਚਿਦੰਬਰਮ ਆ ਕੇ ਖੜਦੇ। ਤੇ ਜਦੋਂ ਗੁਰੂ ਦੀ ਬੇਅਦਬੀ ਹੋਵੇ ਤੇ ਡੇਟਾ ਨਹੀਂ ਲੈਂਦੇ। ਸ਼ਰਮ ਆਉਂਦੀ ਹੈ ਮੈਨੂੰ ਮਹਾਰਾਜ, ਸ਼ਰਮ ਆਉਂਦੀ ਹੈ। ਕਾਇਰ ਆਦਮੀ ਰੋਜ਼ 50 ਵਾਰ ਮਰਦਾ, ਰੋਜ਼। ਲੇਕਿਨ ਸਿੱਧੂ ਵਰਗਾ ਬਹਾਦਰ ਸੁਤੰਤਰਤਾ ਦੀ ਸੈਨਾਨੀ ਨਵਜੋਤ ਸਿੰਘ ਸਿੱਧੂ, ਭਗਵੰਤ ਸਿੰਘ ਸਿੱਧੂ ਦਾ ਪੁੱਤਰ, ਜ਼ਿੰਦਗੀ 'ਚ 1 ਵਾਰ ਮਰੂ, 1 ਵਾਰ। ਠੋਕ ਕੇ ਕਹਿੰਦਾ ਸੀ, ਠੋਕ ਕੇ ਕਹਿੰਦਾ ਹਾਂ, ਤੇ ਠੋਕ ਕੇ ਕਹਿੰਦਾ ਰਹੂੰ। ਮੈਂ ਜਾਣਦਾ ਲੜਾਈ ਕਿਹਦੇ ਨਾਲ, ਲੇਕਿਨ ਮੈਂ ਲੋਕਾਂ ਦੀਆਂ ਅੱਖਾਂ ਖੋਲੂ। ਤੁਸੀਂ ਕੀ ਸੋਚਦੇ ਹੋ ਕਿ ਗੁਰੂ ਦੀ ਬੇਅਦਬੀ ਦਾ ਇਨਸਾਫ ਸਿਰਫ ਅਦਾਲਤਾਂ ਨੇ ਕਰਨਾ? ਭਾਜੀ, ਅਦਾਲਤ ਉਹ ਇਨਸਾਫ ਕਰਦੀ ਹੈ ਜਿਹੜਾ ਤੁਸੀਂ ਪ੍ਰੂਫ ਤੇ ਐਵੀਡੈਂਸ ਸਬਮਿਟ ਕਰੋਗੇ। ਜਦੋਂ ਤੁਸੀਂ ਜਾਣ ਬੁੱਝ ਕੇ ਉਹਨੂੰ ਵੀਕਨ ਕਰ ਦਿਓਗੇ ਤੇ ਡਿਫੈਂਸ ਵੀਕ ਹੋ ਜੂ। ਲੇਕਿਨ ਇਹ ਇਨਸਾਫ ਇਕੱਲੇ ਅਦਾਲਤਾਂ 'ਚ ਨਹੀਂ ਹੋਣੇ, ਪੰਜਾਬ ਦੀ ਲੋਕਾਂ ਦੀ ਅਦਾਲਤ 'ਚ ਇਨਸਾਫ ਹੋਣੇ। ਇਨਸਾਫ ਲੋਕ ਕਰਨਗੇ, ਇਨਸਾਫ ਪਹਿਲਾਂ ਵੀ ਕੀਤਾ ਸੀ, ਅੱਜ ਵੀ ਕਰ ਰਹੇ। ਉਹ ਪੰਥ ਜਿਹਦੇ ਸਿਰ ਦੇ ਉੱਤੇ 40 ਸਾਲ ਰਾਜ ਕੀਤਾ, ਇਹਨਾਂ ਦੇ ਅੱਗੇ ਡਟ ਕੇ ਖੜਾ, ਠੋਕ ਕੇ ਖੜਾ, ਠੋਕ। ਇਹ ਤੇ ਉਹ ਲੋਕ ਨੇ ਜਿਹੜੇ ਕ੍ਰੈਡਿਟ ਦੇ ਵਾਸਤੇ ਕਿਸੇ ਨੂੰ ਵੀ ਮਾਰਦੇ ਨੇ। ਜਦੋਂ ਕਰਤਾਰਪੁਰ ਸਾਹਿਬ ਖੁੱਲਿਆ, ਸਭ ਤੋਂ ਵੱਧ ਵਿਰੋਧ ਕੌਣ ਕਰਦਾ ਸੀ? ਤੇ ਸਿੱਧੂ ਨੇ ਸਿਆਸਤ ਕੀਤੀ। ਮੈਂ ਇਹਨੂੰ ਕਿਹਾ, ਮੈਂ ਕਿਹਾ ਤੂੰ ਖੁਲਾ ਹੋਏ, ਤੇਰੇ ਪਿੱਛੇ ਤੁਰੂ, ਤੇਰੀ ਜੈ ਜੈਕਾਰ ਕਰੂ, ਤੇਰੇ ਪੈਰ ਧੋ। ਇਹ ਸਿਆਸਤ ਕ੍ਰੈਡਿਟ ਵਾਰਫੇਅਰ ਬਣ ਗਿਆ ਵੀ ਫਲਾਣੇ ਨੂੰ ਕ੍ਰੈਡਿਟ ਲੈਣ ਨਹੀਂ ਦੇਣਾ, ਇੱਕੋ ਹੀ ਬੰਦਾ ਕ੍ਰੈਡਿਟ ਲਊ, ਮੁੱਖ ਮੰਤਰੀ। ਉਹੀ ਫੋਟੋ ਲਾਊ, ਚਾਹੇ ਝੂਠ ਹੈ ਸੱਚ ਹੈ, ਤੇ ਫੋਟੋ ਦੇ ਨਾਲ ਬੰਦੇ ਭਰਮਾਊ। ਇਹ ਨਹੀਂ ਹੋਣਾ, ਕਿਉਂਕਿ ਜੇ ਫੋਟੋ ਲਾਉਣੀ ਹੈ ਲੋਕਾਂ ਦੇ ਦਿਲਾਂ 'ਚ ਲਾਓ, ਦਿਲਾਂ 'ਚ। ਉਹ ਕੰਮ ਕਰੋ ਕਿ ਤੁਹਾਨੂੰ ਪ੍ਰੂਫ ਦੇਣ ਦੀ ਲੋੜ ਨਾ ਪਵੇ। ਸਾਹਿਬ, ਸੂਰਜ ਪ੍ਰਮਾਣ ਨਹੀਂ ਦਿੰਦਾ ਕਿ ਉਹਦੇ 'ਚ ਪ੍ਰਕਾਸ਼ ਹੈ, ਉਹਦਾ ਤੇਜ ਪ੍ਰਮਾਣ ਹੈ ਕਿ ਉਹਦੇ 'ਚ ਪ੍ਰਕਾਸ਼ ਹੈ। that which needs to be proven is not worth a toss। ਇਹ ਬੋਰਡਾਂ ਨਾਲ ਨਹੀਂ ਜਿੱਤਣਾ ਕਿਸੇ ਨੇ। ਜਿਹਨੇ ਵੱਧ ਤੋਂ ਵੱਧ ਬੋਰਡ ਅੰਮ੍ਰਿਤਸਰ ਚਲਾਏ ਉਹ ਹਰਿਆ 25,000 ਤੇ। ਲੋਕ ਇੰਨੇ ਸਿਆਣੇ ਆ ਸਾਹਿਬ, ਕੋਈ 20,000 ਰੁਪਈਆ ਲੈ ਲਵੇ ਕਿਸੇ ਤੋਂ, ਗਿਆਨੀ ਦੀ ਚਾਹ ਦੀ ਦੁਕਾਨ ਦੇ ਉੱਤੇ ਪੋਤੜੇ ਖੋਲ ਦਿੰਦੇ ਆ ਲੋਕ। 20,000 ਨੂੰ ਦੱਸਦੇ ਆ, ਸਮਝੇ ਨਹੀਂ? ਤੇ ਕੋਈ ਇਮਾਨਦਾਰੀ ਨਿਭਾਵੇ ਤੇ ਉਹਨੂੰ ਇਮਾਨਦਾਰੀ ਨਾਲ ਜਿਤਾਉਂਦੇ ਵੀ ਆ ਲੋਕ। ਮੈਂ ਸਰਦਾਰ ਸਾਹਿਬ ਤੁਹਾਨੂੰ ਪੁੱਛਦਾ, ਤੁਹਾਨੂੰ ਪੁੱਛਦਾ, 5 ਇਲੈਕਸ਼ਨ ਜਿੱਤਿਆ, ਕਿੰਨੇ ਪੈਸੇ ਲੱਗੇ ਹੋਣੇ ਸਿੱਧੂ ਦੇ? ਲੋਕ ਤੇ ਆਂਦੇ ਆ 5 ਕਰੋੜ 8 ਕਰੋੜ 20 ਕਰੋੜ 'ਚ ਇਲੈਕਸ਼ਨ ਲੜਿਆ ਜਾਂਦਾ। ਕਿਉਂ? ਸੁਣਦੇ ਹੋ ਨਾ? ਤੇ ਫਿਰ ਮੈਨੂੰ ਵੀ ਦੱਸ ਦਿਓ ਸਰਦਾਰ ਸਾਹਿਬ, ਮੈਂ ਕਿੰਨੇ ਪੈਸੇ ਲਾਏ ਆਪਣੇ ਕੋਲ? ਕੋਈ ਗੈਸ? ਇੱਕ, ਹਾਂਜੀ, 45 ਲੱਖ ਰੁਪਏ। ਇਮਾਨਦਾਰੀ ਦੀ ਕਦਰ ਹੈ। ਇਹ ਠੀਕ ਹੈ ਵੀ ਕਿਸੇ ਨੂੰ ਫੜ ਕੇ ਗੋਦੀ ਮੀਡੀਆ ਵਾਲੇ ਨੂੰ ਪੁੱਠੀ ਖਬਰ ਚਲਾ ਦਿਓ, ਇਹ ਠੀਕ ਹੈ ਕਿ ਭਾਈ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀ ਗਾਲਾਂ ਹੀ ਕੱਢੀ ਜਾਓ, ਫਲਾਨਾ ਬੰਦਾ ਹੋਏ, ਫਲਾਨਾ। ਇਹਦਾ ਕੀ ਹੋ ਜਾਣਾ ਵੀ ਨੀਤੀਗਤ ਤਰੀਕੇ ਨਾਲ ਕੋਈ ਗੱਲ ਦੱਸੋ ਯਾਰ, ਵੀ ਐਂ ਬਿਹਤਰ ਹੋ ਜੂ।
ਮੈਂ ਲਕੀਰ ਐ ਲੰਬੀ ਕਰਦਾ। ਸੋ ਤੁਹਾਡੇ ਸਵਾਲ ਦਾ ਵੀ ਮੈਂ ਬੜੇ ਵਿਸਤਾਰ ਨਾਲ ਜਵਾਬ ਦਿੱਤਾ, ਔਰ ਠੋਕ ਕੇ ਦਿੱਤਾ। ਭਾਜੀ ਤੀਜਾ ਸਵਾਲ ਪੁੱਛੋ। ਭਾਜੀ ਤੁਸੀਂ ਲਓ, ਤੁਸੀਂ ਹੈਲੋ ਹਾਂਜੀ ਦੱਸੋ। ਸਰ, ਮੇਰਾ ਨਾਮ ਰਵਤਾਰ ਸਿੰਘ ਹੈ। ਹਾਂਜੀ। ਤੇ ਸਰ, ਤੁਹਾਡਾ ਇਹ ਕਦਮ ਹੈ ਜਿਹੜਾ ਲੋਕਾਂ ਦੀਆਂ ਗੱਲਾਂ ਲੋਕਾਂ 'ਚ ਆ ਕੇ ਸੁਣਨ ਦਾ, ਇਹ ਬਿਲਕੁਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੈ। ਜਿਵੇਂ ਉਹ ਜਾਇਆ ਕਰਦੇ ਸੀ ਲੋਕਾਂ 'ਚ ਉਹਨਾਂ ਦੀਆਂ ਗੱਲਾਂ ਸੁਣਨ, ਪਰ ਉਹ ਅੱਗੇ ਉਹਦੇ ਤੇ ਅਮਲ ਵੀ ਕਰਦੇ ਸੀ, ਉਹਨੂੰ ਗੱਲ ਨੂੰ ਦਿਲ 'ਚ ਲੈ ਕੇ ਵੀ ਜਾਂਦੇ ਸੀ। ਸੋ ਮੇਰੀ ਇੱਕ ਤੁਹਾਨੂੰ ਧਿਆਨ ਇੱਕ ਛੋਟੇ ਜਿਹੇ ਮੁੱਦੇ ਵੱਲ ਦਿਵਾਉਣ ਦਾ ਹੈ ਕਿ ਰਿਜ਼ਰਵੇਸ਼ਨ ਆਪਣੇ ਸਮਾਜ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕੁਝ ਲੋਕ ਪਿੱਛੇ ਰਹਿ ਗਏ। ਪਰ ਇਹ ਇੰਨੀ ਵੱਧ ਗਈ ਕਿ ਹੁਣੇ ਐਕਸਾਈਜ਼ ਇੰਸਪੈਕਟਰ ਦੀਆਂ ਵੈਕੈਂਸੀਆਂ ਨਿਕਲੀਆਂ ਤਾਂ ਰਿਜ਼ਰਵੇਸ਼ਨ ਸੀ 83%। ਹੁਣੇ ਕਲਰਕ ਦੀਆਂ ਵੈਕੈਂਸੀਆਂ ਨਿਕਲੀਆਂ, ਰਿਜ਼ਰਵੇਸ਼ਨ ਸੀ 86%। 14% ਜਗ੍ਹਾ ਬਚੀ ਹੈ ਸਿਰਫ ਸਾਡੇ ਵਾਸਤੇ। ਇੱਕ ਦੂਜਾ ਸਰ, ਅਸੀਂ ਮਿਹਨਤ ਨਾਲ ਜ਼ਮੀਨਾਂ ਕਮਾਈਆਂ। ਮੇਰੇ ਦਾਦਾ ਜੀ ਨੇ ਢੂਈ ਰਗੜ ਰਗੜ ਕੇ ਜ਼ਮੀਨਾਂ ਬਣਾਈਆਂ, ਮੇਰੇ ਪਿਤਾ ਨੇ ਮਿਹਨਤ ਕੀਤੀ। ਅੱਜ ਸਾਡੇ ਕੋਲ ਜ਼ਮੀਨ ਲੈਂਡ ਸੀਲਿੰਗ ਤੋਂ ਜ਼ਿਆਦਾ ਹੈ। ਤੇ ਅੱਜ ਇੱਕ ਨੌਨ ਕਿਸਾਨੀ ਬੈਕਗਰਾਊਂਡ ਤੋਂ ਸੀਐਮ ਚੁਣਨ ਦਾ ਸਾਡੇ ਸਾਹਮਣੇ ਨਤੀਜਾ ਹੈ ਕਿ ਸਾਡੇ ਡਾਟੇ ਇਕੱਠੇ ਕੀਤੇ ਜਾ ਰਹੇ ਆ, ਸਾਡੀਆਂ ਲਿਸਟਾਂ ਬਣਾਈਆਂ ਜਾ ਰਹੀਆਂ। ਜਦੋਂ ਹਿਟਲਰ ਨੇ ਜਿਊਜ਼ ਨੂੰ ਮਾਰਨਾ ਸੀ, ਸਭ ਤੋਂ ਪਹਿਲਾਂ ਲਿਸਟਾਂ ਹੀ ਇਕੱਠੀਆਂ ਕੀਤੀਆਂ ਗਈਆਂ ਸੀ। ਤੇ ਇਹ ਵੀ ਇੱਕ ਲਿਸਟ ਹੈ, ਅਸੀਂ ਇਹਨੂੰ ਛੋਟੇ ਜਾਂ ਇਹਨੂੰ ਇਗਨੋਰ ਨਹੀਂ ਕਰ ਸਕਦੇ। ਅਗਲੇ ਦਿਨ ਜਦੋਂ ਰੌਲਾ ਪੈਂਦਾ ਤਾਂ ਕਦਮ ਵਾਪਸ ਲੈ ਜਾਂਦੇ ਆ, ਪਰ ਇੰਨੇ 'ਚੋਂ ਆਪਣੀ ਸੋਚ ਵਿਖਾ ਗਏ ਕਿ ਉਹ ਸਾਡੇ ਬਾਰੇ ਕੀ ਸੋਚਦੇ ਆ, ਸਾਡੀਆਂ ਜ਼ਮੀਨਾਂ ਬਾਰੇ ਕੀ ਸੋਚਦੇ ਆ ਤੇ ਸਾਡੇ ਭਵਿੱਖ ਬਾਰੇ ਕੀ ਸੋਚਦੇ ਆ। ਗੱਲ ਮਾਈਗ੍ਰੇਸ਼ਨ ਦੀ ਹੋਈ, ਅਸੀਂ ਇੱਥੇ ਕਿਉਂ ਰਹੀਏ? ਜਦੋਂ ਅਸੀਂ ਮਿਹਨਤ ਕਰਾਂਗੇ ਤਾਂ ਕਮਾਈ ਕਰਾਂਗੇ ਨਾ, ਗਰੋ ਕਰਾਂਗੇ ਤਾਂ ਜ਼ਮੀਨ ਲਵਾਂਗੇ, ਪ੍ਰਾਪਰਟੀ ਲਵਾਂਗੇ, ਬਾਅਦ 'ਚ ਉਹਨੂੰ ਜਿੰਨੀ ਸਰਕਾਰ ਲੈ ਸਕਦੀ ਹੈ, ਤਾਂ ਅਸੀਂ ਕਿਉਂ ਇੱਥੇ ਰਵਾਂਗੇ? ਇੱਕ ਦੂਜਾ ਸਰ, ਜਿਹੜਾ ਇਹ 32% ਕਹਿ ਕੇ ਤੁਸੀਂ ਗੱਲ ਕਰ ਰਹੇ ਹੋ, ਇਹ ਸਭ ਤੋਂ ਵੱਡਾ ਮਿੱਥ ਤੇ ਸਭ ਤੋਂ ਵੱਡਾ ਝੂਠ ਹੈ ਪੰਜਾਬ ਦਾ। ਕਿਉਂਕਿ ਜੇ ਆਪਾਂ ਇਹ ਕਹਾਂਗੇ ਕਿ 32% ਚੋਂ ਬਣਾਉਣਾ ਹੈ ਤਾਂ ਫਿਰ 68% ਚੋਂ ਕਿਉਂ ਨਹੀਂ? ਇੱਕ ਦੂਜਾ ਸਰ, ਜਿਹੜੀ ਉਹ 32 ਵੀ ਹੈ ਤਾਂ ਉਹ ਬਹੁਤ ਜ਼ਿਆਦਾ 5-6 ਕਮਿਊਨਿਟੀ ਚੋਂ ਰਲਾ ਕੇ ਮਿਲਿਆ, ਸਿੰਗਲ ਯੂਨਿਟ ਨਹੀਂ ਹੈ। ਤੇ ਜੇ ਆਪਾਂ ਸਿੰਗਲ ਯੂਨਿਟ ਦੇਖਣਾ ਤਾਂ ਉਹ ਤਾਂ ਫਿਰ ਜੱਟ ਹੈ 20%, ਫਿਰ ਉਹ ਕਿਉਂ ਨਹੀਂ? ਦੂਜਾ ਸਰ, ਸੱਤਾ ਤੇ ਉਹ ਕਾਬਜ਼ ਹੁੰਦਾ ਜੋ ਸੱਤਾ ਪਰਿਵਰਤਨ ਕਰਦਾ ਹੈ। ਸੱਤਾ ਪਰਿਵਰਤਨ ਤੁਸੀਂ ਕੀਤਾ। ਇਹ ਤਾਂ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਜੇ ਅੱਜ ਕੈਪਟਨ ਟਾਰਗੇਟ ਕਰ ਰਹੇ ਆ ਤਾਂ ਸਿਰਫ ਤੇ ਸਿਰਫ ਤੁਹਾਨੂੰ। ਜੇ ਕਿਸੇ ਹੋਰ ਨੇ ਕੀਤਾ ਹੁੰਦਾ ਤਾਂ ਉਹਨਾਂ ਦਾ ਨਾਮ ਲੈਂਦੇ। ਤੇ ਫਿਰ ਜਿਹਨੇ ਲਾਇਆ ਉਹ ਕਿਉਂ ਨਾ ਬੈਠੇ? ਲੀਡਰ ਉਹ ਬਣੇ ਜਿਹਨੂੰ ਲੋਕ ਸੁਣ ਜਾਂਦੇ ਆ। ਤੇ ਜੇ ਇਸੇ ਤਰੀਕੇ ਨਾਲ ਹੀ ਲੀਡਰ ਬਣਾਉਣੇ ਆ, ਉਸ ਸਵਾਲ ਇਹ ਹੈ ਸਰ, ਲੈਂਡ ਸੀਲਿੰਗ ਰਿਜ਼ਰਵੇਸ਼ਨ ਕਿੰਨੀ ਵਧਾਉਣੀ ਹੈ? ਕੀ ਇਹ 98% ਤੱਕ ਲੈ ਕੇ ਜਾਣੀ ਹੈ? ਤੇ ਕੀ ਸਾਡੀਆਂ ਜ਼ਮੀਨਾਂ ਕਮਾਈਆਂ ਦੀਆਂ ਖੋਹ ਕੇ ਛੱਡਣੀਆਂ? ਕੀ ਇਹਦੇ ਤੇ ਤੁਹਾਡਾ ਜਵਾਬ ਹੈ ਸਰ? ਇਸ ਜਵਾਬ 'ਚ ਬੜੇ ਲੋਕ ਉਲਝ ਜਾਂਦੇ ਤੇ ਬੜੇ ਲੋਕ ਪੋਲੀਟੀਕਲੀ ਗਲਤ ਜਵਾਬ ਦੇ ਕੇ ਫਸ ਵੀ ਜਾਂਦੇ, ਫਿਰ ਨਾਅਰੇ ਵੀ ਲੱਗਦੇ ਆ, ਬੜਾ ਹੰਗਾਮਾ ਹੁੰਦਾ। ਦੇਖੋ ਛੋਟੇ ਭਾਈ, ਦੀ ਬੇਨ ਆਫ ਇੰਡੀਅਨ ਸੋਸਾਇਟੀ ਇਜ਼ ਕਿ ਮੈਰਿਟ ਇਗਨੋਰ ਹੋ ਜਾਂਦੀ। ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਮੈਰਿਟ ਨੂੰ ਆਨਰ ਕੀਤਾ। ਕੋਈ ਮੈਨੂੰ 100 ਗਾਲ ਕੱਢੇ, ਜੇ ਪੰਜਾਬ ਲਈ ਚੰਗਾ ਹੈ, ਚੰਗੀ ਮਿਹਨਤ ਕਰਨ ਵਾਲਾ ਬੰਦਾ ਔਰ ਡਿਜ਼ਰਵ ਕਰਦਾ, ਮੈਂ ਉਹਨੂੰ ਪਹਿਲ ਦਊਂਗਾ। ਮੇਰੀ ਉਹਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ। ਸਵਾਲ ਇੰਨਾ ਹੀ ਹੈ ਕਿ ਕੌਣ ਡਿਜ਼ਰਵ ਕਰਦਾ, ਕੌਣ ਨਹੀਂ। ਵੇਖੋ, ਸਬਸਿਡੀਆਂ ਜ਼ਰੂਰੀ ਨੇ ਕਿਉਂਕਿ ਕਈ ਪਛੜੇ ਲੋਕ ਨੇ, ਲੇਕਿਨ ਅਗਰ ਉਹ ਪਛੜੇ ਲੋਕ 3-3 ਪੀੜ੍ਹੀਆਂ ਦੇ ਅਫਸਰ ਨੇ IAS, ਤੇ ਫਿਰ ਉਹਨਾਂ ਨੂੰ ਕੋਈ ਉਹ ਫਾਇਦਾ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਜਿਹੜੀਆਂ ਸਬਸਿਡੀਆਂ ਬਿਜਲੀ ਦੀਆਂ, ਜਿਹੜਾ ਜੱਟ 100 ਕਿੱਲੇ ਲਈ ਬੈਠਾ, ਬਾਦਲ ਨੂੰ ਹੁਣ ਕੀ ਬਿਜਲੀ ਫਰੀ ਦਿਓਗੇ ਵੀ ਤੁਸੀਂ? ਹੈਂ, ਇਹ ਤੇ 5000 ਏਕੜ ਲਈ ਫਿਰਦਾ, ਇਹਨਾਂ ਨੂੰ ਕਦੇ ਰੋਕਿਆ? ਸੋ ਮੇਰਾ ਬੜਾ ਸਿੰਪਲ ਜਿਹਾ ਆਨਸਰ ਹੈ ਛੋਟੇ ਵੀਰ, ਕਿ ਜਿੱਦਣ ਤੁਸੀਂ ਮੈਰਿਟ ਨੂੰ ਆਨਰ ਕਰਨ ਲੱਗ ਜਾਓਗੇ, ਤੇਰੇ ਵਰਗੇ ਮਿਹਨਤੀ ਬੰਦਿਆਂ ਦੀ ਜਿਹੜੀ ਮਿਹਨਤ ਹੈ ਉਹਦਾ ਮੁੱਲ ਪਾਉਣ ਲੱਗ ਜਾਓਗੇ, ਤੇ ਤੁਸੀਂ ਪ੍ਰੋਪਰ ਸਰਵੇ ਕਰਾ ਕੇ ਇਕਨੋਮਿਕ ਬੈਕਗਰਾਊਂਡ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖੋਗੇ। ਮੈਂ ਕਹਿੰਦਾ ਭਾਰਤ ਸਰਕਾਰ ਨੂੰ ਇਹ ਪਤਾ ਹੋਵੇ ਵੀ ਗਰੀਬ ਹੈਗੇ ਨੇ, ਤੇ ਮੈਨੂੰ ਦੱਸ ਦੇ ਭਾਈ, BPL ਦਾ ਸਰਵੇ ਕਦ ਹੋਇਆ ਸੀ ਉਹ ਦੱਸ ਦਿਓ, ਤੇ ਗਰੀਬ ਕੌਣ ਹੈ ਇਹ ਕਿਸੇ ਨੂੰ ਪਤਾ ਹੈ? ਤੇ ਜੇ ਕਿਸੇ ਨੂੰ ਇਹ ਨਹੀਂ ਪਤਾ ਵੀ ਗਰੀਬ ਕੌਣ, ਉਹਦਾ ਭਲਾ ਕਿਵੇਂ ਕਰੂ? ਮੇਰਾ ਸਵਾਲ ਹੈ।
मैं थोड़ी गल ਦਾ ਹੀ ਸਵਾਲ ਦੇ ਰਿਹਾ, ਜਵਾਬ ਦੇ ਰਿਹਾ ਬੇਟਾ ਕਿ ਕਿਸ ਹਾਲਤ ਤੇ ਅਸੀਂ ਇਸ ਦੇਸ਼ ਨੂੰ ਲਿਆ ਕੇ ਖੜਾ ਕਰਤਾ, ਅੰਕੜਿਆਂ ਤੇ ਖੜਾ ਕਰਤਾ। ਅਸੀਂ ਇੱਕ ਭ੍ਰਮ, ਮਾਇਆ ਜਾਲ, ਮਿਰਾजेस ਆਫ ਇਲੂਜਨ। ਜਦੋਂ ਰੇਗਿਸਤਾਨ 'ਚ ਜਾਂਦਾ ਨਾ ਬੰਦਾ, ਪਾ ਜਾਓ ਪਾਣੀ ਪਾਣੀ ਪਾਣੀ, ਉੱਥੇ ਜਾਂਦਾ ਪਾਣੀ ਹੈ ਨਹੀਂ। ਇਹ ਮਿਰਾਜ ਖੜੇ ਕਰਤੇ ਅਸੀਂ। ਅੱਜ ਕਿਸੇ ਨੂੰ ਇਹ ਪਤਾ ਹੈ ਕਿ ਜਿਹੜਾ ਪੀਡੀਐਸ ਸਿਸਟਮ ਕਾਂਗਰਸ ਲਿਆਈ ਸੀ, FCI ਹੋਵੇ, PDS ਹੋਵੇ, MSP ਹੋਵੇ, ਕਾਂਗਰਸ ਲਈ, ਉਸ PDS ਸਿਸਟਮ 'ਚ 70 ਕਰੋੜ ਗਰੀਬਾਂ ਨੂੰ ਸਸਤਾ ਅਨਾਜ ਦਿੱਤਾ ਜਾਂਦਾ ਸੀ। ਸ਼ਾਂਤਾ ਕੁਮਾਰ ਕਮੇਟੀ ਆਈ ਤੇ ਕਹਿਤਾ ਵੀ ਹੁਣ ਗਰੀਬ ਘਟ ਗਿਆ 40 ਕਰੋੜ। 30 ਕਰੋੜ ਗਰੀਬਾਂ ਨੂੰ ਉਹਦੇ ਚੋਂ ਕੱਟ ਕੇ ਪਰੇ ਮਾਰਿਆ। ਕਿਸ ਅੰਕੜੇ ਤੇ, ਕਿਹੜੇ ਸਰਵੇ ਤੇ, ਕਿਹੜੀ ਗਿੱਦੜ ਸੰਗੀ ਸੀ ਜਿਹੜੀ ਤੁਹਾਨੂੰ ਪਤਾ ਲੱਗ ਗਿਆ? ਜਦੋਂ ਤੁਹਾਨੂੰ ਇਹੀ ਨਹੀਂ ਪਤਾ ਕਿ BPL ਹੈ ਕੌਣ, ਤੁਹਾਡੇ ਕੋਲ ਕੋਈ ਬੈਂਚਮਾਰਕ ਹੈ ਕਿ ਭਾਈ ਫਲਾਨਾ BPL ਸੀ, ਅਸੀਂ ਉਹਦੀ 3 ਸਾਲ 5 ਸਾਲ ਸਰਕਾਰ ਨੇ ਮਦਦ ਕੀਤੀ ਔਰ ਉਹ BPL ਕੋਟੇ ਚੋਂ ਬਾਹਰ ਆ ਗਿਆ, ਅਸੀਂ ਉਹਨੂੰ ਬਿਹਤਰ ਕਰਤਾ ਜਾਂ ਉਹ ਥੱਲੇ ਚਲਿਆ ਗਿਆ? ਹੈ ਕੋਈ ਬੈਂਚਮਾਰਕ? ਮਤਲਬ ਫਰੇਬ, ਝੂਠ, ਕੱਪੜੇ ਢਕਣ ਨੂੰ। ਇਸ ਕਰਕੇ ਮੈਂ ਕਹਿਣਾ ਕਿ ਸੱਚ ਦੀ ਪਹਿਰੇਦਾਰੀ ਅਗਰ ਕਰੋਗੇ, ਤੁਹਾਨੂੰ ਬੰਦਾ ਸਹੀ ਲਿਆਉਣਾ ਪਊ। ਮੇਰੀ ਗੱਲ ਯਾਦ ਰੱਖਿਓ, ਮੈਂ ਫੇਰ ਕਹਿ ਰਿਹਾ, ਆਖਰੀ ਮੌਕਾ ਹੈ ਪੰਜਾਬ ਦਾ। ਅਰਾਜਕਤਾ ਫੈਲ ਜੂ, ਕਿਉਂਕਿ ਜੇ ਹੁਣ ਅਸੀਂ ਉਹ ਜਿਹੜਾ ਬਾਕੀ ਦਾ 12-14 ਹਜ਼ਾਰ ਕਰੋੜ ਬਚਦਾ ਉਹ ਵੀ ਗਵਾ ਲਿਆ, ਤੇ ਇਸੇ ਤਰ੍ਹਾਂ 5-5 ਸਾਲਾਂ ਦੇ ਵਿੱਚ 1 ਲੱਖ ਕਰੋੜ ਕਰਜ਼ਾ ਵੱਧਦਾ ਗਿਆ, ਤੇ ਫਿਰ ਇਹ ਪੁੱਠੀ ਰਾਹ ਤੇ ਤੁਰੇ ਜਿਹੜੇ ਲੋਕ ਨੇ, ਸਿੱਧੀ ਰਾਹ ਤੇ ਆਉਣਾ ਮੁਸ਼ਕਿਲ ਹੋ ਜੂ ਬੇਟਾ। ਕਿਉਂਕਿ ਇਹ ਜਿਹੜਾ ਵਿਤਕਰਾ ਹੈ ਨਾ, ਲੱਗਦਾ ਬੰਦੇ ਨੂੰ ਵੀ ਯਾਰ ਮੇਰੇ ਨਾਲ ਆਹ ਹੋ ਗਿਆ, ਮੇਰੇ ਨਾਲ ਤਾਂ ਵਿਤਕਰਾ ਹੋ ਗਿਆ। ਸਰਕਾਰਾਂ ਮਾਂ-ਬਾਪ ਹੁੰਦੀਆਂ ਨੇ ਬੇਟਾ। ਸਰਕਾਰ ਦਾ ਇੱਕ ਵਕਾਰ ਹੁੰਦਾ ਹੈ, ਵਕਾਰ। ਵਕਾਰ ਦਾ ਮਤਲਬ ਹੈ ਸਰਕਾਰ ਦੇ ਭਰੋਸੇਯੋਗਤਾ, ਉਹਦਾ ਵਕਾਰ ਹੈ। ਨਵਜੋਤ ਸਿੰਘ ਸਿੱਧੂ ਕੁਛ ਕਹੇ, ਵਿਰੋਧੀ ਵੀ ਆ ਕੇ ਕਹੂਗਾ ਵੀ ਸਿੱਧੂ ਇਮਾਨਦਾਰ। ਇਦੋਂ ਵੱਡੀ ਕਿਹੜੀ ਚੀਜ਼ ਹੈ? ਇਹੀ ਵਕਾਰ। ਇਸੇ ਕਰਕੇ ਆਵਾਜ਼ ਨਿਕਲਦੀ ਹੈ, ਇਸੇ ਕਰਕੇ ਕਦੇ ਡਰਿਆ ਨਹੀਂ। ਇਸ ਕਰਕੇ ਸਰਕਾਰਾਂ ਨੂੰ ਇਹ ਚਾਹੀਦਾ ਮਾਂ-ਬਾਪ ਹਨ ਤੇ ਸ਼ਾਸਕ ਭਾਵ ਸਿੱਟ ਕੇ ਪਰਿਵਾਰਕ ਏਕਤਾ ਜਗਾਉਣ ਪੰਜਾਬ 'ਚ। ਇਹ ਕਿਉਂ? ਇਹ ਇੱਕ ਦੂਜੇ ਦੇ ਨਾਲ ਈਰਖਾ ਕਿਉਂ? ਇਹ ਅੰਬੇਡਕਰ ਸਾਹਿਬ ਨੇ ਰਚੀ ਫਰੈਟਰਨਿਟੀ। ਸਾਡੀਆਂ ਜ਼ਾਤਾਂ ਅੱਡ ਹੋ ਸਕਦੀਆਂ, ਸਾਡੀਆਂ ਭਾਸ਼ਾਵਾਂ ਅੱਡ ਹੋ ਸਕਦੀਆਂ, ਅਸੀਂ ਵੱਖ-ਵੱਖ ਕਲਚਰਾਂ ਦੇ ਹੋ ਸਕਦੇ ਹਾਂ, ਲੇਕਿਨ ਅਸੀਂ ਪਰਿਵਾਰਕ ਏਕਤਾ ਦੇ ਵਿੱਚ ਬੰਨੇ ਹੋਏ ਹਾਂ। ਜੇਲ੍ਹ ਦੀ ਵੀ ਏਕਤਾ ਹੁੰਦੀ ਹੈ, ਲੇਕਿਨ ਅਸੀਂ ਪਰਿਵਾਰਕ ਏਕਤਾ ਦੇ ਵਿੱਚ ਬੰਨੇ ਹੋਏ ਹਾਂ। ਹਿੰਦੁਸਤਾਨ ਅਖੰਡ ਹੈ। ਇਹ ਏਕਤਾ ਇੱਥੇ ਸਿਰਜ ਲਓ ਨਾ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਵੇਂ ਗੁਰਾਂ ਦੇ ਨਾਮ। ਤੇ ਕੀ ਕਿਹਾ ਦਸਮ ਪਾਤਸ਼ਾਹ ਨੇ? ਖੰਡਾ ਕਮਾਇਆ, ਖਾਲਸਾ ਰਚਿਆ। ਕਿਸੇ ਦੀ ਜ਼ਾਤ ਦੇਖੀ ਹੈ? ਸਿੱਧਾ ਸੰਪਰਕ ਰੱਬ ਨਾਲ। ना जात ना पात, एकस पिता एकस के हम बारक, मानस की जात सब है एक पहचान बहु। क्यों ना मनीए? इसे करके जो सेंटर की सरकार किसी एक धर्म को पहल दिंदी है, पंजाब नहीं मनता, पंजाब पुट्ठा तुरता है। क्योंकि पंजाब मनता अव्वल अल्लाह नूर पाया कुदरत के सब बंदे, एक नूर ते सब जग उपजया कौन भले को मंदे। सिद्धू तो कहा के दिखाए कोई कहावे। इस करके असी वंड ते पोलराइजेशन करती, सानू गुरुओं तो दूर ले गए, साडी पहचान मिटाती। महाराजा रणजीत सिंह का नाम लिया बेटा तू। महाराजा रणजीत सिंह का सूबा देख की सी? उतों चक के अज तक अफगानिस्तान फतेह किया कि नलवा उत्थे जा चढ़िया है। चाइना तो लैके कच्छ पेनिनसुले तक पंजाब सी, खंगारा मारता सी, गोरे सतलुज नहीं टपते। वड्डिया 10 लाख लोगों की मौत हुई बेटा। मेरे दादे परदादे झेलिया होना। हिंद की चादर, नौवीं पातशाही, की बलिदान दिते उन्होंने हैं। तो वेखो पंजाब दियां 1 लाख बेटियां बेआबरू हुई बेटा। कोई समझदा वो हैं? हिमाचल बनाता, हरियाणा बनाता है। की रह गया एक सूबी, उन्होंने भी मारन ते तुड़े। मैरिट कित्थे है?
ਮੈਰਿਟ ਨੂੰ ਤੋਲਣ ਵਾਲਾ ਇੱਕ ਖੜਾ ਕਰ ਦਿਓਗੇ ਨਾ ਸ਼ੇਰ ਬੱਬਰ, 100 ਭੇਡਾਂ ਮੂਹਰੇ ਇੱਕ ਸ਼ੇਰ ਲਾਓ ਨਾ ਤੇ ਭੇਡਾਂ ਸ਼ੇਰ ਹੋ ਜਾਂਦੀਆਂ ਨੇ, ਤੇ 100 ਸ਼ੇਰਾਂ ਦੇ ਮੂਹਰੇ ਇੱਕ ਭੇਡ ਲਾ ਦਿਓ ਤੇ ਸ਼ੇਰ ਢੇਰ ਹੋ ਜਾਂਦੇ ਆ। ਇੱਥੇ ਤਾਂ ਪੰਜਾਬ ਹੈ, ਮੱਸੇ ਰੰਗੜ ਨਾਲ ਲੜਨ ਵਾਲੇ, ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਵਾਲੇ, ਇਹਨਾਂ ਸ਼ੇਰਾਂ ਦੇ ਅੱਗੇ ਇੱਕ ਬੱਬਰ ਸ਼ੇਰ ਦੀ ਲੋੜ ਹੈ। ਭਜਾ ਦੂ ਇਹਨਾਂ ਸਾਰੇ ਠੋਕ ਕੇ। ਮੈਂ ਕਹਿੰਦਾ ਤੇਰੇ ਸਵਾਲ ਦਾ ਵੀ ਉੱਤਰ ਦਿੱਤਾ, ਸਵਾਲ ਪੁੱਛੋ। ਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜਨਾਬੇ ਅਲੀ, ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ, ਸਾਡੇ ਦਾ ਜਿਹਨਾਂ ਤੁਹਾਨੂੰ ਦਰਸ਼ਨ ਕਰਾਏ। ਪਰ ਅਸੀਂ ਤਾਂ 2019 ਦੀਆਂ ਚਿੱਠੀਆਂ ਤੁਹਾਡੇ ਨਾਂ ਦੀਆਂ ਚੱਕੀ ਫਿਰਦੇ ਜਦੋਂ ਸਥਾਨਕ ਸਰਕਾਰਾਂ ਤੁਹਾਡੇ ਕੋਲ ਸੀ। ਅਸੀਂ 22 ਦੀਆਂ ਚਿੱਠੀਆਂ ਲਿਖੀਆਂ ਨਜਾਇਜ਼ ਕਬਜ਼ਿਆਂ ਦੀ, ਜਿਹੜੀਆਂ ਮੋਹਾਲੀ 'ਚ ਗੱਲ ਕਰੀ ਹੈ, ਬਹੁ ਮੰਜ਼ਲੀਆਂ ਇਮਾਰਤਾਂ ਦੀ ਗੱਲ ਕਰੀ ਹੈ, ਤੇ ਅਸੀਂ ਤਕਰੀਬਨ 20 ਲੈਟਰ ਤੁਹਾਡੇ ਨਾਂ ਦੇ ਆ, ਜਿਨ੍ਹਾਂ ਦਾ ਆਰਟੀਆਈ ਰਿਕਾਰਡ 'ਚ ਕੋਈ ਜਵਾਬ ਨਹੀਂ ਕਿਸੇ ਮਹਿਕਮੇ ਦਾ ਆਇਆ। ਸਾਡੇ ਕੋਲੇ ਸਾਰੀਆਂ ਚਿੱਠੀਆਂ ਤੁਹਾਡੇ ਨਾਂ ਦੀਆਂ ਲਿਖੀਆਂ ਪਈਆਂ, ਰਜਿਸਟਰੀਆਂ ਕਰੀਆਂ, ਸਾਰਾ ਕੁਝ ਲਿਖਿਆ, ਪਰ ਅੱਜ ਤੱਕ 2018 ਤੋਂ ਲੈ ਕੇ 19 ਤੱਕ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਆ ਲੈਟਰ ਬਹੁਤ ਹੀ ਉਹਦੀ ਮੈਂ ਤੁਹਾਡੇ ਕੋਲ ਲੈ ਜੋ ਤੇ ਕਿਹੜਾ ਲੈਟਰ ਹੈ ਜੀ। ਐਸੇ ਤਰ੍ਹਾਂ ਸਾਡੇ 5 ਪਿੰਡਾਂ ਦੀ ਜ਼ਮੀਨ ਅਕਵਾਇਰ ਹੋਈ 1995 ਚ ਮੋਹਾਲੀ ਚ, ਸੈਕਟਰ 68 69 70 ਤੇ 76 ਤੋਂ 80। ਅਸੀਂ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ ਆਰਡਰ ਕਰਾ ਕੇ ਥੱਕ ਚੁੱਕੇ। ਸਰਕਾਰ 10 ਸਾਲ ਪਹਿਲਾਂ ਕਾਂਗਰਸ ਦੀ 5 ਸਾਲ ਰਹੀ, ਫਿਰ ਦੁਬਾਰੇ ਕਾਂਗਰਸ ਆ ਗਈ ਜੀ, 10 ਸਾਲ ਵਿੱਚ ਅਕਾਲੀ ਦਲ ਰਹੀ। ਸਾਨੂੰ ਦੋਵੇਂ ਸਰਕਾਰਾਂ ਨੇ, ਅਸੀਂ ਕਰੋੜਾਂ ਰੁਪਏ ਦਾ ਮੁਆਵਜ਼ਾ ਲੈ ਕੇ ਉਹਨਾਂ ਦੇ ਪਿੱਛੇ ਚੱਕਰ ਕੱਢਦੇ। ਤੇ ਸਾਡਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਜਦੋਂ ਅਸੀਂ ਉਹਦੇ ਕੋਲ 50 ਵਾਰੀ ਚੱਕਰ ਲਾਏ ਤਾਂ ਕਿਸੇ ਮੰਤਰੀ ਨੇ ਆਪਣੀ ਪ੍ਰਾਪਰਟੀ ਦਾ ਬਣਾਉਂਦੇ ਰਹੇ, ਨਜਾਇਜ਼ ਕਬਜ਼ੇ ਦਾ ਕਰਦੇ ਰਹੇ, ਪਰ ਲੋਕਾਂ ਦਾ ਕੋਈ ਉਹ ਨਹੀਂ ਅੱਜ ਤੱਕ ਮੁਆਵਜ਼ਾ ਹੋਇਆ। ਆ ਵੀ ਤੁਹਾਡੇ ਆਪਣੇ ਕੋਲੇ ਰੱਖ ਲਿਓ, ਦੇਖ ਲਿਓ, ਕੱਲਾ ਕੇਸ ਪੜ੍ਹ ਕੇ ਦੇਖ ਲਿਓ ਜੀ। ਜੋ ਸਾਨੂੰ ਦੋਵੇਂ ਸਰਕਾਰਾਂ ਦੀ ਦੇਣ ਹੈ। ਅਗਲੀਆਂ ਜਿਹੜੀਆਂ ਸਰਕਾਰਾਂ ਨੇ ਤੁਹਾਡੀ ਬਹੁਤ ਉਮੀਦ ਕਰਦੇ, ਪਰ ਤੁਸੀਂ ਆ ਗੱਲਾਂ ਦਾ ਖਿਆਲ ਰੱਖੋ। ਜਿਹੜੇ ਪਿੰਡ ਵਾਲੇ ਲੋਕ ਨੇ, ਲਤਾੜੇ ਹੋਏ ਲੋਕ ਨੇ, ਗੱਲ ਕਰੀ ਆਪਾਂ ਨੇ BPL ਦੀ 1 ਅਰਬ ਰੁਪਏ ਦਾ ਘਟਾਲਾ ਅਸੀਂ ਕਢਾਇਆ ਸੀ ਸਨ 2011 ਅਤੇ 12 ਚ, ਜਿਹਦਾ ਰਿਕਾਰਡ ਆਰਟੀਆਈ ਚ ਸਾਡੇ ਕੋਲ ਪੂਰੇ ਪੰਜਾਬ ਦਾ ਹੈ। ਜਿਵੇਂ ਨਰੇਗਾ ਸਕੀਮ ਹੋਈ, ਮਨਰੇਗਾ ਹੋਈ, ਤੇ BPL ਚ ਕੱਚੇ ਮਕਾਨਾਂ ਨੂੰ ਪੱਕੇ ਮਕਾਨ ਬਣਾਉਣ ਲਈ ਜੀ ਹਾਈ ਕੋਰਟ ਤੱਕ ਗਏ, ਪਰ ਲੇਕਿਨ ਕੋਈ ਨਿਆਂ ਇਨਸਾਫ ਨਹੀਂ ਮਿਲਿਆ, ਨਾ ਹੀ ਕਿਸੇ ਸਰਕਾਰ ਨੇ ਨਿਆਂ ਇਨਸਾਫ ਦਿੱਤਾ। ਤੇ ਹਾਈ ਕੋਰਟ ਨੇ 10 ਦਿਨ ਸੁਣਾਈ ਕੀਤੀ, ਬਹਿਸ ਹੋਈ, ਤੇ 2.5 ਲੱਖ ਰੁਪਏ ਚ ਅਸੀਂ ਵਕੀਲ ਕੀਤਾ, ਤੇ ਉਹਨੇ ਜਾ ਕੇ ਕਹਿੰਦਾ ਥੱਲੇ ਚਲੇ ਜਾਓ, 156 3 ਚ ਪ੍ਰਾਈਵੇਟ ਕੰਪਲੇਂਟ ਪਾਓ ਜੀ, ਐਵੀਡੈਂਸ ਕਰਾਓ। ਦੱਸੋ ਸਰਕਾਰਾਂ ਤੋਂ ਤੁਸੀਂ ਜਿਹੜੀ BPL ਦੀ ਗੱਲ ਕਰਦੇ, ਨਰੇਗਾ ਸਕੀਮ ਦੀ ਗੱਲ ਹੋਊਗੀ, BPL ਦੀ ਗੱਲ ਹੋਊਗੀ, ਤੇ ਕਿੱਥੇ ਜਾਣਗੇ ਲੋਕ? ਤੇ ਸਾਡਾ मेरी गुजारिश है जी, सवाल बड़े छोटे रखो, लंबी स्पीच ना करो, क्योंकि बहुत सारे सवाल पूछने साथी है। सवाल एक लाइन 2 लाइन के सवाल रखो प्लीज। ਇਸ ਤਰ੍ਹਾਂ ਭਾਜੀ ਕਿ ਤੁਸੀਂ ਜਿਹੜੀਆਂ ਚਿੱਠੀਆਂ ਮੈਨੂੰ ਪਹੁੰਚਾਈਆਂ, ਅਗਰ ਤੁਹਾਨੂੰ ਆਰਟੀਆਈ 'ਚ ਜਵਾਬ ਆਇਆ ਹੁੰਦਾ ਤੇ ਉਹ ਚਿੱਠੀਆਂ ਮੇਰੇ ਕੋਲ ਪਹੁੰਚਦੀਆਂ। ਤੁਹਾਨੂੰ ਨਹੀਂ ਆਇਆ ਨਾ, ਤੁਸੀਂ ਕਿਹਾ ਵੀ ਮੈਨੂੰ ਭੇਜੀਆਂ। ਵੀ ਇਹ ਸਿਸਟਮ ਹੈ ਇੱਕ ਬਹੁਤ ਤਕੜਾ। ਮੈਂ 2.5 ਸਾਲ ਇੱਕ ਚੀਜ਼ ਦੇ ਮਗਰ ਪਿਆ ਰਿਹਾ, ਔਰ ਉਹ ਧਿਆਨ ਨਾਲ ਸੁਣਨਾ, ਉਹ ਕਰਪਸ਼ਨ ਦਾ ਹੱਲ ਹੈ। ਦੇਖੋ ਕਿੱਡੀ ਵੱਡੀ ਗੱਲ ਕਹਿ ਰਿਹਾ ਮੈਂ, ਉਹ ਕਰਪਸ਼ਨ ਦਾ ਹੱਲ ਹੈ, ਪੂਰਨ ਹੱਲ, ਸੰਪੂਰਨ ਹੱਲ। ਉਹਦੇ 'ਚ ਕੋਈ ਨਾ ਕੋਈ ਸ਼ਾਰਟਕਟ ਹੈ, ਨਾ ਕੁਝ ਹੋਰ ਹੈ। ਇੱਕ ਚੀਜ਼ ਕਰਨੀ ਹੈ ਔਰ ਉਹਦੇ ਨਾਲ ਤੁਹਾਨੂੰ ਸੰਪੂਰਨ ਹੱਲ ਮਿਲੇਗਾ। ਕੀ ਹੈ ਉਹ? ਮੈਂ ਕਹਿੰਦਾ ਸੀ ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ। ਸਰਕਾਰ ਤੁਹਾਡੇ ਦੁਆਰ। ਕਿੱਦਾਂ ਬਈ? ਅਫਸਰ ਜਾਊਗਾ ਨਾ, ਪੋਰਟਲ, ਦੁਨੀਆ ਦੇ ਜਿੰਨੇ ਵਿਕਸਿਤ ਮੁਲਕ ਨੇ ਦੇਖ ਲਓ, ਕਿਤੇ ਕਿਸੇ ਨੇ ਸਰਟੀਫਿਕੇਟ ਲੈਣਾ, ਘਰੇ ਮਾਰਦਾ 5 ਟਕ 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 ਟਕ, ਬਰਥ ਸਰਟੀਫਿਕੇਟ ਘਰੇ ਪਹੁੰਚ ਜਾਂਦਾ, ਟਕ 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 ਟਕ, ਲਾਇਸੈਂਸ ਘਰੇ ਪਹੁੰਚ ਜਾਂਦਾ, ਆ ਅਪਲਾਈ ਆ ਰੱਖਿਆ, ਪਾਸਪੋਰਟ ਘਰੇ ਪਹੁੰਚ ਜਾਂਦਾ। ਇੱਥੋਂ ਤੱਕ ਕਿ ਜਿਹੜੀ ਸਿੰਗਲ ਵਿੰਡੋ ਸਿਸਟਮ ਹੈ, ਜਿਹਦਾ ਮੈਂ ਰੌਲਾ ਪਾਉਂਦਾ ਰਿਹਾ, ਜਿਹੜੀ ਬਿਊਰੋਕਰੈਟਿਕ ਹੱਥਾਂ ਦੇ ਵਿੱਚ ਖੇਡਦੀ ਹੈ, ਇੱਕ ਸਿੰਗਲ ਵਿੰਡੋ ਕਹਿੰਦੇ ਆ ਤੇ ਪਿੱਛੇ 25 ਸਿੰਗਲ ਵਿੰਡੋਆਂ ਨਾਲ ਖੁੱਲ ਜਾਂਦੀਆਂ ਨੇ। ਉਹ ਕਹਿੰਦਾ ਲਿਆ ਵੀ ਸਾਡੇ ਕੋਲ ਲਿਆ, ਲਿਆ ਸਾਡੇ ਕੋਲ ਲਿਆ, ਸਾਡੇ ਕੋਲ ਲਿਆ, ਸਾਨੂੰ ਦੇ। ਮਿੱਤਰ ਪਿਆਰੇ, ਅਗਰ ਗਵਰਨੈਂਸ ਕੋਈ ਕਰ ਦਵੇ ਤੇ ਇਹ ਅਫਸਰਸ਼ਾਹੀ ਦਾ ਇੰਟਰਫੇਸ ਮੁੱਕ ਜਾਂਦਾ, ਮੁੱਕ ਜਾਂਦਾ। ਭਾਵੇਂ ਸਿੰਗਲ ਵਿੰਡੋ ਸਿਸਟਮ ਹੋਵੇ, ਭਾਵੇਂ ਤੁਹਾਡਾ ਕੋਈ ਸਰਟੀਫਿਕੇਟ ਹੋਵੇ, ਭਾਵੇਂ ਤੁਹਾਡਾ ਕੋਈ ਕੰਮ ਹੋਵੇ,
ਇੱਥੇ ਤੱਕ ਕਿ ਤੁਹਾਡੇ ਨਕਸ਼ੇ 45 ਦਿਨ ਤੁਸੀਂ ਆਪਣੇ ਆਰਕੀਟੈਕਟ ਤੋਂ ਬਣਾ ਕੇ ਭੇਜੋ, ਤੇ ਜੇ 45 ਦਿਨ ਅਫਸਰ ਦਾ ਜਵਾਬ ਨਾ ਆਵੇ, ਡੀਮ ਟੂ ਬੀ ਪਾਸ ਹੋ ਜਾਊਗਾ। ਇਹ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਹੋਰ ਸੂਬਿਆਂ 'ਚ ਹਨ, ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਵਿਕਸਿਤ ਮੁਲਕਾਂ ਦੇ ਵਿੱਚ ਹਨ। ਅੱਜ ਵੀ ਮਿਊਨਿਸਪਲ ਕਮੇਟੀਆਂ 'ਚ ਜਾ ਕੇ ਲੋਕੀ ਖੱਜਲ ਖਰਾਬ ਹੁੰਦੇ ਆ ਤੇ ਕਿੰਨੇ ਕਿੰਨੇ ਪੈਸੇ ਦੇ ਕੇ ਉਹ ਕੰਮ ਕਰਾਉਂਦੇ ਆ। ਉਹਨਾਂ ਦੀ ਆਦਤ ਬਣ ਗਈ ਉਹ ਕਰਨਾ। ਜਾਓ ਪਤਾ ਕਰੋ। ਤੇ ਜਿਹੜੇ ਲੋਕ ਉਹ ਕਰਾਉਂਦੇ ਆ ਉਹਨਾਂ ਦੀ ਵੀ ਆਦਤ ਬਣ ਗਈ ਹੈ ਵੀ ਜੇ ਕੋਈ ਮੰਤਰੀ ਆ ਕੇ ਇਹ ਜਿਹਾ ਸਿਸਟਮ ਲਿਆਉਣ ਦੀ ਕੋਸ਼ਿਸ਼ ਕਰਦਾ, ਉਹ ਸਾਰੇ ਚਟਾਨ ਵਾਂਗ ਖੜੇ ਹੋ ਜਾਂਦੇ ਨੇ, ਦੁਕਾਨਦਾਰੀ ਬੰਦ ਹੋ ਜਾਂਦੀ। ਹਾਈ ਕੋਰਟ ਕਹਿੰਦਾ ਇਹ ਜੇ 5-10 ਅਫਸਰ ਟੰਗ ਦਿਓ। ਆ ਬਿਲਡਿੰਗਾਂ ਜਿਹੜੀਆਂ ਤੁਸੀਂ ਗੱਲ ਕੀਤੀ ਹੈ ਮਹਾਰਾਜ ਜੀ, ਇਹ ਬਿਲਡਿੰਗ ਕੋਈ ਪਿੰਨ ਨਹੀਂ ਹੈ। ਇਸ ਗੱਲ ਨੂੰ ਸਮਝੋ, ਇਹ ਕੋਈ ਪਿੰਨ ਨਹੀਂ ਹੈ ਜਿਹੜੀ ਤੂੜੀ ਦੇ ਕੁੱਪ 'ਚ ਪਾਤੀ ਔਰ ਲੱਭਣੀ ਨਹੀਂ। ਇੱਕ ਇੰਸਪੈਕਟਰ ਅੱਧੇ ਕਿਲੋਮੀਟਰ ਦੇ ਏਰੀਏ ਦਾ ਇੰਚਾਰਜ ਹੈ, ਉੱਥੇ ਇੱਕ 4 ਮੰਜ਼ਲਾ ਬਿਲਡਿੰਗ ਖੜੀ ਹੋ ਰਹੀ ਹੈ ਔਰ ਉਹ ਰਿਪੋਰਟ ਨਹੀਂ ਕਰਦਾ। ਉਹ ਮਹੀਨਾ ਲੈਂਦਾ, ਉਹਨੂੰ ਕੋਈ ਪੁੱਛਣ ਵਾਲਾ ਨਹੀਂ, ਉਹ ਮਹੀਨਾ ਲੈ ਕੇ ਉੱਤੇ ਦਿੰਦਾ। ਤੇ ਫਿਰ ਕਿੱਦਾਂ ਸੰਭਰੂ ਸਿਸਟਮ? ਸਿਮਰਨ ਜੇ ਸਮਾਰਨਾ ਹੈ ਉੱਤੇ ਲਿਆ ਦੋ ਬੰਦਾ, ਕੋਈ ਲਿਆਓ ਜੀ ਤੇ ਭਰੋਸਾ ਹੋਵੇ। ਫਿਰ ਇਹ ਨਾ ਕਹੋ ਜੋ ਭਾਜੀ ਕਹਿ ਰਹੇ ਨੇ, ਫਿਰ ਇਹ ਨਾ ਕਹੋ ਜੀ ਵੀ ਲਿਖਤੀ ਦਿਓ। ਕਰਨਾਟਕਾ ਨੇ ਲਿਖਤੀ ਦਿਆ ਸੀ ਵੀ ਜੀ ਅਸੀਂ ਇਹਨੂੰ ਰਿਟਨ ਡਾਕੂਮੈਂਟ ਬਣਾਉਣੇ ਆ ਲੀਗਲ। ਫਿਰ ਕੀ ਪੂਛ ਫੜ ਲਈ ਗਏ ਨੇ, 100 ਵਾਅਦਿਆਂ ਤੋਂ ਮੁੱਕਰ ਗਏ। ਉਹ ਲਿਖਤੀ ਲੈਣ ਨਾਲੋਂ ਬੰਦੇ ਦਾ ਇਤਿਹਾਸ ਦੇਖੋ 20 ਸਾਲ ਦਾ, ਪੋਤੜੇ ਖੋਲ ਦਿੰਦੇ ਲੋਕ। ਉਹਦਾ ਕਿਰਦਾਰ ਦੇਖੋ 20 ਸਾਲ ਦਾ। 20 ਦਾ ਨਹੀਂ ਦੇਖਣਾ, 15 ਦਾ ਹੀ ਦੇਖ ਲਓ, 10 ਦਾ ਹੀ ਦੇਖ ਲਓ, ਤੇ ਦੇਖੋ ਬੰਦਾ ਕਰਦਾ ਕੀ ਰਿਹਾ। ਤੇ ਜੇ ਉਹ ਭਰੋਸੇਯੋਗ ਹੈ, ਜਿਹੜਾ ਵਾਅਦੇ ਕਰੇ ਸੌਹਾਂ ਖਾਏ, ਸਮਝ ਲੈਣਾ ਝੂਠਾ ਹੈ। ਤੇ ਗੁਰੂ ਗੋਬਿੰਦ ਸਿੰਘ ਦੇ ਵਾਕ ਨੇ, ਜਿਹੜਾ ਜ਼ਬਾਨ ਤੇ ਖੜੇ ਸਮਝ ਲੈਣਾ ਸੱਚਾ ਹੈ। ਇਹੀ ਭਗਵਾਨ ਰਾਮ ਕਹਿ ਗਏ, ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 52 ਆਦੇਸ਼ ਕੀ ਹੈ ਉਹਦੇ 'ਚ? ਬੰਦਾ ਉਹ ਚੰਗਾ ਜਿਹੜਾ ਜ਼ਬਾਨ ਦਾ ਪੱਕਾ, ਔਰਤ ਉਹ ਚੰਗੀ ਜਿਹਦੀ ਅੱਖ 'ਚ ਸ਼ਰਮ ਤੇ ਹਯਾ। ਇਹ ਕੀ ਨੇ? ਇਹ ਕੋਈ ਫਲਸਫੇ ਨਹੀਂ ਸਾਹਿਬ, ਇਹ ਸੰਸਥਾ ਸਰੂਪ ਪੀੜ੍ਹੀ ਦਰ ਪੀੜ੍ਹੀ ਸਾਨੂੰ ਉਪਦੇਸ਼ ਦੇ ਰਹੇ ਨੇ। ਇਸ ਕਰਕੇ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ। ਮੈਂ ਲੋਕਾਂ ਦੀ ਅਦਾਲਤ 'ਚ ਲੜਦਾ, ਲੋਕਾਂ ਦੇ ਮਨਾਂ 'ਚ ਲੜਦਾ। ਅੱਤਵਾਦ ਉਦੋਂ ਤੱਕ ਨਹੀਂ ਗਿਆ ਜਦ ਤੱਕ ਪੰਜਾਬ ਦੇ ਲੋਕ ਨਹੀਂ ਉੱਠੇ। ਇਹ ਲੋਕਾਂ ਦੇ ਮਨਾਂ 'ਚ ਲੜਨ ਵਾਲੀ ਲੜਾਈ ਹੈ ਮਹਾਰਾਜ। ਮੇਰੇ ਨਿੱਜੀ ਸਵਾਰਥ ਦੀ ਕੋਈ ਲੜਾਈ ਨਹੀਂ। ਮੇਰੀ ਘਰ ਵਾਲੀ ਨੇ ਭਗਾ ਕੇ ਮਾਰੀ ਵੇਅਰ ਹਾਊਸਿੰਗ। ਮੇਰੇ ਪੁੱਤਰ ਨੂੰ ਜਾਣ ਕੇ ਮੈਨੂੰ ਕਾਣਾ ਕਰਨ ਦੇ ਲਈ ਅਸਿਸਟੈਂਟ ਐਡਵੋਕੇਟ ਜਨਰਲ ਬਣਾਇਆ ਗਿਆ, ਭਗਾ ਕੇ ਮਾਰਿਆ ਉਹਨੇ। ਸਮਝੇ ਨਹੀਂ? ਇਹ ਅਹੁਦਿਆਂ ਦੀ ਲੜਾਈ ਨਹੀਂ, ਇਹ ਅਗਲੇ ਇਲੈਕਸ਼ਨ ਦੀ ਲੜਾਈ ਨਹੀਂ, ਇਹ ਪੰਜਾਬ ਦੀ ਅਗਲੀ ਪੀੜ੍ਹੀ ਦੀ ਲੜਾਈ ਹੈ ਸਰਦਾਰ ਸਾਹਿਬ, ਅਗਲੀ ਪੀੜ੍ਹੀ ਦੀ ਲੜਾਈ। ਅਗਲਾ ਸਵਾਲ ਜਨਾਬ। मैं ਸਰ जीके सिंह 86 बैच सिविल अफसर ਜੀ ਕਈ ਜ਼ਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਰਿਹਾ ਹਾਂ। ਜਦ ਵੀ ਕਦੀ ਦੇਸ਼ ਵਿੱਚ ਸਾਡੇ 'ਚ ਸੰਭਾਵਨਾ ਬਣੀਆਂ ਤਬਦੀਲੀ ਦੀ, ਉਹ ਪੰਜਾਬ ਤੋਂ ਸ਼ੁਰੂਆਤ ਹੋਈ। ਬਿਲਕੁਲ ਠੀਕ। ਤੋ ਹੁਣ ਪੰਜਾਬੀਆਂ ਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਅਗਵਾਈ ਮਿਲੀ ਹੈ ਤੇ ਹੁਣ ਨਵੀਂ ਸੰਭਾਵਨਾ ਬਣੂ। ਦੇਸ਼ ਵਿੱਚ ਚੰਗੀ ਸਿਆਸਤ ਦੀ, ਇਮਾਨਦਾਰ ਸਿਆਸਤ ਦੀ ਸ਼ੁਰੂਆਤ ਹੋਏਗੀ। ਮੇਰੇ ਸਵਾਲ ਨਹੀਂ ਹੈ, ਮੇਰੀਆਂ ਚਿੰਤਾਵਾਂ ਹੀ ਨੇ ਦੋ, ਜਿਹੜੀਆਂ ਪ੍ਰੋਫੈਸਰ ਮਨਜੀਤ ਸਿੰਘ ਬਰਾੜ ਜ਼ਿਕਰ ਕੀਤਾ ਸੀ। ਪੰਜਾਬ ਦੇ ਵਿੱਚੋਂ ਹਰ ਸਾਲ 1 ਲੱਖ ਨੌਜਵਾਨ ਛੱਡ ਰਿਹਾ। ਪਿਛਲੇ 5-7-10 ਸਾਲਾਂ 'ਚ ਪਹਿਲੀ ਵਾਰੀ ਹੋਇਆ ਕਿ ਜੱਟ ਜ਼ਮੀਨ ਵੇਚ ਕੇ ਕੈਨੇਡਾ ਜਾ ਰਿਹਾ। ਬਹੁਤ ਸਹੀ ਗੱਲ। ਜੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ, ਕੁੱਲ ਮਿਲਾ ਕੇ 1 ਲੱਖ ਜਾ ਰਿਹਾ, ਉਹਨਾਂ ਦੇ ਪੇਰੈਂਟਸ ਜਾ ਰਹੇ ਨੇ, 1.5-2 ਲੱਖ ਦੀ ਬਣ ਜਾਂਦੀ ਹੈ ਗਿਣਤੀ। ਅਗਲੇ 10 ਸਾਲਾਂ 'ਚ 25 ਲੱਖ ਲੋਕ ਪੰਜਾਬ ਛੱਡ ਜਾਣਗੇ। ਇਹ ਜਿਹੜਾ ਪੰਜਾਬ ਉੱਜੜ ਰਿਹਾ ਤੇ ਜਿਹੜਾ ਪੰਜਾਬ ਅਸੀਂ ਬਣਾਇਆ ਸੀ, ਤੇ ਇਹ ਵੀ ਸੰਭਾਵਨਾ ਹੈ ਕਿ ਅਗਲੇ 10 ਸਾਲਾਂ 'ਚ ਇਹ ਸਿੱਖ ਮਿਨੋਰਿਟੀ ਸਟੇਟ ਹੋ ਜਾਊਗਾ, ਜਿਹੜਾ ਦੇਸ਼ ਦੀ ਡਾਇਵਰਸਿਟੀ ਲਈ ਵੀ ਖਤਰਨਾਕ ਹੈ। ਬਿਲਕੁਲ। ਇੱਕ ਕਸ਼ਮੀਰ ਆ ਜਿੱਥੇ ਮੁਸਲਮਾਨ ਮੈਜੋਰਿਟੀ 'ਚ ਨੇ, ਇੱਕ ਪੰਜਾਬ। ਕਸ਼ਮੀਰ 'ਚ ਤਾਂ ਕੋਈ ਬਾਹਰ ਨਹੀਂ ਜਾ ਰਿਹਾ, ਪੰਜਾਬ 'ਚੋਂ ਸਾਰੇ ਬਾਹਰ ਜਾ ਰਹੇ। ਇਹ ਸਾਡੀ ਚਿੰਤਾ ਦਾ ਵਿਸ਼ਾ। ਇਹਦੇ ਲਈ ਕੀ ਰੋਡ ਮੈਪ ਹੈ,
ਕਿਵੇਂ ਨੌਜਵਾਨਾਂ ਨੂੰ ਇਹ ਜਿਹੜੇ ਜਾ ਰਹੇ ਨੇ ਬਾਹਰ, ਜਿਹੜੀ ਆਈਲੈਟਸ ਦੀ ਗੱਲ ਹੋਈ ਹੈ, ਬਠਿੰਡੇ ਖੁੱਲੇ ਨੇ, ਮੈਂ ਬਠਿੰਡੇ ਪੜ੍ਹਿਆ ਇੰਦਰਾ ਕਾਲਜ 'ਚ। ਕਦੀ ਜਦੋਂ ਉੱਥੇ ਬਾਹਰ ਜਾਣ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਯਾਰ ਕਮਾਲ ਹੈ ਤੁਸੀਂ ਬਾਹਰ ਜਾ ਰਹੇ ਹੋ 20 ਸਾਲ ਪਹਿਲਾਂ। ਇਹ ਇੱਕ ਚਿੰਤਾ ਦਾ ਵਿਸ਼ਾ, ਇਹਦਾ ਰੋਡ ਮੈਪ ਤੁਹਾਨੂੰ ਸੋਚਣਾ ਪਊ। ਸੈਕੰਡ ਹੈਗਾ ਸਿਹਤ ਤੇ ਸਿੱਖਿਆ ਦਾ। ਬਠਿੰਡੇ ਵੱਲ ਕਹਿੰਦੇ ਸੀ ਜੇ ਕੋਈ ਕਚਹਿਰੀ ਤੋਂ ਬਚ ਜੇ ਜੱਟ ਬਚ ਜੂ। ਹੁਣ ਕਚਹਿਰੀ ਤਾਂ ਸਸਤੀ ਹੈ, ਡਾਕਟਰ ਮਹਿੰਗੇ ਨੇ। ਹੁਣ ਇਹ ਕਹਿੰਦੇ ਕਿ ਜੇ ਕੋਈ ਡਾਕਟਰ ਤੋਂ ਬਚ ਜੇ ਉਹਦੀ ਬੱਚਤ ਹੈ। ਇੰਨਾ ਮਹਿੰਗਾ ਇਲਾਜ ਆ, ਸੋਚ ਨਹੀਂ ਸਕਦੇ। ਦਵਾਈਆਂ ਇੰਨੀਆਂ ਮਹਿੰਗੀਆਂ ਨੇ, ਹੈਰਾਨੀ ਹੁੰਦੀ ਆ ਵੀ ਦਵਾਈਆਂ ਦੀਆਂ ਦੁਕਾਨਾਂ ਤੇ ਲਾਈਨਾਂ ਲੱਗੀਆਂ। ਅੱਜ ਨੂੰ ਸਵੇਰ ਦੇਖੋ, ਸਿਹਤ ਤੇ ਸਿੱਖਿਆ ਇਹਦੇ ਵਿੱਚ ਸਾਡਾ ਪਿੱਛੇ ਜਦ ਹਿਊਮਨ ਰਿਸੋਰਸ ਮਿਨਿਸਟਰ ਸੀਗੇ ਅਰਜੁਨ ਸਿੰਘ ਜੀ, ਉਹਨਾਂ ਨੇ ਸ਼ਾਰਟ ਕਰ ਦਿਆ, ਕੋਈ ਨਹੀਂ ਉਹਨਾਂ ਨੇ ਇੱਕ ਸਰਵੇ ਕਰਾਇਆ ਸੀ। ਉਹ ਸਰਵੇ ਦੇ ਵਿੱਚ ਗ੍ਰੋਸ ਇਨਰੋਲਮੈਂਟ ਰੇਸ਼ੋ ਕੱਢੀ ਸੀ ਕਿ 11ਵੀਂ 12ਵੀਂ ਤੋਂ ਬਾਅਦ ਕਿੰਨੇ ਨੌਜਵਾਨ ਹੈ ਜਿਹੜੇ ਹਾਇਰ ਐਜੂਕੇਸ਼ਨ ਲਈ ਜਾਂਦੇ ਨੇ। ਉਹਦਾ ਆਇਆ ਸੀ ਕਿ 12 ਨੌਜਵਾਨ ਜਾਂਦੇ 100 ਚੋਂ। ਤੁਹਾਨੂੰ ਹੈਰਾਨੀ ਹੋਏਗੀ ਪੰਜਾਬ ਦੇ 18 ਜ਼ਿਲ੍ਹੇ, ਮੈਂ ਸਪੈਸ਼ਲ ਸੈਕਟਰੀ ਰਿਹਾ ਹਾਇਰ ਐਜੂਕੇਸ਼ਨ ਦਾ, 18 ਜ਼ਿਲ੍ਹੇ 12 ਤੋਂ ਘੱਟ ਸੀ। ਕਈ ਜ਼ਿਲ੍ਹਿਆਂ ਤੋਂ 7 ਹੀ ਜਾਂਦੇ ਸੀ। ਸੋ ਸਾਡੀ ਸਿੱਖਿਆ ਜਿਹੜੀ ਹੈਗੀ, ਫਿਰ ਉਹ ਭਾਰਤ ਸਰਕਾਰ ਨੇ ਕਾਲਜ ਕੇ ਖੋਲ੍ਹੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ, ਸਰਕਾਰੀ ਕਾਲਜ, ਉਹ ਮਾੜਾ ਹੀ ਹਾਲ ਹੈਗਾ। ਸੋ ਸਾਡਾ ਰੋਡ ਮੈਪ ਕੀ ਹੈ, ਅੱਗੋਂ ਅਸੀਂ ਕੀ ਕਰਨਾ ਚਾਹੁੰਦੇ ਹਾਂ। ਡਿਸਪੈਂਸਰੀਆਂ 'ਚ ਡਾਕਟਰ ਨਹੀਂ ਹੈ। ਇਹ ਦੋ ਗੱਲਾਂ ਜਿਹੜੀਆਂ, ਦੋ ਚਿੰਤਾਵਾਂ ਮੇਰੀਆਂ ਤੁਹਾਡੀਆਂ ਸਾਰਿਆਂ ਦੀਆਂ ਸਾਂਝੀਆਂ ਨੇ ਚਿੰਤਾਵਾਂ। ਇਹਨਾਂ ਚਿੰਤਾਵਾਂ ਦੇ ਉੱਤੇ ਸਾਨੂੰ ਅਮਲ ਕਰਨਾ ਪਊ, ਇਹਦਾ ਰੋਡ ਮੈਪ ਬਣਾਉਣਾ ਪਊ। ਇਹ ਹਾਂਜੀ ਹਾਂ, ਇਹ ਉੱਚੀ ਬੋਲ ਦੋ। ਬਹੁਤ ਹੀ ਵਧੀਆ ਸਵਾਲ ਹੈ, ਬਹੁਤ ਹੀ ਅਹਿਮ, ਸਭ ਤੋਂ ਵੱਡਾ ਸਵਾਲ ਹੈ ਅੱਜ। ਸਾਰੀ ਕਿ ਸਵਾਲ ਬੜੇ ਛੋਟੇ ਰੱਖੋ ਤਾਂ ਕਿ ਜਵਾਬ ਦੇਣ 'ਚ ਟਾਈਮ ਮਿਲੇ, ਨਹੀਂ ਤੇ ਲੰਬੀ ਸਪੀਚ ਸਾਡੀ ਚੱਲੀ। ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਕਦੇ ਕਦੇ ਤੇ ਇਹੋ ਜਿਹਾ ਮੌਕਾ ਮਿਲਦਾ ਸੱਚ ਬੋਲਣ ਦਾ। ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਇੱਕ ਗੱਲ ਕਹੀ ਸੀ, ਪੰਜਾਬ ਦੇ ਤੇ ਚੰਡੀਗੜ੍ਹ ਦੇ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਬੰਦ ਪਏ ਆ ਇਸ ਵੇਲੇ। ਉਹ ਇਸ ਲਈ ਬੰਦ ਹੈ ਵੀ ਜਿਹੜਾ 7th ਪੇ ਕਮਿਸ਼ਨ ਹੈ ਉਹ ਕਾਲਜਾਂ ਨੂੰ ਮਿਲਣਾ ਚਾਹੀਦਾ, ਟੀਚਰਸ ਨੂੰ ਮਿਲਣਾ ਚਾਹੀਦਾ, ਤੇ UGC ਨੇ ਪੈਸੇ ਦੇਣੇ ਉਹਦੇ 'ਚੋਂ ਬਹੁਤ ਸਾਰੇ, ਅਸੀਂ ਉਹ ਵੀ ਲੂਜ਼ ਕਰ ਰਹੇ ਹਾਂ। ਤੇ ਦੂਜਾ, ਅਸੀਂ ਡੀਲਿੰਕ ਕਰਨ ਲੱਗੇ ਹੋਏ ਹਾਂ UGC ਨਾਲੋਂ। ਸਾਡੇ ਬੱਚੇ ਜਿਹੜੇ ਇੱਥੋਂ ਪੜ੍ਹਨਗੇ ਉਹਨਾਂ ਦੀ ਡਿਗਰੀ ਪੰਜਾਬ ਦੇ ਅੰਦਰ ਹੀ ਰਹੂਗੀ, ਬਾਹਰ ਕਿਤੇ ਨਹੀਂ ਹੋਣੀ। ਇਹਦੇ ਬਾਰੇ ਵੀ ਅੱਗੇ ਸੋਚੋ। ਮੇਰਾ ਖਿਆਲ ਇਹ ਹੈ ਵੀ ਪੰਜਾਬ ਸਰਕਾਰ ਨੇ ਵੀ ਤੁਹਾਡੀ ਨਹੀਂ ਸੁਣੀ, ਕਿਉਂਕਿ ਮੁੱਖ ਮੰਤਰੀ ਸਾਹਿਬ ਉੱਥੇ ਬੈਠੇ ਸੀ। ਮੈਂ ਤੁਹਾਨੂੰ ਸ਼ੁਰੂ 'ਚ ਹੀ ਕਿਹਾ ਸੀ, ਔਰ ਬੜਾ ਛਾਤੀ ਠੋਕ ਕੇ ਕਿਹਾ ਸੀ ਭਾਜੀ, ਕਿ ਲਾਅ ਐਂਡ ਆਰਡਰ ਨੂੰ ਛੱਡ ਕੇ, ਡਰੱਗਸ ਤੇ ਬੇਅਦਬੀ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਪੰਜਾਬ ਦੀ ਇਨਕਮ 'ਚ ਛੁਪਿਆ। ਕਿਹਾ ਸੀ। ਲਓ ਹੁਣ ਮੈਂ ਤੁਹਾਨੂੰ ਇਹ ਦੱਸਦਾ। ਵੇਖੋ, ਇੱਥੇ ਕਹਾਣੀ ਸੁਣਾਉਣੀ ਬਣਦੀ ਹੈ। ਮਾਓ ਜ਼ੇ ਤੁੰਗ ਜਿਹਨੇ ਰੈਡ ਆਰਮੀ ਸਿਰਜੀ, ਉਹਦੀ ਇੱਕ ਛੋਟੀ ਜਿਹੀ ਕਹਾਣੀ ਮੈਨੂੰ ਅੱਜ ਤੱਕ ਬੜੀ ਭਾਉਂਦੀ ਹੈ। ਜਦੋਂ ਛੋਟਾ ਸੀ ਤੇ ਉਹਦੀ ਮਾਂ ਨੇ ਉਹਨੂੰ ਇਹ ਕਿਹਾ ਕਿ ਬੇਟਾ ਮੈਂ 2 ਹਫ਼ਤੇ ਲਈ ਜਾ ਰਹੀ ਹਾਂ, ਤੂੰ ਬਗੀਚੇ ਦਾ ਖਿਆਲ ਰੱਖੀ, ਬਗੀਚੇ ਨੂੰ ਸੀਂਚ ਕੇ ਰੱਖੀ। ਉਹ ਕਹਿੰਦਾ ਠੀਕ ਹੈ ਮਾਂ, ਫਰਮਾ ਬਰਦਾਰ ਸੀ। 2 ਹਫ਼ਤੇ ਬਾਅਦ ਜਦੋਂ ਮਾਂ ਆਈ ਤੇ ਬਗੀਚਾ ਉਜੜਿਆ ਪਿਆ ਸੀ, ਪੇੜ ਸੁੱਕੇ ਪਏ ਸੀ। ਉਹਨੇ ਕਿਹਾ ਪੁੱਤਰ, ਮੈਂ ਤੈਨੂੰ ਕਿਹਾ ਸੀ ਵੀ ਤੂੰ ਪਾਣੀ ਪੂਣੀ ਦਿੰਦਾ ਰਹੀ, ਤੂੰ ਕਿੱਥੇ ਪਾਣੀ ਕੀ ਕੀਤਾ? ਕਹਿੰਦਾ ਮੈਂ ਦਿੱਤਾ ਰੋਜ਼ ਪਾਣੀ। ਕਹਿੰਦੀ ਕਿੱਥੇ ਪਾਣੀ ਦਿੱਤਾ? ਕਹਿੰਦਾ ਮੈਂ ਪੱਤਿਆਂ ਨੂੰ ਪਾਣੀ ਦਿੰਦਾ ਸੀ ਰੋਜ਼। ਮਾਂ, ਜੜ ਨੂੰ ਪਾਣੀ ਦਿੱਤਾ ਹੁੰਦਾ ਤੇ ਤਣੇ ਤੱਕ ਜਾਂਦਾ, ਤਣੇ ਤੱਕ ਜਾਂਦਾ ਤੇ ਅੱਗੇ ਹਰ ਸ਼ਾਖ ਤੱਕ ਜਾਂਦਾ, ਸ਼ਾਖ ਤੱਕ ਜਾਂਦਾ ਤੇ ਪੱਤਿਆਂ ਤੱਕ ਜਾਂਦਾ, ਪੱਤਿਆਂ ਤੱਕ ਜਾਂਦਾ ਤੇ ਫਲ ਨੂੰ ਵੀ ਜਾਂਦਾ। ਸਮਝੋ ਸਾਹਿਬ, ਸਾਡੀ ਜੜ ਸੁੱਕ ਗਈ। ਜੜ ਨੂੰ ਪਾਣੀ ਕੋਈ ਨਹੀਂ ਦਿੰਦਾ, ਜੜ ਨੂੰ ਪਾਣੀ ਕੋਈ ਨਹੀਂ ਦਿੰਦਾ। ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਹੈਲਥ ਸਿਸਟਮ ਦਾ ਰਿਸਪੌਂਸ ਸਰ ਕਦੋਂ ਆਉਂਦਾ? ਹੈਲਥ ਸਿਸਟਮ ਦਾ ਰਿਸਪੌਂਸ 20-25 ਸਾਲਾਂ ਬਾਅਦ ਆਉਂਦਾ ਹੈ।
ਮੁਲਕ ਦੇਖੋ, ਕੋਈ 8%, ਕੋਈ 9%, ਕੋਈ 12%, ਇਹੋ ਜਿਹੇ ਮੁਲਕ ਨੇ ਜਿਹੜੇ 21% ਹੈਲਥ ਤੇ ਲਾਉਂਦੇ ਆ। ਤੇ ਪੰਜਾਬ ਦਾ ਵੇਖੋ ਕਿੰਨਾ, ਦੇਖੋ ਪਤਾ ਲੱਗੂ ਤੁਹਾਨੂੰ। 5 ਵੇਖੋ। ਸਵਾਲ ਇਹ ਹੈ ਕਿ ਸਿੱਖਿਆ ਦਾ ਮਿਆਰ ਉੱਚਾ ਆ ਸਕਦਾ ਹੈ, ਪਰ ਜਦੋਂ ਤੁਹਾਡਾ ਸਿੱਖਿਅਕ ਹੀ ਸੜਕਾਂ ਤੇ ਬੈਠਾ ਹੈ, ਉਹ ਕੀ ਸਿੱਖਿਆ ਦਊ? ਤੇ ਤੁਹਾਡੀ ਫੈਕਲਟੀ ਦੀ ਕੁਆਲਿਟੀ ਕੀ ਹੈ? ਮਹਾਰਾਜ, ਪੰਜਾਬ ਦਾ ਅਗਰ ਕੋਈ ਮਾਪਦੰਡ ਹੋਣਾ ਚਾਹੀਦਾ ਕਿ ਜਿੱਦਣ ਰਿਕਸ਼ੇ ਵਾਲੇ ਦਾ ਜਵਾਕ ਸਰਕਾਰੀ ਸਕੂਲ 'ਚ ਪੜ੍ਹ ਕੇ IAS ਅਫਸਰ ਬਣ ਜੂ, ਤੇ ਜਿੱਦਣ ਕਿਸੇ ਗਰੀਬ ਦਾ ਬੱਚਾ ਜਾ ਕੇ ਫ੍ਰੀ ਇਲਾਜ ਕੈਂਸਰ ਦਾ ਕਰਾ ਲੂ, ਉਦਣ ਪੰਜਾਬ ਸਿਰਜਿਆ ਜਾਊ। ਲੇਕਿਨ ਤੁਸੀਂ ਦੇਖੋ, ਆਕਸੀਜਨ ਸਿਲੰਡਰਾਂ ਕਰਕੇ ਲੋਕ ਮਰ ਰਹੇ ਹੈ, ਟਰੋਮਾ ਸੈਂਟਰ ਨਹੀਂ, ਸੈਸ ਲੱਗ ਰਹੇ ਹੈ, ਲੇਕਿਨ ਟਰੋਮਾ ਸੈਂਟਰ ਹੈ ਨਹੀਂ ਸੜਕਾਂ ਤੇ, ਲੋਕ ਸ਼ੌਕ 'ਚ ਮਰ ਜਾਂਦੇ ਆ। ਆ ਮੈਂ ਪਿੱਛੇ ਜੇ ਇੱਕ ਮੁੰਡਾ ਚੁੱਕ ਕੇ ਲੈ ਕੇ ਗਿਆ ਸੀ ਹਸਪਤਾਲ 'ਚ, ਤੇ ਉਹ ਗੱਡੀ 'ਚ ਬੈਠਾ ਸੀ, ਸ਼ੌਕ 'ਚ ਸੀ, ਉਹਦੇ ਐਕਸੀਡੈਂਟ ਹੋਇਆ, ਇਕੱਲਾ ਹੈ, ਉਹ ਫੋਨ ਚੱਕਣ ਦੀ ਕੋਈ ਫੋਨ, 6 ਬੰਦੇ ਉਹਦੇ ਆਲੇ ਦੁਆਲੇ ਖੜ ਕੇ ਵੀਡੀਓ ਬਣਾ ਰਹੇ ਸੀ। ਚੁੱਕ ਕੇ ਲੈ ਕੇ ਗਿਆ, ਪਤਾ ਕਰ ਲਓ। ਉਹ ਕਹਿੰਦੇ ਸਿੱਧੂ ਸਾਹਿਬ ਕੋਈ ਨਹੀਂ, ਸ਼ੌਕ 'ਚ ਗਿਆ, ਇਹਨੂੰ ਸ਼ੌਕ 'ਚੋਂ ਕੱਢ ਲਾਂਗੇ, ਜੇ 2-4 ਘੰਟੇ ਹੋਰ ਹੋ ਜਾਂਦੇ ਇਹਨੇ ਖਤਮ ਹੋ ਜਾਣਾ ਸੀ। ਸਵਾਲ ਇਹ ਹੈ ਸਾਹਿਬ ਕਿ ਅਸੀਂ ਨਿੱਜੀ ਮਫਾਦ ਦੇ ਲਈ, ਸੈਲਫਿਸ਼ ਵੈਸਟਡ ਇੰਟਰਸਟ ਦੇ ਲਈ, ਅਸੀਂ ਪੰਜਾਬ ਦੇ ਹਰ ਰਿਸੋਰਸ ਨੂੰ ਖਾ ਰਹੇ ਹਾਂ ਤੇ ਕਰਜ਼ਾ ਲੈ ਕੇ ਕਰਜ਼ਾ ਚਲਾ ਰਹੇ। ਇਹ ਕੱਲੀ ਹੈਲਥ ਹੋ ਨਹੀਂ, ਹੈਲਥ ਔਰ ਐਜੂਕੇਸ਼ਨ, ਇਹਦੇ ਨਾਲੋਂ ਵੀ ਇੰਪੋਰਟੈਂਟ ਇੱਕ 60% ਆਬਾਦੀ ਹੈ ਸਾਹਿਬ, ਕਿਸਾਨੀ। 60% ਆਬਾਦੀ ਹੈ ਕਿਸਾਨੀ, ਤੇ ਬਜਟ ਹੈ 13,000 ਕਰੋੜ। ਲੱਗਦਾ ਕਿੰਨਾ ਵਧੀਆ ਕਿ ਜੀ 13,000 ਕਰੋੜ ਰੁਪਈਏ ਦਾ ਬਜਟ ਹੈ, ਬੜਾ ਜ਼ਬਰਦਸਤ ਹੈ। 13,000 ਕਰੋੜ ਰੁਪਈਏ ਚੋਂ 7,000 ਕਰੋੜ ਸਬਸਿਡੀ ਜਾਂਦਾ ਜਨਾਬ, ਤੇ 7,000 ਕਰੋੜ ਤੋਂ ਬਾਅਦ 5,000 ਕਰੋੜ ਦੇ ਲਾਗੇ ਤਾਗੇ ਤਨਖਾਹਾਂ ਨੇ, ਤੇ ਬਚਿਆ ਕੀ? ਹਾਂਜੀ, ਸ਼ਿੱਕੂ, ਜਿਹੜਾ ਉਹ ਬਾਹਰ ਖੜਕਾਉਂਦੇ ਹੁੰਦੇ ਵਿਧਾਨ ਸਭਾ ਦੇ ਬਾਹਰ, ਉਹ ਵੀ ਸ਼ਿੱਕੂ ਹੀ ਨੇ, ਸਮਝਦੇ ਹੋ? ਇਹ ਸਮਝੋ ਇਸ ਗੱਲ ਨੂੰ। ਮੈਂ ਤਾਂ ਬਾਰ-ਬਾਰ ਰੋਂਦਾ ਰਿਹਾ, ਤਾਂ ਮੈਂ ਲੋਕਾਂ ਨੂੰ ਲੱਗਦਾ ਯਾਰ ਖਬਨੀ ਇਹ ਰੇਤੇ ਦੀ ਗੱਲ ਕਿਉਂ ਕਰਦਾ, ਖਬਨੀ ਇਹ ਫਲਾਨੀ ਗੱਲ ਕਿਉਂ ਕਰਦਾ, ਮੈਨੂੰ ਦੱਸ ਦੇਣ ਨਾ। ਇਹ ਕਹਿੰਦਾ ਕੇਜਰੀਵਾਲ ਕੇ ਜੀ ਇੱਥੇ ਨਕਲੀ ਕੇਜਰੀਵਾਲ ਫਿਰਦੇ ਆ, ਨਕਲੀ ਕੇਜਰੀਵਾਲ ਫਿਰਦੇ ਆ, ਮੇਰੀਆਂ ਕਾਪੀਆਂ ਕਰਦੇ। ਮੈਂ ਕਹਿੰਦਾ ਇੱਥੇ ਨਕਲੀ ਸਿੱਧੂ ਫਿਰਦੇ ਆ, ਜਾਂਦੇ ਆ ਫੋਟੋ ਸਟੇਟ ਦੀ ਦੁਕਾਨ ਤੇ ਖੜ ਕੇ ਕਾਪੀ ਮਾਰਦੇ ਆ, ਤੇ ਫਿਰ ਕਹਿੰਦੇ ਹਮ ਰੇਤੇ ਸੇ ਨਿਕਾਲेंगे। ਓਏ ਰੇਤੇ ਤੋਂ ਤਾਂ 2,000 ਨਹੀਂ ਨਿਕਲਦਾ। ਅੱਜ 250 ਕਰੋੜ ਸਾਡੀ ਸਰਕਾਰ ਨੇ ਕਰਾਇਆ, 40 ਉਹ ਕਰਾ ਗਏ 10-10 ਸਾਲ, 1 ਸਾਲ ਦਾ, ਤੇ ਤੂੰ ਕਿੱਥੋਂ ਦੇਂਗਾ? ਸ਼ਰਾਬ ਤਾਂ ਪ੍ਰਾਈਵੇਟਾਈਜ਼ ਕਰਤੀ। ਮੈਂ ਤੁਹਾਨੂੰ ਵੀਡੀਓ ਦਿਖਾਊਂ, ਨੰਗਾ ਕਰਕੇ ਨਾ ਖੜਾ ਕਰ ਦੂੰ ਚੌਂਕ 'ਚ। ਇਹ 40,000 ਕਰੋੜ ਰੁਪਈਆ ਇਹ 50 ਵੀ ਹੋ ਸਕਦਾ। ਤੁਸੀਂ ਦੇਖੋ ਇਨਵੈਸਟਮੈਂਟ ਦੀ ਗੱਲ ਭਾਜੀ, ਹੈਲਥ ਦੇ ਵਿੱਚ ਇਨਵੈਸਟ ਕਰਨ ਲਈ NRI ਵੀਰ, ਉਹਨਾਂ ਦੇ ਮੈਨੂੰ ਲੱਗਦਾ ਸਰੀਰ ਉੱਥੇ ਨੇ, ਲੇਕਿਨ ਉਹ ਪਿਛਲੀਆਂ ਪੀੜ੍ਹੀਆਂ ਦੇ ਜਿਹੜੇ ਗਏ ਆ, ਜੇ ਇੱਕ ਪੀੜ੍ਹੀ ਅਸੀਂ ਮਿਸ ਕਰਤੀ, ਉਹਨਾਂ ਦੀ ਰੂਹਾਂ ਇੱਥੇ ਨੇ, ਉਹਨਾਂ ਦੀਆਂ ਰੂਹਾਂ ਪੰਜਾਬ 'ਚ ਨੇ। ਲੱਖ ਕਹੋ, ਉਹ ਕਹਿੰਦੇ ਯਾਰ ਅਸੀਂ ਇੱਥੇ ਪੰਜਾਬ ਦਾ ਕੋਈ ਭਲਾ ਕਰਦੀ ਹੈ। ਜੇ ਉਹਨਾਂ ਦੇ ਬੱਚੇ ਹਾਏ ਬਾਏ ਸੀਆ ਕਰਦੇ, ਉਹਨਾਂ ਨੂੰ ਵੀ ਪੰਜਾਬੀ ਪੜ੍ਹਾਉਂਦੀ ਕੋਈ ਕਰਦੇ, ਪਰ ਪੰਜਾਬੀ ਉਹਨਾਂ ਦੀ ਜਾਲੀ ਜੀ ਹੈ, ਠੀਕ ਹੈ ਨਹੀਂ? ਉਹ ਜੇ ਕਿਤੇ ਵੱਡੇ ਹੋ ਗਏ, ਉਹਨਾਂ ਨੂੰ ਨਹੀਂ ਦਰਦ ਹੋਣਾ, ਲੇਕਿਨ ਤੁਸੀਂ ਉਹਨਾਂ ਨੂੰ ਇਨਵੈਸਟ ਕਰਨ ਦੀ ਥਾਂ ਦਿਓ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਇਸ ਗੱਲ ਨੂੰ ਸੁਣਿਓ ਭਾਜੀ ਧਿਆਨ। ਮੇਰਾ ਇੱਕ ਦੋਸਤ 4,000 ਕਰੋੜ ਰੁਪਏ ਇਨਵੈਸਟ ਕਰਨ ਆਇਆ, ਮੈਨੂੰ ਕਹਿੰਦਾ ਮੈਂ ਪਾਇਲਟ ਪ੍ਰੋਜੈਕਟ ਚਲਾਉਣਾ ਸਿੱਧੂ ਸਾਹਿਬ, ਤੇ ਮੈਂ ਪਹਿਲਾਂ 400 ਕਰੋੜ ਇਨਵੈਸਟ ਕਰੂੰਗਾ, ਤੇ ਮੈਂ ਦੇਖੂੰਗਾ ਕਿ ਇਹਦੇ ਚੋਂ ਕੀ ਨਿਕਲਦਾ, ਤੇ ਜੇ ਮੈਨੂੰ ਜ਼ਮੀਨ ਠੀਕ ਲੱਗੀ ਇੱਥੇ, ਤੇ ਮੈਂ 4,000 ਕਰੋੜ ਰੁਪਈਆ ਪਾਊਂਗਾ। ਔਰ ਇਹ ਉਹ ਵੱਡੀ ਫੰਡਿੰਗ ਹੈ ਜਿਹੜੀ ਨਾਲ ਆਪਣੇ ਹਜ਼ਾਰਾਂ ਨੌਕਰੀਆਂ ਲੈਂਦੀ ਹੈ। ਆ ਸੋਨਾਲੀਕਾ ਦੇਖ ਲਓ ਤੁਸੀਂ, 4-5 ਹਜ਼ਾਰ ਬੰਦਾ ਇੰਪਲੋਇਡ ਹੈ। ਇਹ ਖੇਤੀ ਨੂੰ ਚਾਹੀਦਾ, ਇਹ ਐਗਰੋ ਬੇਸਡ ਇੰਡਸਟਰੀ ਦੇ ਵਿੱਚ ਇਹ ਕਮਾਈ ਚਾਹੀਦੀ। ਉਹਨੇ ਰੀਨਿਊਏਬਲ એનર્ਜੀ ਦੇ ਵਿੱਚ ਪੈਸੇ ਲਾਉਣੇ ਸੀ 4-5 ਹਜ਼ਾਰ ਕੋਲ, ਖਰਬਾਪਤੀ ਬੰਦਾ। ਇਹ ਨਹੀਂ ਵੀ ਉਹਨੂੰ ਅਮਰੀਕਾ ਦੇ ਵਿੱਚ ਉੱਥੇ ਓਪਰਚੁਨਿਟੀ ਨਹੀਂ ਸੀ, ਉਹਨੂੰ ਬਹੁਤ ਓਪਰਚੁਨਿਟੀ, ਪਰ ਦਿਲ ਇੱਥੇ ਵਸਦਾ ਸੀ। ਗਲੀਆਂ 'ਚ ਸਾਡੇ ਨਾਲ ਖੇਡਿਆ, ਬੰਟੇ ਤੱਕ ਖੇਡਿਆ, ਤੇ ਉਹਨੂੰ ਇਹ ਪਿਆਰ ਸੀ ਇਹਨਾਂ ਗਲੀਆਂ ਦੇ ਨਾਲ। ਮੈਨੂੰ ਕਹਿੰਦਾ ਮੈਨੂੰ ਭੇਜ ਦੇ, ਇੱਕ ਕਿਸੇ ਬੰਦੇ ਕੋਲ ਭੇਜ ਦੇ। ਮੈਂ ਜੀ ਸਾਡੇ ਡਿਪਟੀ CM ਸੀ, ਉਹੀ CM ਸੀ ਉਦੋਂ, ਮੈਂ ਉਹਨਾਂ ਕੋਲ ਭੇਜਦਾ। ਹਾਂ ਮੈਨੂੰ ਭੇਜੇ 2 ਮਹੀਨਿਆਂ 'ਚ ਸਾਫਾ ਗਲ 'ਚ ਪਾਇਆ। ਮੈਨੂੰ ਕਹਿੰਦਾ ਯਾਰ ਜੇ ਮੈਂ 200 ਲਾਉਣ ਨੂੰ ਕਹਿੰਦਾ 100 ਪਹਿਲਾਂ ਮੰਗਦੇ
ਅਫਸਰ ਰੱਖੇ ਆ, ਕਹਿੰਦਾ ਉਹ ਅਫਸਰ ਮੰਗਦੇ ਆ, ਕਹਿੰਦਾ ਆਪ ਤੇ ਮੰਗਦੇ ਨਹੀਂ, ਪਰ ਉਹਨਾਂ ਨੂੰ ਕਹਿੰਦੇ ਇੱਥੋਂ ਦੇ ਇਹ ਸਿੰਗਲ ਵਿੰਡੋ ਸਿਸਟਮ, ਕਹਿੰਦਾ ਇਹਦੇ 25 ਵਿੰਡੋਆਂ ਨੇ। ਮੈਂ ਕਿਹਾ ਯਾਰ ਹੁਣ ਫਿਰ ਕੀ ਕਰੀਏ? ਕਹਿੰਦਾ ਮੈਂ ਤਾਂ ਚੱਲਿਆ ਵਾਪਸ। ਮੈਂ ਰੁਕ ਕਿ ਨਾਲ ਦਾ ਸੂਬਾ ਸੀ, ਮੈਂ ਨਾਂ ਨਹੀਂ ਲੈਣਾ ਕਿਉਂਕਿ ਫਿਰ ਬਾਤ ਦਾ ਪਤੰਗੜ ਬਣਾਉਂਦੇ ਆ ਲੋਕ, ਸਮਝੇ ਨੇ। ਮੈਂ ਫੋਨ ਕੀਤਾ ਉੱਥੇ ਚੀਫ ਸੈਕਟਰੀ ਨੂੰ, ਮੈਂ ਕਿਹਾ ਜੀ ਮੇਰਾ ਇੱਕ ਦੋਸਤ ਹੈ, ਹੀ ਵਾਂਟਸ ਟੂ ਇਨਵੈਸਟ। ਕਹਿੰਦੇ ਜੀ ਇਸ ਤਾਂ ਬੰਦੇ ਹੀ ਇਹ ਲੱਭਦੇ ਆ, ਭੇਜੋ। ਅਗਲੇ ਦਿਨ ਫੌਗ ਸੀ ਤੇ ਹਵਾਈ ਜਹਾਜ਼ ਉੱਡਿਆ ਨਹੀਂ। ਮੈਂ ਉਹਨੂੰ ਕਿਹਾ ਮਹਾਰਾਜ ਹਵਾਈ ਜਹਾਜ਼ ਨਹੀਂ ਉੱਡਿਆ, ਹੁਣ ਕੀ ਹੋਊ? ਉਹ ਕਹਿੰਦਾ ਜੀ ਅਸੀਂ ਅਗਲੇ ਹਫਤੇ ਦੀ 2 ਵਜੇ ਦੀ ਅਪਾਇੰਟਮੈਂਟ ਰੱਖਤੀ, ਜਿੱਦਣ ਆ ਗਿਆ ਉਦੋਂ ਠੀਕ ਹੈ। ਅਗਲੇ ਦਿਨ ਜੀ ਮੈਂ ਕਹਿ ਕੂ ਕੇ ਏਅਰਪੋਰਟ ਮੈਨੇਜਰ ਨੂੰ ਹਵਾਈ ਜਹਾਜ਼ ਉੱਡ ਖੜਿਆ ਜੀ। ਉੱਥੇ ਇੱਕ ਕੁਆਲਿਸ ਖੜਾ, ਉਹਨਾਂ ਨੇ ਏਅਰਪੋਰਟ ਤੋਂ ਉਹਨੂੰ ਲਿਆ ਅੰਦਰੋਂ ਜਿਵੇਂ ਕੋਈ VVIP ਹੁੰਦਾ ਤੇ ਲੈ ਗਏ ਚੀਫ ਸੈਕਟਰੀ ਦੇ ਆਫਿਸ ਦੇ ਕੋਲ। ਚੀਫ ਸੈਕਟਰੀ ਦੇ ਆਫਿਸ ਕਹਿੰਦਾ ਮੈਨੂੰ ਚਾਹ ਪਿਆਈ, ਮੈਂ ਚਾਹ ਪੀ ਰਿਹਾ ਸੀ, 50-60 ਬੰਦੇ ਨਿਕਲੇ ਚੀਫ ਸੈਕਟਰੀ ਦੇ ਆਫਿਸ ਤੋਂ। ਕਹਿੰਦਾ ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਉਦੋਂ ਹੀ ਨਾਲ ਦੀ ਨਾਲ ਕਿਹਾ ਮਿਸਟਰ ਸੋ ਐਂਡ ਸੋ ਚਲੋ ਜੀ ਅੰਦਰ। ਕਹਿੰਦਾ ਮੈਂ ਅੰਦਰ ਚਲਿਆ ਗਿਆ। ਕਹਿੰਦਾ ਲੰਬਾ ਟੇਬਲ ਸੀ, ਮੈਂ ਇੱਧਰ ਬਹਿ ਗਿਆ ਤੇ ਉਹ ਇੱਧਰ ਬਹਿ ਗਿਆ ਤੇ ਨਾਲ ਹੀ 50-60 ਨਵੇਂ ਬੰਦੇ ਆਏ, ਕੋਈ ਇੱਧਰ ਬਹਿ ਗਿਆ, ਕੋਈ ਇੱਧਰ ਬਹਿ ਗਿਆ, ਕੋਈ ਇੱਧਰ ਬਹਿ ਗਿਆ। ਤੇ ਮੈਨੂੰ ਕਹਿੰਦਾ ਯੈਸ ਮਿਸਟਰ ਸਿੰਘ, we have seen your bank guarantee, we have seen your project, we have cleared it। ਬੰਦਾ ਹਾਲੇ ਕੁਰਸੀ ਤੇ ਬੈਠਾ ਹੈ, ਉਹਨੂੰ ਕਹਿੰਦੇ ਕਲੀਅਰ ਕਰਤਾ ਤੇਰਾ ਪ੍ਰੋਜੈਕਟ। ਆਹ 3 ਥਾਂ ਤੇ ਜ਼ਮੀਨਾਂ ਨੇ, ਇਹ 3 ਥਾਵਾਂ ਤੇ ਜ਼ਮੀਨ ਚੋਂ ਜਿਹੜੀ ਤੈਨੂੰ ਪਸੰਦ ਆਉਂਦੀ ਹੈ ਲੈ ਲੈ। ਆਹ ਬਿਜਲੀ ਕਰੂ ਤੇਰੀ, ਆਹ ਤੈਨੂੰ ਪਾਣੀ ਦਊ, ਆਹ ਫਲਾਨਾ ਤੈਨੂੰ ਆਹ ਦਊ। ਅੱਜ ਉਸ ਸੂਬੇ 'ਚ ਉਸ ਬੰਦੇ ਨੇ 6 ਤੋਂ 7 ਹਜ਼ਾਰ ਕਰੋੜ ਰੁਪਈਆ ਇਨਵੈਸਟ ਕਰ ਚੁੱਕੇ ਸਭ ਟੈਲੀਵਿਜ਼ਨ ਚੈਨਲ ਵਾਂਗ ਹੈ ਇਹ। ਤੁਸੀਂ ਕਿਸੇ ਨੂੰ ਫੈਸਿਲਿਟੇਟ ਨਹੀਂ ਕਰੋਗੇ ਤੇ ਤੁਹਾਨੂੰ ਚੈਨਲ ਚੰਗਾ ਨਹੀਂ ਨਾ ਟਿੱਚ ਦੇਣੇ, ਦੂਏ ਤੇ ਜਾਂਦੇ ਹੋ, ਉਸੇ ਤਰ੍ਹਾਂ ਤੁਸੀਂ ਦੂਏ ਤੇ ਜਾਂਦੇ। ਇਨਵੈਸਟ ਪੰਜਾਬ ਕੀਤਾ ਮਹਾਰਾਜ, ਆਹ ਹਾਲ ਹੈ। ਇਨਵੈਸਟ ਪੰਜਾਬ 'ਚ ਕਿਹਾ 1,20,000 ਕਰੋੜ ਰੁਪਈਆ ਲਿਆਏ, 1,20,000 ਕਰੋੜ। ਉਹ ਚੋਂ ਕਿੰਨਾ ਆਇਆ? 5,000 ਕਰੋੜ। 1,15,000 ਕਰੋੜ ਆਇਆ ਹੀ ਨਹੀਂ। ਇਹਨਾਂ ਦੇ ਆਪਦੇ ਬੰਦੇ 5 ਆਪਦੇ ਬੰਦੇ 9,000 ਕਰੋੜ ਪਾਵਾਂਗੇ ਜੀ, 9 ਪੈਸੇ ਨਹੀਂ ਪਾਏ। ਮਾਫ ਕਰਨਾ, ਜਿਹੜਾ ਪਲੈਨਿੰਗ ਬੋਰਡ ਦਾ ਤੁਹਾਡਾ ਚੇਅਰਮੈਨ ਹੈ, ਇੰਡਸਟਰੀ ਤਾਂ ਮੱਧ ਪ੍ਰਦੇਸ਼ ਚਲਾਉਂਦਾ ਉਹ, ਕਿਉਂ? ਤੇ ਜਦੋਂ ਉਹ ਭੱਜੀ ਜਾਂਦੇ ਜਿਹੜੇ ਨੌਕਰੀਆਂ ਦੇਣੀਆਂ, ਜਿਨ੍ਹਾਂ ਨੇ ਐਗਰੋ ਬੇਸਡ ਇੰਡਸਟਰੀ ਦੇ ਨਾਲ ਸਾਡੀ ਕਿਸਾਨੀ, ਕਿਉਂਕਿ ਅਸੀਂ ਇੱਕ ਐਗਰੋ ਬੇਸਡ ਇੰਡਸਟਰੀ ਆ, ਸਾਡੀ ਕਿਸਾਨੀ ਹੈ, ਤੇ ਜਦੋਂ ਉਹ ਭੱਜੀ ਜਾਂਦੇ ਹੈ, ਉਹਨਾਂ ਤੋਂ ਆਹੀ ਚੱਲਦਾ ਹੈ। ਕਰਪਸ਼ਨ ਤਾਂ ਦੂਰ ਨਹੀਂ ਹੁੰਦੀ, ਤਾਂ ਫਿਰ ਉਹਨੂੰ ਦੱਸੋ ਸਹੀ ਜਵਾਨ ਕਿੱਥੋਂ ਪੜੂ? ਉਹਨੂੰ ਤੇ ਓਪਰਚੁਨਿਟੀ ਚਾਹੀਦੀ ਹੈ, ਉਹਨੂੰ ਤਾਂ ਨੌਕਰੀ ਚਾਹੀਦੀ ਹੈ, ਉਹਨੂੰ ਤਾਂ ਕੁਆਲਿਟੀ ਐਜੂਕੇਸ਼ਨ ਚਾਹੀਦੀ ਹੈ। ਨਾ ਉਹਨੂੰ ਕੁਆਲਿਟੀ ਐਜੂਕੇਸ਼ਨ ਮਿਲ ਰਹੀ ਹੈ, ਨਾ ਉਹਨੂੰ ਡਿਗਰੀਆਂ ਮਿਲ ਰਹੀਆਂ, ਨੌਕਰੀ ਨਹੀਂ ਹੈ। ਮਹਾਰਾਜ ਅਸੀਂ ਉਹ ਐਂਟਰਪ੍ਰੈਨਰ ਖੜਾ ਕਰੀਏ ਹੂ ਇਜ਼ ਨਾਟ ਅ ਜੌਬ ਸੀਕਰ ਬਟ ਹੂ ਇਜ਼ ਅ ਜੌਬ ਗਿਵਰ। ਇਹ ਹੋ ਸਕਦਾ ਜੇ ਤੁਸੀਂ ਉਹਨੂੰ ਸਕਿੱਲ ਦਿਓ। ਮੈਂ ਕਹਿੰਦਾ ਸਕਿੱਲ ਕੋਈ ਮਾੜੀ ਨਹੀਂ, ਤੁਸੀਂ ਦਿਓ ਉਹਨੂੰ ਸਕਿੱਲ। ਬਾਜ਼ੀਆਂ ਨਕੰਮੇ ਕਰਤੇ ਲੋਕ, 1000 ਰੁਪਇਆ ਦੇਂਗੇ, ਫਲਾਨਾ ਦੇਂਗੇ। ਉਹ ਕਿਹੜਾ ਬਰੋਟਾ ਲੱਗਾ ਜਿੱਥੋਂ ਪੱਟ ਕੇ ਲਿਆਏਗਾ? ਓਏ 1000 ਰੁਪਈਆ ਤੂੰ ਕਹਤਾ ਵੀ ਇੱਥੇ ਜਨਾਨੀਆਂ ਨੂੰ ਦੇਏਗਾ, ਉੱਥੇ ਦਿੱਲੀ 'ਚ ਇੱਕ ਨੂੰ ਦਿੱਤਾ, ਇੱਕ ਨੂੰ। ਹੈ ਕੋਈ ਮਹਿਲਾ ਮੰਤਰੀ ਤੇਰੀ ਕੈਬਨਿਟ 'ਚ? ਹਾਂਜੀ, ਇੱਕ ਸਕੂਲ ਬਣਾਇਆ ਹੋਵੇ, ਤੂੰ ਕਿਹਾ 20 ਸਕੂਲ ਬਣਾਉਂਗਾ। 8 ਲੱਖ ਨੌਕਰੀ ਕਹੀ ਦਿੱਲੀ 'ਚ, 8 ਲੱਖ ਨੌਕਰੀ ਦਿੱਤੀ। 440 8 ਲੱਖ ਕੱਢੋ, ਮੇਰੇ ਨਾਲ ਬਿਠਾਓ ਇੱਥੇ, ਜੈਨ ਕਨੀਆਂ ਲਾ ਕੇ ਨਾ ਪੁੰਜੇ ਨਾ ਪਾ ਦਿਆਂ, ਮੇਰਾ ਨਾਮ ਪਾ ਦਿਓ। 440 ਝੂਠੇ ਲੋਕ ਨੇ, ਝੂਠ ਵੇਚਦੇ ਆ, 440 ਨੌਕਰੀ ਦਿੱਤੀ ਹੈ ਮਹਾਰਾਜ। ਕਹਿੰਦਾ ਟੀਚਰ ਪੱਕੇ ਕਰੂ, ਟੰਕੀਆਂ ਤੋਂ ਲਾਊਂ। ਜਦੋਂ ਇਹ ਆਇਆ 2013 'ਚ, ਹਾਂਜੀ 7000 ਵੈਕੈਂਸੀ ਸੀ ਟੀਚਰਾਂ ਦੀ, ਅੱਜ 19,000 ਵੈਕੈਂਸੀ ਹੈ। ਦਿਹਾੜੀ ਤੇ ਕੰਮ ਕਰਾਉਂਦਾ ਟੀਚਰਾਂ ਨੂੰ, ਇੱਕ ਦਿਨ ਦੇ ਇੰਨੇ ਨੇ ਪੈਸੇ ਦੇਤੇ। 15 ਦਿਨਾਂ ਦਾ ਕੰਟਰੈਕਟ, ਕਦੇ ਸੁਣਿਆ 15 ਦਿਨ ਦਾ ਕੰਟਰੈਕਟ? 15 ਦਿਨਾਂ ਦਾ ਕੰਟਰੈਕਟ ਹੈ, 15 ਡੇਜ਼ ਕੰਟਰੈਕਟ ਟੀਚਰਾਂ ਦਾ। ਤੇ ਕਿੱਥੋਂ ਮਿਆਰ ਲਿਆਵਾਂਗੇ ਸਾਹਿਬ? ਗੁਰੂ ਦਾ ਦਰਜਾ ਹੈ ਉਹਦਾ, ਟੀਚਰ ਦਾ। ਮੈਂ ਅੱਜ ਵੀ ਆਪਣੇ ਟੀਚਰਾਂ ਨੂੰ ਮਿਲਦਾ, ਅੰਗੂਠੇ ਨੂੰ ਹੱਥ ਲਾਈਦਾ। ਮੈਂ ਪ੍ਰੋਫੈਸਰ ਸਾਹਿਬ ਦੀ ਇੱਜ਼ਤ ਕਰਨਾ, ਅੰਗੂਠੇ ਨੂੰ ਹੱਥ ਲਾਉਣਾ, ਕਿਉਂ ਮੈਨੂੰ ਲੱਗਦਾ ਯਾਰ ਪੰਜਾਬ ਦੀ ਆਵਾਜ਼ ਚੁੱਕਦਾ ਬੰਦਾ। ਕੋਈ ਸਕੀ ਰਿਸ਼ਤੇਦਾਰੀ ਹੋਵੇ ਨਾ ਹੋਵੇ ਮਹਾਰਾਜ, ਅੱਜ ਅਸੀਂ ਵੋਟ ਕਿਸੇ ਸਵਾਰਥ ਨੂੰ ਨਹੀਂ ਪਾਉਣੀ, ਪੰਜਾਬ ਨੂੰ ਪਾਉਣੀ ਹੈ, ਗੁਰੂਆਂ ਦੀ ਚਰਨ ਛੋਭ ਧਰਤੀ ਨੂੰ ਪਾਉਣੀ ਹੈ। ਤੇ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਨਾ, ਕਈ ਵਾਰ ਮਖੌਲ ਕਰ ਜਾਂਦੇ ਕਈ ਲੋਕ,
ਮੇਰਾ ਇੱਕ ਚੰਗਾ ਰਿਸ਼ਤੇਦਾਰ ਮੇਰੇ ਕੋਲ ਆਇਆ, ਕਹਿੰਦਾ ਸਿੱਧੂ ਸਾਹਿਬ ਪੱਟ ਕੇ ਲੈ ਜਾਣੇ ਸਾਰੇ, ਲੱਖ ਕੁ ਤਾਂ ਲੈ ਗਏ ਅਸੀਂ ਕੈਨੇਡਾ ਨੂੰ, ਤੇ ਬਾਕੀ ਵੀ ਅਸੀਂ ਪੱਟ ਕੇ ਲੈ ਜਾਣੇ। ਮੈਂ ਕਿਹਾ ਭਾਜੀ ਜੋ ਮਰਜ਼ੀ ਪੱਟ ਕੇ ਲੈ ਜਾ, ਪਰ ਤੂੰ ਦਰਬਾਰ ਸਾਹਿਬ ਨਹੀਂ ਲਿਜਾ ਸਕਦਾ, ਤੂੰ ਦਮਦਮਾ ਸਾਹਿਬ ਨਹੀਂ ਲਿਜਾ ਸਕਦਾ, ਤੂੰ ਦੁਰਗਿਆਣਾ ਮੰਦਿਰ ਨਹੀਂ ਲਿਜਾ, ਜਿੱਥੋਂ ਅਸੀਂ ਸੇਧ ਲਈ ਹੈ, ਜਿੱਥੋਂ ਅਸੀਂ ਉੱਥੋਂ ਖੜੇ ਹੋਏ ਹਾਂ ਜਦੋਂ ਸਰੋਵਰ 'ਚ ਘੋੜਿਆਂ ਦੀ ਲਿੱਦ ਪਾਤੀ ਸੀ, ਉੱਥੋਂ ਜਿੱਥੋਂ ਅਸੀਂ ਖੜੇ ਹੋਏ ਹਾਂ ਲੜ ਕੇ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਤੇ ਅੱਜ ਇਹ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਟਿਕਾਂਗੇ ਨਹੀਂ। ਚਲੋ ਜਿਹਦਾ ਵੀ ਹੋਇਆ, ਲੇਕਿਨ ਅਸੀਂ ਪੰਜਾਬੀਆਂ ਦੀ ਕੌਮ ਲੜਨ ਵਾਲੀ ਕੌਮ ਹੈ ਸਾਹਿਬ, ਬੜਾ ਇਹਨਾਂ ਨੇ ਕਿਹਾ ਕਿ ਨਹੀਂ, ਅਸੀਂ ਲੜਾਂਗੇ। ਬਾਕੀ ਤੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਪਰ ਆਖਰੀ ਦਮ ਤੱਕ ਲੜਾਂਗੇ। ਮੈਂ ਸ਼ੇਰ ਫਿਰ ਨਾ ਕਹਿਣਾ ਸਿੱਧੂ ਆਇਆ ਸੀ, ਸ਼ੇਰ ਨਹੀਂ ਸੁਣਾਇਆ। ਮੇਰੇ ਪਿਓ ਦਾ ਸ਼ੇਰ ਹੈ, ਉਹ ਸੁਣਾਉਂਦਾ ਹੁੰਦਾ ਸੀਗਾ ਲਾਹੌਰ ਦੇ ਵਿੱਚ, ਜਦੋਂ ਉਹਨੂੰ ਸਜਾਏ ਮੌਤ ਸੁਣਾਈ ਸੀ, ਉਹ ਸੁਣਾਉਂਦਾ ਹੁੰਦਾ ਸੀ। ਉਹ ਕਹਿੰਦਾ प्रण करते हैं आज़ादी की शाम नहीं होने देंगे, वीरों की समाधियों को बदनाम नहीं होने देंगे, जब तक तन में गर्म लहू की एक बूंद भी बाकी है, पंजाब की इस सरजमीन को नीलाम नहीं। ਇਹ ਸਿੱਧੂ ਦਾ ਪੁਰਾਣਾ ਸਾਹਿਬ ਜਾਂਦਾ ਜਾਵੇ। ਹੁਣ ਮੈਂ ਥੋੜਾ ਨਾ ਕਿਹਾ ਠੋਕੋ ਤਾੜੀ, ਆਪੇ ਠੋਕੀ ਹੈ। ਹੋਰ ਦੱਸੋ ਜੀ, ਅਗਲਾ ਕੋਈ ਸਵਾਲ? ਸਤਿ ਸ੍ਰੀ ਅਕਾਲ ਸਿੱਧੂ ਸਾਹਿਬ। ਕਾਪੀ ਟੂ ਆਲ। ਚਰਨਜੀਤ ਸਿੱਧੂ ਭਾਜੀ ਮੇਰਾ ਸਵਾਲ ਸਭ ਤੋਂ ਹਟ ਕੇ ਆ, ਤੇ ਤੁਸੀਂ ਠੋਕ ਕੇ ਜਵਾਬ ਦਿੰਦੇ ਹੋ, ਤੇ ਮੇਰਾ ਸਵਾਲ ਵੀ ਠੋਕ ਕੇ ਆ ਰਿਹਾ। ਇਹ ਚਿੰਤਾ ਹੈ ਇੱਕ ਬੜੀ ਵੱਡੀ, ਤੁਹਾਡੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਜਾ ਸਕਦਾ ਹੈ, ਪਰ ਸਾਡੇ ਦੁੱਖਾਂ ਦੀ, ਜੋ ਸਾਡੇ 700 ਕਿਸਾਨ ਸ਼ਹੀਦ ਹੋਏ ਨੇ, ਜਾਂ ਉਸ ਤੋਂ ਪਹਿਲਾਂ ਦੋ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ। ਉਹ ਸਰਕਾਰ ਦਾ ਫਰਜ਼ ਹੈ, ਸਿੱਖਿਆ ਤੇ ਸਵਾਸਥ ਸਾਨੂੰ ਫ੍ਰੀ ਦੇਣਾ, ਤੇ ਬਿਜਲੀ, ਟਰਾਂਸਪੋਰਟ, ਹੋਰ ਚੀਜ਼ਾਂ ਜਿਹੜੀਆਂ ਨੋ ਕੋਸਟ, ਨੋ ਪ੍ਰੋਫਿਟ ਤੇ ਦੇਣਾ। ਚੱਲਦਾ ਸੀ ਬੜਾ ਵਧੀਆ ਦੇਸ਼, ਨਹਿਰੂ ਜੀ ਨੇ ਸਮਾਜਵਾਦੀ ਵਿਵਸਥਾ ਲਿਆਂਦੀ, ਅੱਗੇ ਚੱਲਦਾ ਗਿਆ। ਪਰ ਮਾਣਯੋਗ ਜੀ, ਜਿੱਥੇ ਤੁਸੀਂ ਖਲੋਤੇ ਹੋ, ਤੁਹਾਡੀ ਮੈਂ ਗੱਲ ਕਰਦਾ, ਤੁਸੀਂ ਲਫ਼ਜ਼ ਬੋਲਿਆ ਸੀ ਇੱਕ ਕਿ ਸਰਕਾਰਾਂ ਦੇ ਦਲਾਲ। ਮੈਂ ਉਹ ਲਫ਼ਜ਼ ਨਹੀਂ ਬੋਲਾਂਗਾ, ਸਰਕਾਰ ਦਾ ਵੀ ਮਾਲਕ ਕੋਈ ਹੋਰ ਹੁੰਦਾ, ਕੋਈ ਵੀ ਸਰਕਾਰ ਹੋਵੇ। ਤੇ ਉਹਨਾਂ ਮਾਲਕਾਂ ਨੇ ਕੀ ਕੀਤਾ, 1991 ਦੇ ਵਿੱਚ ਜਦੋਂ ਮਾਣਯੋਗ ਸਾਬਕਾ ਪ੍ਰਧਾਨ ਮੰਤਰੀ ਜੀ ਵਿੱਤ ਮੰਤਰੀ ਸਨ, ਤੇ ਪ੍ਰਧਾਨ ਮੰਤਰੀ ਜੀ ਦਾ ਮੈਨੂੰ ਥੋੜਾ ਨਾਂ ਭੁੱਲ ਗਿਆ, ਨਰਸਿਮਹਾ ਰਾਓ ਜੀ, ਉਦੋਂ ਮੈਂ ਇੱਥੇ, ਹੋ ਸਕਦਾ ਕਈਆਂ ਨੂੰ ਪਤਾ ਹੋਵੇ, ਕਈਆਂ ਦਾ ਨਾਂ ਪਤਾ ਹੋਵੇ, ਕਈਆਂ ਨੂੰ ਡੰਕਲ ਦਾ ਵੀ ਨਹੀਂ ਪਤਾ। ਮੈਂ ਵੀ ਪ੍ਰੋਫੈਸਰ ਸਾਹਿਬ ਵਰਗੇ, ਮਾਨਯੋਗ ਪ੍ਰੋਫੈਸਰ ਸਾਹਿਬ ਮਨਜੀਤ ਸਿੰਘ ਜੀ ਵਰਗੇ ਤੋਂ ਸਿੱਖ ਕੇ ਚੁਣਿਆ। ਡੰਕਲ ਦਾ ਆਮ ਨੂੰ ਪਤਾ ਹੀ ਨਹੀਂ ਕੀ ਹੈ, ਤੇ ਜਿਹੜੀਆਂ ਉਹ ਤਜਵੀਜ਼ਾਂ ਲੈ ਕੇ ਆਏ ਸੀ ਗੈਰ ਸੀ। 1991 ਚ ਦੇਸ਼ ਚ ਆਈਆਂ, ਅਸੀਂ ਦਿੱਲੀ ਬੜੇ ਡਾਂਗਾ ਖਾਧੀਆਂ। 5 ਅਪ੍ਰੈਲ 1995 ਨੂੰ ਸਰਦਾਰ ਮੋਹਨ ਸਿੰਘ ਜੀ ਤੇ ਮਨਮੋਹਨ ਸਿੰਘ ਟੇਕ ਆਲੂਵਾਲੀਆ ਜੀ ਸੈਨ ਕਰਨ ਗਏ ਸੀ ਜਨੇਵਾ ਤੇ, ਅਸੀਂ ਦਿੱਲੀ ਚ ਸੜਕਾਂ ਤੇ ਡੰਡੇ ਖਾ ਰਹੇ ਸੀ ਵੀ ਨਾ ਕਰੋ। ਹੁਣ ਮੈਂ ਜਿਹੜੀ ਸਵਾਲ ਹੈ ਮੇਰਾ, ਉਹ ਨੀਤੀਆਂ ਮੁੜ ਕੇ ਜਦੋਂ ਵਾਜਪੇਈ ਜੀ ਆਏ, ਉਹਨਾਂ ਨੇ ਲਾਗੂ ਕੀਤੀਆਂ, ਤੇ ਨਾਲ ਸਾਡੀ ਸਮਾਜਿਕ ਏਕਤਾ ਤੋੜੀ। ਮੈਂ ਦੱਸ ਦੇਣਾ ਕਿਵੇਂ। ਉਹਨਾਂ ਨੇ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕੀਤੀ, ਨਾਲ ਬਿਜਲੀ ਬਿੱਲ ਬੰਦ ਕੀਤਾ, ਤੇ ਜਦੋਂ ਦਾ ਵਿਰੋਧ ਹੋਣ ਲੱਗਾ ਸੜਕਾਂ ਤੇ ਜਿਹੜਾ ਪ੍ਰਵੀਨ ਤਗੋੜੀਆ ਦੇ ਜਿਉਂਦਾ ਪੱਟਾ ਤੇ ਹੱਥ ਮਾਰ ਕੇ ਰੋਂਦਾ ਕਿ ਮੈਨੂੰ PM ਮਰਵਾ ਦੇਗਾ, ਤੇ ਅਸ਼ੋਕ ਸਿੰਘਲ ਜੀ ਮਰ ਗਏ ਆ, ਉਹਨਾਂ ਨੇ ਤਰਸੂਲ ਦਰਸ਼ਨਾਂ ਚਲਾਤੀ ਕਿ ਤਰਸੂਲ ਦਰਸ਼ਨਾਂ ਲੋ ਘਰ ਵਾਪਸੀ ਕਰੋ। ਉਹ ਨੀਤੀਆਂ ਦੂਜੀਆਂ ਵਿੱਚ ਪਾਰਟੀਆਂ ਸੀ ਲਾਗੂ ਨਹੀਂ ਹੋਣ ਦਿੱਤੀਆਂ। 10 ਸਾਲ ਸਰਕਾਰ ਰਹੀ ਤੁਹਾਡੀ ਪਾਰਟੀ। क्वेश्चन है वीर जी, क्वेश्चन है सर। लंबा ना करो, बहुत सारे साथी ने सवाल पूछना चाहिए। मेरी रिक्वेस्ट है, सवाल पूछो। ਇਹ ਭਾਜੀ ਸਵਾਲ ਆ ਲੋਕਾਂ ਤੋਂ ਹਟ ਕੇ। ਮੈਨੂੰ ਇਹ ਨਹੀਂ ਕਿ ਜ਼ਮੀਨ ਕਾਤੋਂ ਖੋਲੋਗੇ ਜਾਂ ਕੁਝ ਕੱਲਾ ਬੱਚਾ ਸੁਖੀ ਹੋਏਗਾ। ਸਾਡੇ ਦੁੱਖਾਂ ਦਾ ਕਾਰਨ ਉਹ ਨੀਤੀਆਂ ਨੇ। ਕੋਈ ਨਹੀਂ ਭਾਜੀ, ਤੁਸੀਂ ਪੁੱਛੋ, 5 ਮਿੰਟ ਹੋਰ ਲਾ ਲਓ। ਨਹੀਂ ਮੈਂ ਛੋਟਾ ਹਾਂ ਭਾਜੀ, ਲਾਓ ਬਹੁਤ ਛੋਟਾ ਹਾਂ। ਉਹਦੇ ਚ ਸਰ ਉਸੇ ਨੀਤੀਆਂ ਤੇ ਜਦੋਂ ਮੋਦੀ ਸਾਹਿਬ ਬਹੁਮਤ ਲੈ ਕੇ ਆਏ ਤੇ ਬੇਲਗਾਮ ਘੋੜੇ ਨੂੰ ਭੱਜੇ, ਤੇ ਉਹਨਾਂ ਨੇ ਸਭ ਕੁਝ ਦੇਸ਼ ਨੂੰ ਚੁਟਕੀਆਂ ਚ ਵੇਚਤਾ। ਚਾਹੇ ਸਾਡੀ ਬੇਲ ਹੈ, ਚਾਹੇ ਸਾਡੀ ਰੇਲ ਹੈ, ਚਾਹੇ ਸਾਡਾ BSNL ਹੈ, ਚਾਹੇ ਸਾਡੀ ਖਦਾਨ ਹੈ, ਚਾਹੇ ਸਟੀਲ ਹੈ, ਸਾਰਾ ਕੁਝ ਵੇਚਤਾ। ਮੈਂ ਹੁਣ ਜਿਹੜਾ ਵੱਡੇ ਵੀਰ ਨੂੰ ਸਵਾਲ ਕਰਨਾ ਚਾਹੁੰਦਾ ਕਿ ਜੇ
ਤੁਸੀਂ ਹੁਣੇ ਕਿਹਾ ਵੀ ਕਿ 100 ਰੁਪਇਆ ਕੇਵਲ ਦਾ ਹੋ ਗਿਆ, ਕੀ ਆ ਚੀਜ਼ ਹੋ ਗਈ? ਕਿਉਂਕਿ ਤੁਹਾਡੇ ਸੀਐਮ ਸਾਹਿਬ ਨੇ ਕਿਹਾ ਤੇ ਲਾਗੂ ਨੇ ਇੰਪਲੀਮੈਂਟੇਸ਼ਨ ਨਹੀਂ ਹੋਈ, ਕਿਉਂਕਿ ਤੁਸੀਂ ਲੜ ਰਹੇ ਹੋ ਇਨਰ ਸਟਰਗਲ ਦੇ ਵਿੱਚ। ਤੇ ਜੇ ਮਾਣਯੋਗ ਜੀ ਤੁਸੀਂ ਪਹਿਲੇ ਨੰਬਰ ਤੇ ਨਾ ਕਰ ਦਿੰਦੇ, ਬੜੀ ਖੁਸ਼ੀ ਦੀ ਗੱਲ ਹੈ। ਜੇ ਤੁਹਾਨੂੰ ਕੈਂਡੀਡੇਟ ਸੀਐਮ ਲਾਉਂਦੇ ਨੇ ਤੇ ਕੀ ਤੁਸੀਂ ਆਪਣੀ ਹਾਈ ਕਮਾਂਡ ਨੂੰ ਉਹ ਡੰਕਲ ਤਲਵੀਜ਼ਾਂ ਤੋਂ ਬਾਹਰ ਆਉਣ ਲਈ ਮਨਵਾ ਲਓਗੇ? ਤੇ ਜੇ ਨਹੀਂ ਉਹ ਮੰਨੀਆਂ ਜਾਂਦੀਆਂ ਤੇ ਫਿਰ ਜਿੰਨਾ ਮਰਜ਼ੀ ਵੱਡੇ ਵੀਰ ਟੰਕੇ ਦੀ ਚੋਟ ਤੇ ਕਹਿ ਲਓ ਹੋਵੋਗੇ, ਫਿਰ ਤੁਸੀਂ ਵੀ ਇਹਦਾ ਸੋਲੂਸ਼ਨ ਦੱਸ ਦਿਓ ਕਿ ਡੰਕਲ ਤਲਵੀਜ਼ਾਂ ਤੋਂ ਬਾਹਰ ਆਵਾਂਗੇ ਅਸੀਂ ਕਿ ਨਹੀਂ ਆਵਾਂਗੇ। ਧੰਨਵਾਦ ਭਾਜੀ। ਦੇਖੋ, ਜੇ ਦਾ ਤਾਂ ਕੋਈ ਜਵਾਬ ਨਹੀਂ ਹੁੰਦਾ। ਤੁਸੀਂ ਕਿਹਾ ਉਹ ਬਣਾਉਣਗੇ ਜਾਂ ਨਹੀਂ ਬਣਾਉਣਗੇ। ਨਾ ਤੇ ਮੈਂ ਕਦੇ ਜ਼ਿੰਦਗੀ 'ਚ ਕੁਝ ਮੰਗਿਆ, ਨਾ ਮੰਗੂੰਗਾ। ਮੈਂ ਤੇ ਵੋਟਾਂ ਤੱਕ ਨਹੀਂ ਮੰਗੀਆਂ। ਹੁਣ ਜੇ ਦਾ ਜਵਾਬ ਕੀ ਹੈ? ਅੰਗਰੇਜ਼ੀ 'ਚ ਕਹਿੰਦੇ ਹੁੰਦੇ, ਇਫ ਮਾਈ ਆਂਟੀ ਵਰ ਅ ਮੈਨ ਸ਼ੀ ਵੁੱਡ ਹੈਵ ਬੀਨ ਮਾਈ ਅੰਕਲ। ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਤੇ ਮੈਂ ਉਹਨੂੰ ਚਾਚਾ ਕਹਿੰਦਾ। ਲੇਕਿਨ ਤੁਹਾਡਾ ਸਵਾਲ ਐਡਾ ਕੁ ਤਾਕਤਵਰ ਹੈ, ਐਡਾ ਕੁ ਜ਼ਬਰਦਸਤ ਹੈ ਔਰ ਐਡਾ ਕੁ ਵਾਜਬ ਹੈ ਕਿ ਮੈਂ ਮਜਬੂਰ ਹਾਂ ਵੀ ਜਵਾਬ ਦਊਂ। ਵੇਖੋ ਭਾਜੀ, ਰਿਸਪੌਂਸਿਬਿਲਿਟੀ ਜਿਹੜੀ ਹੁੰਦੀ ਹੈ ਨਾ, ਉਹ ਜਾਂ ਤੇ ਬੰਦੇ ਨੂੰ ਬਿਹਤਰ ਕਰਦੀ ਹੈ ਤੇ ਜਾਂ ਬਦਤਰ ਕਰਦੀ ਹੈ। ਇਟ ਆਈਦਰ ਮੇਕਸ ਯੂ ਬੈਟਰ ਔਰ ਬਿਟਰ। ਮੇਰਾ ਇੱਕ ਬਿਟਰ ਐਕਸਪੀਰੀਅੰਸ ਹੈ ਸਾਹਿਬ। ਮੈਂ 3 ਸਰਕਾਰਾਂ ਪੰਜਾਬ 'ਚ ਬਣਾ ਦਿੱਤੀਆਂ, ਬਾਕੀ ਵੀ ਕੰਪੇਨਾਂ ਕਰਦਾ ਰਿਹਾ। ਲੇਕਿਨ ਇਸ ਸਿਸਟਮ 'ਚ ਨਾ, ਸੱਚ ਪੁੱਛੋ, ਜਿਹੜਾ ਚੰਗਾ ਆਦਮੀ ਹੁੰਦਾ ਨਾ, ਉਹਨੂੰ ਸ਼ੋਅ ਪੀਸ ਬਣਾ ਦਿੱਤਾ ਜਾਂਦਾ। ਮੈਂ ਜਵਾਬ ਪਹਿਲਾਂ ਵੀ ਦੇ ਚੁੱਕਿਆ। ਉਹਨੂੰ ਸਿਰਫ ਮੋਹਰੀ ਬਣਾ ਕੇ ਉਹਨੂੰ ਇਲੈਕਸ਼ਨ ਜਿਤਾਉਣ ਲਈ ਰੱਖਿਆ ਜਾਂਦਾ। ਉਹਦੀ ਕੰਪੇਨ ਕਰਾ ਕੇ ਫਿਰ ਉਹਨੂੰ ਸ਼ੋਅ ਪੀਸ ਬਣਾ ਕੇ ਰੱਖ ਦਿੱਤਾ ਜਾਂਦਾ। ਵੇਖੋ, ਸ਼ੋਅ ਪੀਸ ਨਹੀਂ ਮੈਂ ਬਣਦਾ, ਮੂੰਹ ਤੇ ਬਣਦਾ ਨਹੀਂ। ਮੈਂ ਪਹਿਲਾਂ ਹੀ ਕਹਿ ਚੁੱਕਿਆ, ਤੁਹਾਨੂੰ ਦੱਸ ਚੁੱਕਿਆ, ਬਿਲਕੁਲ ਨਹੀਂ ਬਣਦਾ। ਮੈਂ ਪੰਜਾਬ ਦੇ ਲੋਕਾਂ ਨਾਲ ਨੰਬਰ 2 ਸੱਤਾ 'ਚ ਆਉਣ ਵਾਸਤੇ ਝੂਠ ਵੀ ਨਹੀਂ ਬੋਲਦਾ। ਤੁਹਾਡੇ ਸਾਹਮਣੇ ਕਿਹਨੇ ਬੋਲਿਆ? ਕੋਈ ਕਹਿ ਦੇਵੇ ਨਵਜੋਤ ਸਿੰਘ ਸਿੱਧੂ ਝੂਠ ਬੋਲਿਆ, ਕਿਉਂਕਿ ਮੇਰੇ ਕੋਲ ਖੋਣ ਨੂੰ ਹੈ ਕੱਖ ਨਹੀਂ। ਇਹ ਜਿਹੜੀਆਂ ਚੀਜ਼ਾਂ ਦੇ ਲਈ ਲੋਕ ਕਰੋੜਾਂ ਰੁਪਈਏ ਦਿੰਦੇ ਫਿਰਦੇ ਆ, ਬਾਹਾਂ ਵੜਾ ਲੈਂਦੇ ਆ, ਮੈਂ ਭਗਾ ਮਾਰੀਆਂ ਨੇ। ਲੋਕ ਕਹਿੰਦੇ ਨੇ ਪਾਰਟੀ 'ਚ ਆਇਆ ਸੀ ਸਿੱਧੂ, ਇਹ ਬਾਹਰੋਂ ਆਇਆ ਸੀ। ਸਿੱਧੂ ਰਾਜ ਸਭਾ ਛੱਡ ਕੇ ਆਇਆ ਸੀ, ਕੁਛ ਲੈਣ ਨਹੀਂ ਸੀ ਆਇਆ। 6 ਸਾਲ ਦੀ ਰਾਜ ਸਭਾ ਕਿਸੇ ਨੇ ਛੱਡੀ ਹੋਵੇ ਤੇ ਮੈਨੂੰ ਨਾਂ ਦਿਓ। ਐਮਪੀਗਿਰੀ ਛੱਡੀ ਹੋਵੇ ਕਿਸੇ ਨੇ ਤੇ ਮੈਨੂੰ ਨਾਮ ਦਿਓ। ਕਹਿੰਦੇ ਕੀ ਸੀ? ਕੁਰਕਸ਼ੇਤਰੋਂ ਇਲੈਕਸ਼ਨ ਲੜ, I&B ਮਿਨਿਸਟਰ ਹੋਏਗਾ। ਜੇਤਲੀ ਸਾਹਿਬ ਕਹਿੰਦੇ MP ਨਹੀਂ ਲੜਿਆ ਮੈਂ। ਕਿਉਂ? ਕਿਉਂਕਿ ਇਸ ਸਰਜ਼ਮੀਨ ਦੇ ਜਿੱਥੇ ਖੜੇ ਆ, ਇਹਦੇ ਭਲੇ ਦੇ ਲਈ ਜਿਉ ਰਹੇ ਆ, ਇਹਦੇ ਲਈ ਉਹ ਮਰ ਰਹੇ ਆ। ਉਹੀ ਜਿਹੜੇ NRIਆਂ ਦੀ ਭਾਵਨਾ, ਸਿੱਧੂ ਦੀ ਵੀ ਉਹੀ ਹੈ ਕਿ ਇੱਥੇ ਜੀਵਾਂਗੇ, ਇੱਥੇ। ਮੈਂ ਫਿਰ ਮੈਨੂੰ ਕਿਹਾ ਵੀ ਤੂੰ ਚਿਹਰਾ ਬਣ, ਜਨਰਲ ਸੈਕਟਰੀ ਬਣਾ ਦਿੰਦੇ। ਅਹਿਮਦ ਪਟੇਲ ਸਾਹਿਬ ਜਨਰਲ ਸੈਕਟਰੀ ਬਣਾ ਦਿੰਦੇ, ਦਿੱਲੀ ਦਾ ਚਿਹਰਾ ਬਣ। ਮੈਂ ਕਿਹਾ ਜੇ ਮੈਂ ਦਿੱਲੀ ਦਾ ਹੀ ਚਿਹਰਾ ਬਣਨਾ ਹੁੰਦਾ ਫਿਰ 3 ਵਾਰ ਦਾ ਮੰਤਰੀ ਨਾ ਹੁੰਦਾ BJP 'ਚ। ਜੇ ਦਿੱਲੀ ਹੋ ਜਾਣਾ ਹੁੰਦਾ, ਜੀਆਂਗੇ ਪੰਜਾਬ ਮਹਾਰਾਜ, ਮਰਾਂਗੇ ਪੰਜਾਬ। ਅੱਜ ਵੀ ਉੱਥੇ ਹੀ ਖੜੇ। ਸਿਸਟਮ ਤਗੜਾ, ਬਾਹੂਬਲੀ ਹੈ, ਹਰਾਮ ਦੇ ਪੈਸੇ ਨੇ। ਇਹ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ, ਇਹ 3 ਲੱਖ ਕਰੋੜ ਰੁਪਈਆ 100 ਪਰਿਵਾਰਾਂ ਦੀ ਜੇਬ 'ਚ ਹੈ। ਉਹ 'ਚੋਂ 2 ਵੱਡੇ ਨੇ, ਸਮਝੇ ਨਹੀਂ? ਕਾਣੇ ਕਰ ਉਹਨਾਂ ਨੂੰ ਰੱਖਿਆ ਜਾਂਦਾ, ਸਿਸਟਮ 'ਚ ਸ਼ਾਮਿਲ ਕੀਤਾ ਜਾਂਦਾ ਤੇ ਸਾਰੇ ਪੈਸੇ ਕਿੱਥੇ ਕਿੱਥੇ ਗਏ ਨੇ ਸਭ ਨੂੰ ਪਤਾ। ਸਮਝੇ ਨਹੀਂ? ਸਿਸਟਮ ਤਗੜਾ, ਸਿਸਟਮ ਬਲਵਾਨ ਹੈ, ਲੇਕਿਨ ਸਿਸਟਮ ਬੇਈਮਾਨ ਹੈ। ਔਰ ਸਿੱਧੂ ਦੇ ਕੋਲ ਈਮਾਨ ਹੈ। ਈਮਾਨ ਐਤਕੀ ਜੇ ਸਰਕਾਰ ਮੋਰਲ ਅਥਾਰਟੀ ਤੇ ਬਣਾਈ ਤੁਸੀਂ, ਐਤਕੀ ਜੇ ਸਰਕਾਰ ਭਲੇਵਿਆਂ 'ਚ ਨਾ ਬਣਾਈ ਤੁਸੀਂ, 50-50 ਲੱਖ ਦੇ ਕੇ ਜਿਹੜੇ ਸਰਵੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਨਾ ਬਣਾਈ ਤੁਸੀਂ, ਜ਼ਮੀਨ ਨਾਲ ਜੁੜ ਕੇ ਤੁਸੀਂ ਬਣਾਈ, ਤੇ ਸਰਕਾਰ ਬਣੂਗੀ ਜਨਾਬ, ਪੰਜਾਬ ਦੇ ਭਲੇ ਲਈ ਬਣੂਗੀ ਜਨਾਬ। ਔਰ ਸਰਕਾਰ 3 ਚੀਜ਼ਾਂ ਤੇ ਬਣੂਗੀ। ਕਿਰਦਾਰ ਇੱਕ ਦਿਨ 'ਚ ਨਹੀਂ ਬਣਦਾ। ਕਿਰਦਾਰ ਜਨਮਾਂ ਦੇ ਸੰਸਕਾਰਾਂ ਨਾਲ ਮਾਂ ਪਿਓ
ਔਰ ਬਹੁਤ ਪ੍ਰੇਰਣਾ ਨਾਲ ਬਣਦਾ ਹੈ, ਔਰ ਕਿਰਦਾਰਾਂ 'ਚ ਕੋਈ ਸਮਝੌਤਾ ਨਹੀਂ ਹੁੰਦਾ। ਕਿਰਦਾਰ ਤੇ ਬਣੂਗੀ ਸਰਕਾਰ। ਨੰਬਰ 2, ਮੋਰਲ ਅਥਾਰਟੀ ਤੇ ਬਣੂਗੀ। ਸਿੱਧੂ ਦੀ ਆਵਾਜ਼ ਕਿਉਂ ਨਿਕਲਦੀ ਹੈ? ਕਿਉਂਕਿ ਸਿੱਧੂ ਕੋਲ ਨੈਤਿਕਤਾ ਦੀ ਤਾਕਤ ਹੈ, ਸੱਚਾਈ ਹੈ, ਈਮਾਨਦਾਰੀ, ਸਮਝੇ ਨਹੀਂ? ਤੇ ਤੀਜੀ ਚੀਜ਼, ਜਿਹੜਾ ਬੰਦਾ ਪੰਜਾਬ ਨੂੰ ਇਸ਼ਕ ਕਰਦਾ ਹੋਵੇ, ਉਹਦੇ ਇਸ਼ਕ ਨੂੰ ਦੇਖੋ। ਇਸ਼ਕ ਬਦਲੇ 'ਚ ਕੁਝ ਨਹੀਂ ਮੰਗਦਾ। ਇਸ਼ਕ ਨਿਸ਼ਾਵਰ ਕਰਦਾ। ਇਸ਼ਕ ਜ਼ਰੂਰੀ ਨਹੀਂ ਕਿ ਕਿਸੇ ਮਹਿਬੂਬਾ ਨਾਲ ਹੋਵੇ। ਇਸ਼ਕ ਆਪਣੀ ਧਰਤੀ ਨਾਲ ਵੀ ਹੋ ਸਕਦਾ, ਜਿੱਦਾਂ ਭਗਤ ਸਿੰਘ ਨੂੰ ਸੀ, ਰਾਜਗੁਰੂ ਨੂੰ, ਸੁਖਦੇਵ ਨੂੰ ਸੀ। ਇਹ ਇਸ਼ਕ ਜਿਹੜਾ ਹੈ ਉਹ ਬਦਲੇ 'ਚ ਕੁਝ ਮੰਗਦਾ ਨਹੀਂ। ਜਿਹੜਾ ਸਿੱਧੂ ਦੇ ਇਸ਼ਕ ਨੂੰ ਸਮਝਦਾ, ਉਹ ਸਿੱਧੂ ਨੂੰ ਸਮਝਦਾ। ਕਿਉਂਕਿ ਮੈਂ ਸਾਰਾ ਕੁਝ ਵਾਰ ਦੂੰ, ਸਾਰਾ ਕੁਝ ਕੁਰਬਾਨ ਕਰ ਦੂੰ, ਲੇਕਿਨ ਪੰਜਾਬ ਦੇ ਨਾਲ ਦਰੋਹ ਨਹੀਂ ਕਰੂੰਗਾ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦਊਂਗਾ, ਪੰਜਾਬ ਦੇ ਨਾਲ ਐਤਕੀ ਝੂਠ ਨਹੀਂ ਬੋਲੂੰਗਾ। ਔਰ ਆਉਣ ਵਾਲੀ ਪੀੜ੍ਹੀ ਦਾ ਸੌਂ, ਮੈਂ ਨਾ ਆਉਣ ਵਾਲੀ ਪੀੜ੍ਹੀ ਦਾ ਸਾਕਾ। ਇੱਕ ਮਿੰਟ ਖੜ੍ਹ ਦੇ ਯਾਰ, ਹੁਣ ਤੂੰ ਸਵਾਲ ਪੈਣ ਮੈਂ ਜਵਾਬ ਦੇ ਦੇਣਾ। ਮਾਈ ਟਰਨ ਬ੍ਰਦਰ, ਮਾਈ ਟਰਨ। ਬਹਿ ਜਾ। ਮੈਂ ਕੀ ਕਹਿਣਾ ਕਿ ਜਵਾਬ ਹੀ ਦੇ ਰਿਹਾ ਸਾਰਾ। ਮੈਂ ਦਰੋਹ ਦੀ ਜਦੋਂ ਗੱਲ ਕਰਦਾ ਪੰਜਾਬ ਨਾਲ ਦਰੋਹ ਨਹੀਂ ਕਰੂੰਗਾ, ਤੇ ਮੈਂ ਨਾ ਪਹਿਲਾਂ ਸੀ ਇਹਨਾਂ ਚੀਜ਼ਾਂ ਦੇ ਨਾਲ ਧਿਆਨ ਨਾ ਆ। ਸੱਤਾ ਦਾ ਮੈਨੂੰ ਲੋਭ ਕੋਈ ਨਹੀਂ, ਲੇਕਿਨ ਮੈਂ ਪੰਜਾਬ ਨੂੰ ਹਰ ਪਲ ਹਰ ਰੋਜ਼ ਅਵਗਤ ਕਰਾਉਂਦਾ ਰਹੂੰਗਾ। ਉੱਠ ਕੇ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਅਵਗਤ ਕਰਾਉਂਦਾ ਰਹੂੰਗਾ ਵੀ ਆਹ ਨਾ ਕਰੇ। ਇਹ ਟੌਕ ਇਹਦਾ ਪ੍ਰਮਾਣ ਨਹੀਂ ਹੈ। ਇਹ ਕਿਸੇ ਪਾਰਟੀ ਦੇ ਬੰਦੇ ਦੀ ਟੌਕ ਹੈ ਜਾਂ ਪੰਜਾਬ ਨੂੰ ਇਸ਼ਕ ਕਰਨ ਵਾਲੇ ਦੀ ਟੌਕ ਹੈ? ਅੰਦਾਜ਼ਾ ਲਾ ਮਿੱਤਰਾ। ਹੈ ਇਹ ਕਿਸੇ ਸੱਤਾਧਾਰੀ ਦੀ ਗੱਲ ਹੈ? ਇਹ ਕਿਸੇ ਨੂੰ ਸੱਤਾ ਦੇ ਲੋਭ ਦੀ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ, ਜਾਂ ਪੰਜਾਬ ਦੇ ਬੱਚਿਆਂ ਦੀ ਗੱਲ ਕਰ ਰਿਹਾ, ਆਪਣੀ ਪੱਗ ਦੀ ਗੱਲ ਕਰ ਰਿਹਾ, ਆਪਣੀ ਹੋਂਦ ਦੀ ਗੱਲ ਕਰ ਰਿਹਾ, ਆਪਣੀ ਅਲਖ ਦੀ ਗੱਲ ਕਰ ਰਿਹਾ, ਆਪਣੇ ਪਿਛੋਕੜ, ਆਪਣੇ ਇਤਿਹਾਸ ਜਿਨ੍ਹਾਂ ਦੇ ਚਰਨਾਂ ਦੀ ਧੂੜ ਆ, ਆਪਣੇ ਗੁਰੂਆਂ ਦੀ ਗੱਲ ਕਰ ਰਿਹਾ। ਬਾਬੇ ਨਾਨਕ ਦੇ ਫਲਸਫੇ ਤੇ ਬਣ ਸਕਦਾ ਪੰਜਾਬ। ਸਿੱਧੂ ਦੀ ਕੋਈ ਔਕਾਤ ਨਹੀਂ, ਸਿੱਧੂ ਜ਼ੀਰੋ। ਬਾਬੇ ਨਾਨਕ ਦੇ ਫਲਸਫੇ ਤੇ ਬਣ ਸਕਦਾ ਪੰਜਾਬ, ਤੇ ਉਸ ਫਲਸਫੇ ਨੂੰ ਲੈ ਕੇ ਜਾਉਂ ਲੋਕਾਂ ਕੋਲ ਵੀ ਕਿੱਥੇ ਕੀਤਾ ਤੁਸੀਂ ਸਰਬੱਤ ਦਾ ਭਲਾ। ਤੁਸੀਂ 1% ਲੋਕਾਂ ਦਾ ਭਲਾ ਕੀਤਾ, 99% ਬਿਲਕਦੇ ਫਿਰਦੇ। 1% ਅਮੀਰ ਹੋਈ ਗਿਆ, 99% ਗਰੀਬ ਹੋਈ ਗਿਆ। ਉਸ 1% ਦੀ ਗੱਲ ਨਹੀਂ ਕਰਦਾ, 0.1% ਦੀ ਗੱਲ ਨਹੀਂ ਕਰਦਾ ਸਿੱਧੂ। ਜੇ ਕਿਸਾਨੀ ਸੰਵਾਰਨੀ ਹੈ, ਰੋਡ ਮੈਪ ਚਾਹੀਦਾ ਦਿਨਾ। ਜੇ ਕਿਸੇ ਕੋ ਬਿਹਤਰ ਹੋਵੇ ਦਵੇ, ਉਹਦੇ ਮਗਰ ਤੁਰੂ। ਜੇ ਪੰਜਾਬ ਮਾਡਲ ਦਿਨਾ, ਉਹ ਕੋਈ ਇੱਕ ਦਿਨ 'ਚ 2 ਦਿਨ 'ਚ ਨਹੀਂ ਬਣ ਗਿਆ। 17 ਸਾਲ ਦੇ ਘਸੜੇ ਖਾ ਰਿਹਾ ਨਵਜੋਤ ਸਿੰਘ ਸਿੱਧੂ, ਲੇਕਿਨ ਇਹ ਸਿਸਟਮ ਨੂੰ ਸਮਝ ਗਿਆ। ਇਹ ਮਾਫੀਆ ਜਿਹੜਾ ਕਠਪੁਤਲੀਆਂ ਬਣਾ ਠੇਕੇਦਾਰਾਂ ਨੂੰ ਨਚਾਉਂਦਾ, ਸਮਝ ਗਿਆ ਉਹਨੂੰ। ਤੁਹਾਡੇ ਮੂਹਰੇ ਪਾਸ ਕੀਤਾ ਇਹ। ਅੱਗੇ ਤੁਸੀਂ ਸਮਝਦੇ ਸੀ ਇਸ ਗੱਲ ਨੂੰ? ਅੱਜ ਹਰੇਕ ਬੰਦਾ ਸਵਾਲ ਦੱਸੋ ਕਿੱਥੋਂ ਲਿਆਏਗਾ ਪੈਸੇ? ਇਹ ਕਿਹਨੇ ਲਾਇਆ? ਜਿੱਦਣ ਪੰਜਾਬ ਦੇ ਲੋਕ ਤੁਹਾਡੇ ਵਰਗੇ ਮੇਰੇ ਭਰਾ ਗਲੀਆਂ 'ਚ, ਮਹੱਲਿਆਂ 'ਚ, ਚੌਂਕਾਂ 'ਚ, ਚਬਾਰਿਆਂ 'ਚ ਖੜ ਕੇ ਪੁੱਛਣ ਲੱਗੇ ਇਹ ਸਵਾਲ, ਉਸੇ ਦਿਨ ਮਾਫੀਆ ਟੁੱਟੇਗਾ। ਇਹ ਸਿੱਧੂ ਦੀ ਲੜਾਈ ਨਹੀਂ, ਇਹ ਤੁਹਾਡੀ ਲੜਾਈ ਹੈ ਮਿੱਤਰਾ। ਇਹ ਤੁਹਾਡੀ ਪੰਜਾਬ ਦੇ ਲੋਕਾਂ ਦੀ ਲੜਾਈ। ਤੇ ਮੈਂ ਲੜੂ ਤੁਹਾਡੇ ਮਨਾਂ 'ਚ, ਮੈਂ ਲੜੂ ਤੁਹਾਡੇ ਮਨਾਂ 'ਚ। ਮੈਂ ਦੱਸੂ ਵੀ ਅਫਸਰਸ਼ਾਹੀ ਹੁੰਦੀ ਕੀ ਹੈ, ਮੈਂ ਦੱਸੂ ਵੀ ਚੋਰ ਮੋਰੀਆਂ ਹੈ ਕੀ, ਮੈਂ ਦੱਸੂ ਵੀ ਇਹ ਠੱਗੀ ਪੰਜਾਬ ਨਾਲ ਲੱਗੀ ਕਿੱਦਾਂ, ਮੈਂ ਦੱਸੂ ਵੀ ਲਾਲਚੀ ਲੋਕ ਪੰਜਾਬ ਗਿਰਵੀ ਰੱਖਦੇ ਵੇਚ ਗਏ। ਕੌਣ ਰੋਕ ਸਕਦਾ ਇਹਨੂੰ? ਤੁਸੀਂ ਰੋਕ ਸਕਦੇ, ਤੁਸੀਂ ਰੋਕ ਸਕਦੇ ਹੋ। ਇਹ ਜਿਹੜੀ ਇੱਕ ਬਹੁਤ ਵੱਡੀ ਜਰਨਲਿਜ਼ਮ ਦੀ ਕਲਾਸ ਹੈ। ਹਰ ਥਾਂ ਤੇ ਚੰਗੇ ਮਾੜੇ ਲੋਕ ਹੁੰਦੇ, ਲੇਕਿਨ one man with courage makes a majority। ਇੱਕ ਆਦਮੀ ਬਹਾਦਰ ਹੋਵੇ, ਇਹੀ ਬਹਾਦਰੀ ਹੈ ਵੀ ਸੱਚ ਲੋਕਾਂ ਦੇ ਸਾਹਮਣੇ ਰੱਖੀ, ਪੰਜਾਬ ਨੂੰ ਭਟਕਣ ਨਾ ਦੇ। ਐਂਡ ਆਈ ਐਂਡ ਮਾਈ ਟਾਕ ਬਾਈ ਸੇਇੰਗ, ਕਿਉਂਕਿ ਟਾਈਮ ਲੰਬਾ ਹੋ ਗਿਆ ਤੇ ਚੱਲੀ ਜਾਊਗਾ। ਮੈਂ ਪਛੜਨ ਵਾਲਾ ਨਹੀਂ, ਮੈਂ ਪਿੱਛੇ ਹਟਣ ਵਾਲਾ ਨਹੀਂ। ਤੁਸੀਂ ਸਵਾਲ ਛੱਡੀ ਜਾਣੇ ਤੇ ਮੈਂ ਜਵਾਬ ਦੇਈ ਜਾਣੇ ਆ। ਮੈਂ ਆਖਰੀ ਲਾਈਨ ਇੱਕ ਕਹਿਣ ਵਾਲਾ ਤੇ ਵੀ ਵਿਲ ਐਂਡ ਇਟ ਸਰ। ਉਸ ਤੋਂ ਬਾਅਦ ਤੁਸੀਂ ਆਪਦੀ ਕੋਈ ਗੱਲ ਕਰਿਓ। ਮੈਂ ਇੱਕ ਆਖਰੀ ਲਾਈਨ ਕਹਿਣ ਵਾਲਾ। ਚਲੋ 2 ਸਵਾਲ ਹੋਰ ਲੈ ਲਾਂਗੇ, ਕੋਈ ਗੱਲ ਨਹੀਂ ਭਾਜੀ। ਮੈਂ ਭੱਜਣ ਵਾਲਾ ਬੰਦਾ ਹੀ ਨਹੀਂ ਹੈਗਾ, ਪਿੱਠ ਦਿਖਾਉਣ ਵਾਲਾ ਬੰਦਾ ਹੀ ਨਹੀਂ। ਮੈਂ ਆਖਰੀ ਲਾਈਨ ਤੁਹਾਨੂੰ ਕਹਿਣ ਵਾਲਾ, ਇਹਨੂੰ ਮੈਂ ਰਿਪੀਟ ਕਰਦਾ ਰਹਿਣਾ। ਭਾਵੇਂ ਤੁਸੀਂ ਰਾਮ ਦਾ ਨਾਮ ਹੋਵੇ, ਭਾਵੇਂ ਵਾਹਿਗੁਰੂ ਹੋਵੇ, ਜਿੰਨੀ ਵਾਰ ਰਿਪੀਟ ਕਰੀਏ ਨਾ
ਉਹਨਾਂ ਫਲਦਾ ਹੈ, ਉਹਨਾਂ ਲੱਗਦਾ ਹੈ। ਇਹ ਇਲੈਕਸ਼ਨ ਅਗਲੀ ਇਲੈਕਸ਼ਨ ਲਈ ਨਹੀਂ ਹੈ ਭਾਜੀ, ਇਹ ਇਲੈਕਸ਼ਨ ਅਗਲੀ ਇਲੈਕਸ਼ਨ ਲਈ ਨਹੀਂ ਹੈ, ਇਹ ਇਲੈਕਸ਼ਨ ਸਾਡੀ ਅਗਲੀ ਪੀੜ੍ਹੀ ਦੇ ਲਈ ਇਲੈਕਸ਼ਨ। ਦਿਸ ਇਜ਼ ਐਨ ਇਲੈਕਸ਼ਨ ਫॉर ਆਰ ਨੈਕਸਟ ਜਨਰੇਸ਼ਨ ਨੈਕਸਟ। ਅਸੀਂ ਕੀ ਦੇ ਕੇ ਜਾਂਦੇ ਉਹਨੂੰ, ਸਾਡੇ ਜ਼ਿਹਨ 'ਚ ਕੀ ਹੈ, ਇਹੀ ਇਸ ਇਲੈਕਸ਼ਨ ਦਾ ਮਕਾਮ। ਭਾਜੀ ਇੱਕ ਦੋ ਸਵਾਲ ਸਾਡੇ ਜਰਨਲਿਸਟ ਬੜੀ ਦੇਰ ਤੋਂ ਹੱਥ ਖੜੇ ਕਰ ਰਹੇ ਆ, ਇਹਨਾਂ ਤੋਂ ਬਾਅਦ ਪਲੀਜ਼ ਜ਼ਿਆਦਾ ਨਹੀਂ। ਜਨਾਬੇ ਮੈਂ ਗੁਰਪ੍ਰੀਤ ਸਿੰਘ ਸੰਧੂ ਹਾਈ ਕੋਰਟ ਐਡਵੋਕੇਟ ਹਾਂ, ਪ੍ਰੈਕਟਿਸ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਉਮੀਦ ਕਰਦਾ ਤੇ ਇਹ ਵਿਸ਼ਵਾਸ ਕਰਦਾ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜੇ ਟਾਪ ਆਫ ਦਾ ਪ੍ਰਿਜ਼ਮ ਸਹੀ ਹੋਵੇ ਤਾਂ ਥੱਲੇ ਸਾਰਾ ਕੁਝ ਸਹੀ ਹੋ ਜਾਂਦਾ। ਮੈਂ ਉਮੀਦ ਕਰਦਾ ਕਿ ਜਦੋਂ ਤੁਸੀਂ ਬੈਠੋਗੇ ਤਾਂ ਤੁਸੀਂ ਉਦੋਂ ਵੀ ਆਪਦੀ ਇਸ ਜ਼ੁਬਾਨ ਤੇ ਪੱਕੇ ਰਹੋਗੇ ਤਾਂ ਸਿਸਟਮ ਵਾਕਈ ਸਹੀ ਹੋ ਸਕਦਾ। ਬੇਸ਼ੱਕ ਕੋਈ ਕਿੰਨਾ ਵੀ ਐਡਵਰਸ ਸਟੇਟਿਸ ਹੋਣ, ਦੰਕਲ ਵਗੈਰਾ, ਜੇ ਉਹਨਾਂ ਕੰਪਨੀਆਂ ਦੇ ਮੁਕਾਬਲੇ ਦੇ ਵਿੱਚ ਸੀਐਮ ਚਾਹਵੇ ਕਿ ਅਸੀਂ ਆਪਦੇ ਕਿਸਾਨ ਨੂੰ ਖੜਾ ਕਰਨਾ ਤਾਂ ਉਹ ਕਰ ਸਕਦਾ। ਸਭ ਤੋਂ ਪਹਿਲਾਂ ਤਾਂ ਮੇਰੀ ਉਮੀਦ ਹੈ ਕਿ ਤੁਸੀਂ ਕਾਇਮ ਰਹੋਗੇ ਆਪਦੇ ਵਿਚਾਰਾਂ ਤੇ। ਮੇਰੇ 2-3 ਸਵਾਲ ਹੈ ਜੀ। ਇੱਕ ਤਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਲਾਅ, ਤਾਂ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਜਦੋਂ ਪੜ੍ਹਾਉਂਦੇ ਸੀ ਉਦੋਂ ਕਹਿੰਦੇ ਸੀ ਕਿ ਇਹਦੀ ਰੂਹ ਹੈ ਜਿਹੜੀ ਉਹ ਸੰਘਾਤਮਕ ਹੈ, ਫੈਡਰਲ ਹੈ, ਲੇਕਿਨ ਇੱਕ ਵਾਰੀ ਇਹਨੂੰ ਯੂਨਿਟਰੀ ਬਣਾ ਰਹੇ ਹਾਂ, ਹੌਲੀ ਹੌਲੀ ਇਹਨੂੰ ਪੂਰਾ ਫੈਡਰਲ ਕਰ ਦਾਂਗੇ। ਲੇਕਿਨ ਪਿਛਲੇ 70 ਸਾਲਾਂ 'ਚ ਸਣੇ ਕਾਂਗਰਸ ਪਾਰਟੀ, ਸਣੇ ਬੀਜੇਪੀ, ਸਾਰਿਆਂ ਨੇ ਇਹਨੂੰ ਪੂਰੀ ਤਰ੍ਹਾਂ ਯੂਨਿਟਰੀ ਕਰਤਾ ਤੇ ਸਟੇਟਾਂ ਦੇ ਰਾਈਟ ਬਹੁਤ ਖਤਮ ਹੋ ਗਏ। ਜਿਹੜੀ ਗੱਲ ਜੇ ਆਪਾਂ ਦੇਖੀਏ ਐਜੂਕੇਸ਼ਨ ਦੀ ਗੱਲ ਬੜੀ ਮੁੱਦਾ ਉੱਠਿਆ ਹੈ। ਜਦੋਂ ਤੱਕ ਐਜੂਕੇਸ਼ਨ ਸਟੇਟ ਲਿਸਟ ਦੇ ਵਿੱਚ ਸੀਗੀ ਤਾਂ ਸਾਡੇ ਸਰਕਾਰੀ ਸਕੂਲਾਂ ਨੇ ਬੜੇ ਵੱਡੇ ਅਫਸਰ ਵੀ ਦਿੱਤੇ ਆ, ਸਾਇੰਟਿਸਟ ਵੀ ਦਿੱਤੇ ਆ, ਸਤਾਰ ਮਨਮੋਹਨ ਸਿੰਘ ਵਰਗੇ ਲੋਕ। ਬਿਲਕੁਲ ਜੀ। ਲੇਕਿਨ ਜਦੋਂ ਕੰਕਰੈਂਟ ਲਿਸਟ ਦੇ ਵਿੱਚ ਆ ਗਈ ਤੇ CBSE ਨੇ ਪਰਸੈਂਟੇਜ ਵਧਾਉਣੀ ਸ਼ੁਰੂ ਕਰਤੀ ਤੇ ਅਸੀਂ ਆਪਦੇ ਬੱਚਿਆਂ ਨੂੰ ਕਿਉਂਕਿ ਸਾਡੇ ਤਾਂ 65% ਨੰਬਰ ਬੜੇ ਮੁਸ਼ਕਿਲ ਨਾਲ ਦਿੰਦੇ ਸੀ ਬੋਰਡ, CBSE 90% ਦਿੰਦੀ ਸੀ, ਕੰਪੀਟੀਸ਼ਨ 'ਚ ਪਿਛੜਨ ਲੱਗ ਗਏ ਤਾਂ ਸਾਡਾ ਜਿਹੜਾ ਖਾਸਾ ਹੀ ਖਤਮ ਕਰ ਦਿੱਤਾ ਗਿਆ ਉਸ ਰਾਹੀਂ। ਇਹਦੇ ਬਾਰੇ ਤੁਹਾਡਾ ਕੀ ਵਿਜ਼ਨ ਹੋਊਗਾ, ਜਿਹੜੀ ਫੈਡਰਲ ਸਿਸਟਮ ਬਾਰੇ, ਉਹਨੂੰ ਕਿਵੇਂ ਤੁਸੀਂ ਉਸ ਤੋਂ ਬਚ ਕੇ ਸਟੇਟ ਦਾ ਕਰੋਗੇ? ਸੈਕੰਡ ਗੱਲ ਜਿਹੜੀ ਹੈ, ਇੱਕ ਪਾਣੀ ਜਿਹੜਾ ਰਾਜਸਥਾਨ ਨੂੰ ਜਾਂਦਾ, ਵਿਧਾਨ ਸਭਾ ਨੇ ਬਿੱਲ ਪਾਸ ਕੀਤਾ ਸੀ ਉਹਨਾਂ ਤੋਂ ਪੈਸੇ ਲੈਣ ਵਾਸਤੇ। ਹਰਿਆਣੇ ਨਾਲ ਸਾਡਾ ਹੋਰ ਮਸਲਾ ਹੈ, ਅਲੱਗ ਮਸਲਾ, ਭਰਾਵੀ ਵੰਡ ਦਾ ਮਸਲਾ, ਉਹਦੇ 'ਚ ਹੋਰ ਕਿੰਤੂ ਪਰੰਤੂ ਹੈਗੇ ਆ। ਲੇਕਿਨ ਰਾਜਸਥਾਨ ਦੇ ਨਾਲ ਸਾਡਾ ਕਲੀਅਰ ਕੱਟ ਮਸਲਾ ਕਿ ਸਾਡਾ ਪਾਣੀ ਗਿਆ, ਸਾਡੇ ਰਿਸੋਰਸਿਸ ਗਿਆ, ਉਹਦਾ ਸਾਨੂੰ ਪੈਸਾ ਨਹੀਂ ਆਇਆ। ਥਰਡ ਜਿਹੜੀ ਗੱਲ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਅਨਐਮਪਲਾਇਮੈਂਟ ਦੀ, ਸਾਡੀ ਐਗਰੀਰੀਅਨ ਸਟੇਟ ਹੈਗੀ ਆ, ਇਹਦੇ ਵਿੱਚ ਐਗਰੀਰੀਅਨ ਇੰਡਸਟਰੀ ਲੱਗਣੀ ਹੈ। ਕਦੇ ਕਿਸੇ ਸਰਕਾਰ ਨੇ ਸਰਵੇ ਨਹੀਂ ਕਰਾਇਆ ਕਿ ਆਉਣ ਵਾਲੇ 25-30 ਸਾਲਾਂ 'ਚ ਇੰਡਸਟਰੀ ਕਿਹੜੇ ਪਾਸੇ ਜਾਊਗੀ, ਕਿਹੜੀਆਂ ਜੌਬਸ ਚਾਹੀਦੀਆਂ ਹੋਣਗੀਆਂ, ਕਿਹੜੀ ਸਕਿੱਲ ਚਾਹੀਦੀ ਹੋਊਗੀ, ਇਹ ਅਸੈਸਮੈਂਟ ਜਿਹੜੀ ਹੈਗੀ ਆ ਉਹ ਕਿਵੇਂ ਹੋਊਗੀ, ਕੀ ਹੋਊਗਾ, ਸਾਰਾ ਇਸ ਬਾਰੇ ਤੁਸੀਂ, ਕਿਉਂਕਿ ਕੋਈ ਵੀ ਕੱਲੀ ਗੱਲ ਨਹੀਂ, ਸਟੇਟ ਦੀ ਜਦੋਂ ਗੱਲ ਕਰਦੇ ਸਾਰੀਆਂ ਗੱਲਾਂ ਜੁੜੀਆਂ ਹੁੰਦੀਆਂ ਆਪਸ ਦੇ ਵਿੱਚ, ਤਾਂ ਇਹਦੇ ਬਾਰੇ ਸਾਰਾ ਜੇ ਤੁਸੀਂ ਡਿਟੇਲ ਦਿਓਗੇ ਜਵਾਬ ਤਾਂ ਬੜੀ ਕਿਰਪਾ ਹੋਊਗੀ। ਥੈਂਕ ਯੂ ਸਰ। ਬਹੁਤ ਹੀ ਮਤਲਬ ਮੈਂ ਜੇ ਸੱਚੀ ਗੱਲ ਤੁਹਾਨੂੰ ਦੱਸਾਂ ਨਾ, ਮੈਂ ਸਲਾਮ ਮਾਰਦਾ ਯਾਰ ਤੈਨੂੰ ਸਵਾਲ ਪੁੱਛਣ, ਸੀਰੀਅਸ ਰੀਅਲੀ ਬਹੁਤ ਹੀ ਵਧੀਆ ਸਵਾਲ ਕੀਤਾ। ਪਰ ਮੈਂ ਦੇਖਦਾ ਕਈ ਮੁਲਕਾਂ ਦੇ ਵਿੱਚ ਜਿਹੜਾ ਅਸਲੀ ਬਦਲਾਅ ਆਇਆ ਨਾ ਉਹ ਵਕੀਲਾਂ ਰਾਹੀਂ ਆਇਆ। ਮੈਨੂੰ ਹੁਣ ਪਤਾ ਲੱਗ ਰਿਹਾ ਵੀ ਵਾਕਈ ਵਕੀਲ ਬਹੁਤ ਸਿਆਣੇ ਨੇ। ਦੇਖੋ ਤੁਸੀਂ ਇੰਨੇ ਕੁ ਜਿਹਨੂੰ ਕਹਿੰਦੇ ਨੇ ਨਾ ਕਿ ਬੁਨਿਆਦੀ ਸਵਾਲ, ਬੁਨਿਆਦ ਤੋਂ ਬਿਨਾਂ ਇਮਾਰਤ ਨਹੀਂ ਨਾ ਬਣਦੀ, ਤੁਸੀਂ ਬੁਨਿਆਦੀ ਸਵਾਲ ਪੁੱਛੋ। ਦੇਖੋ ਫੈਡਰਲ ਸਟਰਕਚਰ ਜਿਹੜਾ ਹੈਗਾ ਇਹ ਸਟੇਟਾਂ ਦੀ ਹੋਂਦ ਦੀ ਗੱਲ ਹੈ। ਮੈਂ ਸ਼ੁਰੂ ਤੋਂ, ਤੁਸੀਂ ਪ੍ਰੋਫੈਸਰ ਨੂੰ ਪੁੱਛ ਲਓ, ਮੈਂ ਫੈਡਰਲ ਸਟਰਕਚਰ ਲਈ ਪਹਿਲੇ ਦਿਨ ਤੋਂ ਲੜਦਾ ਰਿਹਾ। ਔਰ ਦੂਜੀ ਗੱਲ, ਫੈਡਰਲ ਸਟਰਕਚਰ ਦੇ ਲਈ ਅਗਰ ਕੋਈ ਸਭ ਤੋਂ ਵੱਡੀ ਚੀਜ਼ ਬਣੀ ਸੀ, ਇਹਨੂੰ ਅਮਲੀ ਜਾਮਾ ਪਾ ਕੇ ਸੁਰੱਖਿਅਤ ਰੱਖਣ ਦੇ ਲਈ, ਇਹਦੀ ਢਾਲ ਅਗਰ ਕੋਈ ਧਰਤੀ ਤੇ ਬਣੀ ਸੀ ਤੇ ਸਰਕਾਰੀਆ ਕਮਿਸ਼ਨ ਬਣਿਆ ਸੀ। ਤੁਸੀਂ ਅਗਰ ਉਸ ਸਰਕਾਰੀਆ ਕਮਿਸ਼ਨ ਨੂੰ ਪੜ੍ਹੋ, ਮੇਰੇ ਤੇ ਉਹ ਰਿਸ਼ਤੇਦਾਰ ਸੀ, ਮੈਂ ਤੇ ਉਹਨਾਂ ਦੇ ਹੱਥਾਂ 'ਚ ਵੱਡਾ ਹੋਇਆ, ਮੈਂ ਉਹਨਾਂ ਤੋਂ ਹੀ ਸਿੱਖਿਆ ਹੈ ਕਿ ਸਟੇਟਾਂ ਨੂੰ ਗੁਲਾਮ ਬਣਾਉਣ ਦੀ ਸਾਜ਼ਿਸ਼ ਹੈ। ਜਦੋਂ GST ਆਇਆ ਭਾਜੀ, ਤੁਸੀਂ ਵੇਖੋ, ਜਦੋਂ GST ਆਇਆ ਤੇ ਮੈਂ ਪਹਿਲਾ ਬੰਦਾ ਸੀਗਾ ਜਿਹਨੇ 15 ਦਿਨਾਂ ਦੇ ਬਾਅਦ ਅੰਮ੍ਰਿਤਸਰ ਦੇ ਵਿੱਚ 20,000 ਬੰਦਾ ਲੈ ਕੇ GST ਦੇ ਖਿਲਾਫ ਜ਼ਬਰਦਸਤ ਧਰਨਾ ਮੁਸ਼ਾਰਾ ਕੀਤਾ ਸੀ। ਕੋਈ ਯਾਦ ਹੈ ਕਿਸੇ ਨੂੰ? ਜੀ ਤੁਹਾਨੂੰ ਕਿਸੇ ਨੂੰ ਯਾਦ ਹੈ? ਉਹਨਾਂ ਨੂੰ ਯਾਦ ਹੈ, ਸਭ ਨੂੰ ਯਾਦ ਹੈ। ਉਹ ਕਿਉਂ ਸੀ? ਕਿਉਂਕਿ ਮੈਂ ਇਹ ਮੰਨਦਾ ਕਿ ਇਹ ਐਡੀਆਂ ਜ਼ਬਰਦਸਤ IAS ਅਫਸਰਾਂ ਦੀਆਂ ਸ਼ਬਦਾਂ ਦੀਆਂ ਚਾਲਾਂ ਨੇ ਕਿ ਇਹਨਾਂ ਨੇ ਸੂਬੇ ਮਾਰਤੇ। ਇਹ ਸੂਬੇ, ਇਹ ਕੌਨਕਰੈਂਟ ਲਿਸਟ ਜਿਹੜੀ ਹੈ ਸੂਬੇ ਮਾਰਨ ਦੇ ਲਈ ਹੀ ਹੈ। ਉਹ 'ਚ ਕੀ ਸੀ? ਉਹ 'ਚ ਬੜਾ ਸਿੰਪਲ ਹੋ ਸੀ ਕਿ ਭਾਈ ਸਾਡਾ ਜਿਹੜਾ ਕੋਈ ਵੀ ਗੈਰਤਮੰਦ ਮੰਤਰੀ ਸੀ ਜਾਂ ਮੁੱਖ ਮੰਤਰੀ ਸੀ, ਉਹ ਇਹ ਕਹਿੰਦਾ ਕਿ ਭਾਈ ਤੁਸੀਂ GST ਅਗਰ ਸਾਡਾ ਲੈਣਾ ਹੈ
ਤੇ ਤੁਸੀਂ GST ਸਾਨੂੰ ਕਲੈਕਟ ਕਰਨ ਦਿਓ, ਅਸੀਂ ਆਪਣਾ ਹਿੱਸਾ ਰੱਖ ਕੇ ਤੁਹਾਨੂੰ ਦੇ ਦਿਆਂਗੇ। ਕਿੱਡੀ ਕੁ ਗੱਲ ਸੀ ਬਾਈ, ਕਿੱਡੀ ਕੁ ਗੱਲ ਹੈ। ਮੇਰੀ ਚੀਜ਼ ਹੈ, ਮੇਰੇ ਪੈਸੇ ਹੈ, ਮੇਰੇ ਨਾਂ ਤੇ ਇਕੱਠੇ ਕੀਤੇ ਗਏ ਹੈ, ਮੈਂ ਲੈਣਾ ਹੈ, ਮੇਰੇ ਸੂਬੇ ਦੇ ਨੇ, ਤੇ ਤੁਸੀਂ ਰੱਖ ਕੇ ਸਾਨੂੰ ਹੱਥ 'ਚ ਠੂਠਾ ਕਿਉਂ ਦਿਓਗੇ ਬਈ? ਕਿਹਨੇ ਕੀਤਾ? ਸਿੱਧੂ ਕਰਦਾ ਸੀ। ਸਿੱਧੂ ਉਦੋਂ ਕਹਿੰਦਾ ਸੀ ਕਿ ਫਾਈਨੈਂਸ ਮਿਨਿਸਟਰ ਸਾਹਿਬ ਇਹ ਠੂਠਾ ਦੇ ਦੇਣਗੇ ਆਪਣੇ ਹੱਥ 'ਚ। ਉਦੋਂ ਕਹਿੰਦਾ 14% ਤੁਹਾਨੂੰ ਗਰੰਟੀ ਦੇਵਾਂਗੇ। ਚਲੋ ਸਰਕਾਰ ਮਾੜੀ ਮੋਟੀ ਉਹ ਗਰੰਟੀ ਨਾਲ ਚੱਲ ਗਈ, ਹੁਣ ਕਿਹੜੀ ਗਰੰਟੀ ਹੈ? ਪੈਸੇ ਨਾ ਦੇਣੇ ਨਹੀਂ। 3 ਕਾਲੇ ਕਾਨੂੰਨ ਕੀ ਹੈ ਜਨਾਬ, ਇਹਨੂੰ ਸਮਝੋ ਪਹਿਲਾਂ। ਇਹ ਕਿੱਡੀ ਵੱਡੀ ਸਾਜ਼ਿਸ਼ ਹੈ। ਐਗਰੀਕਲਚਰ ਸਟੇਟ ਸਬਜੈਕਟ ਹੈ, ਠੀਕ ਹੈ ਜੀ। ਐਗਰੀਕਲਚਰ ਅਗਰ ਸਟੇਟ ਸਬਜੈਕਟ ਹੈ ਤੇ ਤੁਸੀਂ ਟ੍ਰੇਡ ਐਂਡ ਕਾਮਰਸ ਦੀ ਆੜ ਦੇ ਵਿੱਚ ਇਹਦੇ ਤੇ ਕਾਨੂੰਨ ਕਿੱਦਾਂ ਬਣਾ ਰਹੇ ਹੋ? ਤੁਸੀਂ ਮਾਰਕੀਟ ਕਿੱਦਾਂ ਖੜੀ ਕਰ ਰਹੇ ਹੋ? ਤੁਸੀਂ ਕਿਸ ਤਰੀਕੇ ਦੇ ਨਾਲ ਪੰਜਾਬੀ ਸੂਬੇ ਦੇ ਲੋਕਾਂ ਨੂੰ ਕਹਿੰਦੇ ਤੁਹਾਨੂੰ ਕਾਨੂੰਨੀ ਅਧਿਕਾਰ ਹੈ ਨਹੀਂ? ਤੁਸੀਂ 3 ਕਰੋੜ ਪੰਜਾਬੀਆਂ ਦੇ ਅਧਿਕਾਰ, ਚੁਣੇ ਨੁਮਾਇੰਦਿਆਂ ਦੇ ਅਧਿਕਾਰ, MPਆਂ ਦੇ ਅਧਿਕਾਰ, MLA ਦੇ ਅਧਿਕਾਰ ਇੱਕ ਬੰਦੇ ਨੂੰ ਦੇ ਦਿਓ। ਤੇ ਮਹਾਰਾਜ ਮੈਂ ਤੁਹਾਨੂੰ ਅੱਜ ਕਹਿ ਰਿਹਾ, ਤੁਸੀਂ ਲਿਖ ਕੇ ਲੈ ਲਓ। ਇਹ ਕਿਤੇ ਰੁਕ ਗਿਆ? ਇਹ ਕਿਤੇ ਰੁਕ ਗਿਆ? ਇਹ ਬੜੇ ਸਕੀਮੀ, ਬੜੇ ਜਗਾੜੀ ਲੋਕ ਨੇ। ਇਹਨਾਂ ਨੂੰ ਤੁਸੀਂ ਐਵੇਂ ਛੋਟਾ ਮੋਟਾ ਸਮਝਿਆ, ਗੁੜ ਦੇ ਕੇ ਮਾਰਦੇ ਆ ਬਦਲਵਾ। ਇਹ ਗੁੜ ਦਿੰਦੇ ਆ, ਉਹਦੇ ਵਿੱਚ ਸਾਈਨਾਈਡ ਪਾਉਂਦੇ ਆ, ਬੰਦੇ ਨੂੰ ਕਹਿੰਦੇ ਲੈ ਜਾ ਘਰ। ਫਿਰ ਜਦੋਂ ਘਰੇ ਜਾ ਕੇ ਅਗਲਾ ਮੂੰਹ 'ਚ ਪਾਉਂਦਾ, ਅਗਲਾ ਕਹਿੰਦਾ ਹਾਰਟ ਅਟੈਕ ਹੋ ਕੇ ਮਰ ਗਿਆ। ਇਹ ਪਤਾ ਹੀ ਨਹੀਂ ਲੱਗਣ ਦਿੰਦੇ ਮਾਰਦੇ ਕਿੱਦਾਂ। ਮੈਂ ਦੱਸਦਾ ਤੁਹਾਨੂੰ, ਸ਼ਰੇਆਮ ਮਾਰਨ ਦੇ। FCI 2015 ਤੱਕ ਜਦੋਂ ਇਹਨਾਂ ਦੀ ਸਰਕਾਰ ਬਣਦੀ ਹੈ 91,000 ਕਰੋੜ ਰੁਪਏ ਦਾ ਕਰਜ਼ਾ ਸੀ, ਤੇ 6 ਸਾਲਾਂ 'ਚ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਜਾਣ ਕੇ ਮਰਨ ਦੇ, ਕਿਉਂਕਿ ਫੰਡਿੰਗ ਇਹਨਾਂ ਨੇ ਕਰਨੀ ਸੀ। ਜਾਣ ਕੇ ਮਰਨ ਦੇ ਹੈ ਬਈ FCI ਨੂੰ ਅਸੀਂ ਪਾਸੇ ਕਰਕੇ ਸਟੋਰੇਜ ਦੇ ਦੇਣੀ ਹੈ ਅਡਾਨੀ। ਹੁਣ ਸੁਣੋ, ਇਹਦੀ ਵੀ ਕਿੱਡੀ ਵੱਡੀ ਉਹ ਹੈ ਕਿ ਜਿੰਨਾ FCI ਦੀ ਸਟੋਰੇਜ ਹੈ ਉਨੀ ਅਡਾਨੀ ਬਣਾ ਚੁੱਕਿਆ। ਤੇ ਉਹਨੂੰ ਕੀ ਕਹਿੰਦੇ ਆ? FCI ਤੇ ਮਾਰਤੀ, ਉਹਨੂੰ ਫੰਡਿੰਗ ਹੀ ਨਹੀਂ ਕਰਦੇ। ਉਹ ਕਰਜ਼ੇ ਦੇ ਉੱਤੇ ਕਰਜ਼ਾ ਵਧੀ ਜਾਂਦਾ, 4 ਲੱਖ ਕਰੋੜ ਚੜ ਗਿਆ। ਉਹਨੂੰ ਕਹਿੰਦੇ ਤੈਨੂੰ ਮੈਕਸਿਮਮ ਸਪੋਰਟ ਪ੍ਰਾਈਸ। ਸਾਨੂੰ ਤੇ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿੰਦੇ ਕਿਸਾਨ ਨੂੰ। ਇਹਨੂੰ ਸਮਝਣ ਵਾਲੀ ਗੱਲ ਹੈ, ਇਹਨੂੰ ਸਮਝੋ ਧਿਆਨ ਨਾਲ ਮੈਂ ਜੋ ਕਹਿ ਰਿਹਾ। ਮੈਕਸਿਮਮ ਸਪੋਰਟ ਪ੍ਰਾਈਸ ਕੀ ਹੈ? ਵੀ FCI ਦੇ ਗੋਡਾਊਨਾਂ ਦੇ ਵਿੱਚ ਹੀ ਤੂੰ ਆਪਣੇ ਸਾਈਲੋ ਬਣਾ। ਪਾਣੀ ਕਿੰਨੇ ਲੱਖਾਂ ਮੀਟ੍ਰਿਕ ਟਨ ਬਣਾ ਚੁੱਕਿਆ ਆਲਰੇਡੀ, ਉਹਨੂੰ ਦੇ ਚੁੱਕੇ ਆ। ਸ਼ਾਂਤਾ ਕੁਮਾਰ ਕਮੇਟੀ ਦਾ ਪਹਿਲਾ, ਦੂਜਾ, ਤੀਜਾ ਇਹ ਅਡਾਨੀ ਨੂੰ ਦੇਣ ਹੈਂਡਓਵਰ ਦਾ ਹੈ। ਵੀ ਜੇ ਤੁਸੀਂ ਰਿਆਇਤ ਵੀ ਦਿਓਗੇ, ਪ੍ਰੋਕਿਉਰਮੈਂਟ ਕਰੋਗੇ, ਤੁਹਾਨੂੰ ਮੰਨਣੀ ਨਹੀਂ ਸੈਂਟਰ ਦੀ ਸਰਕਾਰ ਨੇ। ਜੇ 25% ਸਟੋਰੇਜ ਤੇਰੇ ਸਾਈਲੇ 'ਚ ਹੈ ਤੇ ਤੈਨੂੰ 100% ਪੈਸੇ ਦਿਆ। ਇਦੋਂ ਵੱਡਾ ਹਨੇਰ ਹੈ ਕਿ ਸਟੋਰੇਜ ਤੇਰੇ ਸਾਈਲੋ 'ਚ ਤੂੰ ਅਨਾਜ ਲਏਗਾ ਸਾਰਾ। ਸਟੋਰੇਜ ਤੇਰੇ ਸਾਈਲੋ ਦੇ ਵਿੱਚ ਜੇ 50% ਵੀ ਹੋਊਗੀ ਤੇ ਤੈਨੂੰ 100% ਦਾ ਮਿਲੂ, ਤੇ ਕਿਸਾਨ ਨੂੰ MSP ਨਹੀਂ ਮਿਲੂ, ਮਿਨੀਮਮ ਸਪੋਰਟ ਪ੍ਰਾਈਸ ਨਹੀਂ ਮਿਲੂ। 5 ਰੁਪਏ ਦਾ ਡੀਜ਼ਲ ਸੀ ਸਾਹਿਬ, ਕਿਸਾਨ ਦੀ ਗੱਲ ਕਰਦੇ ਹੋ ਨਾ ਤੁਸੀਂ। 5 ਰੁਪਏ ਦਾ ਡੀਜ਼ਲ ਸੀ 1992 'ਚ, 100 ਦਾ ਹੋਇਆ 5 ਰੁਪਏ, 10 ਰੁਪਏ ਘਟਾਤਾ, ਚਲੋ ਹੋ ਗਿਆ 25 ਗੁਣੇ ਵਧਿਆ। ਕਣਕ 330 ਰੁਪਏ ਸੀ, ਅੱਜ 1700 ਹੈ, 5 ਗੁਣੇ ਵਧੀ। 25 ਗੁਣਾ ਕਾਸਟ ਆਫ ਪ੍ਰੋਡਕਸ਼ਨ ਵਧੀ ਤੇ 5 ਗੁਣਾ ਹੋਰ ਲਓ। 1970 ਦੇ ਵਿੱਚ 90 ਰੁਪਏ ਤਨਖਾਹ ਸੀ ਪ੍ਰੋਫੈਸਰ ਦੀ, 300 400 ਗੁਣਾ। ਪ੍ਰਾਈਵੇਟ ਸੈਕਟਰ 1000 ਗੁਣਾ। TA DA ਪੈਨਸ਼ਨ। ਕਿਸਾਨ ਨੂੰ ਕੀ ਦਿੱਤਾ? 15 ਗੁਣਾ ਵਧੀ। ਕਿਉਂ ਬਈ? ਧਿਆਨ ਨਾਲ ਸਮਝੋ ਇਹਨਾਂ ਗੱਲਾਂ ਨੂੰ। 5 ਰੁਪਏ ਦਾ ਟਮਾਟਰ ਮੰਡੀ 'ਚ ਲੈ ਕੇ ਜਾਂਦਾ, ਉਹ ਪੈਰਿਸ਼ੇਬਲ ਕਮੋਡਿਟੀ ਹੈ, ਉਹਦੇ ਕੋਲ ਸਟੋਰੇਜ ਲਈ ਕੋਈ ਥਾਂ ਨਹੀਂ। ਉਹਨੂੰ ਆੜ੍ਹਤੀਆ ਕਹਿੰਦਾ ਲਿਆ ਬਈ 4 ਰੁਪਏ ਲਿਆ। ਉਹ ਕਹਿੰਦਾ ਮਹਾਰਾਜ ਮਾਲਕੋ 5 ਦਿਓ, 6 ਦਿਓ। ਨਾ 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 3.5 ਦਿਆਂ। ਉਹਨੂੰ ਪਤਾ ਹੈ ਵੀ ਮੈਂ ਟਰਾਲੀ ਘਰੇ ਵਾਪਸ ਲੈ ਗਲ ਜੂ। ਹਾਂਜੀ, ਉਹ 4 'ਚ ਦੇ ਜਾਂਦਾ। ਉਸੇ ਦਿਨ ਸ਼ਾਮ ਨੂੰ ਪਰਚੂਨ ਦੇ ਉੱਤੇ 25 ਦਾ ਵਿਕਦਾ। ਜੇ ਕਿਸਾਨ ਨੇ ਮਹੀਨੇ ਬਾਅਦ ਭਾਜੀ ਜਦੋਂ ਸੀਜ਼ਨ ਖਤਮ ਹੋ ਗਿਆ ਅਡਾਨੀ ਦੇ ਸਟੋਰੇਜ 'ਚੋਂ ਲੈਣਾ ਉਹ, ਤੇ 60 ਰੁਪਏ ਨੂੰ ਹਨੇਰ ਨਹੀਂ। ਮਜ਼ਦੂਰ ਤੇ ਆ ਜਾਓ। ਸੁਣ ਲਓ, ਤੁਸੀਂ ਬੜਾ ਵਧੀਆ ਸਵਾਲ ਕੀਤਾ। ਮੈਂ ਕਿਹਾ ਮਜ਼ਦੂਰ ਤੇ ਆਓ।
ਮਜ਼ਦੂਰ ਦੀ ਦਿਹਾੜੀ ਪਤਾ ਕਰੋ ਕਿੰਨੇ ਦੀ ਹੈ, 250। ਪੱਲੇਦਾਰਾਂ ਦੀ ਮੰਡੀ 'ਚ ਜਿਹੜੇ ਨੇ ਪੱਲੇਦਾਰ 250। ਪੁੱਛੋ ਕਦ ਦੀ 250 ਹੈ, ਉਹ ਕਹੋ ਜੀ ਸਾਨੂੰ ਤਾਂ ਯਾਦ ਨਹੀਂ ਹੈ, ਜਦ ਤੇ ਹਾਂ ਉਦੋਂ ਦੀ 250 ਹੀ ਹੈ। ਹਾਂਜੀ, ਦਾਲ 100 ਤੋਂ 200, ਪੈਟਰੋਲ 5 ਤੋਂ 100, 125 ਤੇ ਉਹਦੀ ਦਿਹਾੜੀ 250। ਜਦੋਂ ਇਹ ਇਨਫਲੇਸ਼ਨ ਵੱਧਦੀ ਹੈ ਤੇ ਉਹ 250 ਦਾ ਮੁੱਲ, ਜਿਹੜੀ ਚੀਜ਼ ਉਹਨੂੰ 250 ਚ ਮਿਲਦੀ ਸੀ 1000 ਚ ਨਹੀਂ ਮਿਲਦੀ, ਤੇ ਖੁਦਕੁਸ਼ੀ ਕਰੂ ਨਹੀਂ ਕਰੂ, ਤੇ ਗਰੀਬ ਲਈ ਹੈ ਕੀ ਭਾਜੀ? ਤਾਂ ਮੈਂ ਕਹਿੰਦਾ ਜੇ ਕਿਸਾਨੀ ਸਵਾਰਨੀ ਹੈ, ਕੋਲਡ ਸਟੋਰੇਜ ਬਣਾਓ 5-5 ਪਿੰਡਾਂ ਦੇ। ਜੇ ਉਹਦੀ ਸਬਜ਼ੀ ਉਗਾਉਂਦੀ ਹੈ, ਉਹਨੂੰ ਇਹ ਝੋਨੇ ਚੋਂ ਕੱਢੋ। ਝੋਨਾ ਤਾਂ ਇਹਨਾਂ ਨੇ ਸਾਨੂੰ ਇਸਤੇਮਾਲ ਕਰਨ ਲਈ PDS ਦੇਣ ਨੂੰ ਕੀਤਾ ਸੀ। ਅਸੀਂ 8% ਖਾਂਦੇ ਹਾਂ ਤੇ 1 ਕਿਲੋ ਝੋਨਾ ਲਾਉਂਦੇ ਹਾਂ ਤੇ 5000 ਲੀਟਰ ਪਾਣੀ। ਗੱਲ ਕਰਦੇ ਤੁਸੀਂ SYL ਦੀ, ਕਿਸੇ ਨੇ ਵੀਰ ਨੇ ਤੁਸੀਂ ਕੀਤੀ ਸੀ, ਪਤਾ ਨਹੀਂ ਕਿਹਨੇ ਪਾਣੀਆਂ ਦੀ ਗੱਲ ਕੀਤੀ ਸੀ। ਉਹ ਮਹਾਰਾਜ ਤੁਸੀਂ ਕਿੰਨੀਆਂ SYL ਐਕਸਪੋਰਟ ਕਰਤੀਆਂ? ਕਿਲੋ ਝੋਨੇ 'ਚ 5000 ਲੀਟਰ ਪਾਣੀ। ਉਹ ਤਾਂ ਕਹਿੰਦੇ ਪਾਣੀ ਨਹੀਂ ਦੇਣਾ। ਕਿੰਨੀਆਂ SYL ਦੇਤੀਆਂ ਤੁਸੀਂ? ਗਰੀਬ ਦਾ ਪੇਟ ਭਰਿਆ। ਤੇ ਅੱਜ ਜਦੋਂ ਇਹਨਾਂ ਨੂੰ ਇਹ ਪਤਾ ਮੱਧ ਪ੍ਰਦੇਸ਼ ਤੇ ਹੋਰਾਂ ਥਾਵਾਂ ਦੇ ਉੱਤੇ 1200 ਦੀ ਕਣਕ ਹੈ, ਇਹ ਤੁਹਾਨੂੰ ਵਰਤ ਕੇ ਸਿੱਟਣ ਰਹੇ ਆ ਗ੍ਰੀਨ ਰੈਵੋਲੂਸ਼ਨ ਵਾਲੇ ਨੂੰ। ਫਿਰ ਭਾਈ ਮੈਂ ਇਹ ਕਹਿਣਾ ਕਿ ਜੇ ਕਿਸਾਨ ਅੱਜ ਵਾਪਸ ਆਇਆ ਜਿੱਤ ਕੇ, ਉਹਦੀ ਸ਼ਲਾਘਾ ਕਰੋ, ਠੋਕ ਕੇ ਤਾੜੀ ਮਾਰੋ, ਉਹ ਸਾਡੀ ਪੱਗ ਉੱਚੀ ਕਰਕੇ ਆਇਆ। ਲੇਕਿਨ ਕੀ ਅਸੀਂ ਜੰਗ ਜਿੱਤ ਗਏ ਆ? ਹੈਂ? ਜੰਗ ਤੇ ਸ਼ੁਰੂ ਹੋਈ ਹੈ। ਇਹ ਭਾਈ ਇਹ ਤੇ ਪਹਿਲੀ ਪੌੜੀ ਹੈ ਵੀ ਉਹਨੇ ਅਹਿਸਾਸ ਦਿਵਾਇਆ, ਮੈਂ ਹਾਂ ਦੇਸ਼ ਇਕੱਠਾ ਕਰੂੰ, ਪਗੜੀ ਸੰਭਾਲ ਜੱਟਾ, ਮੇਰਾ ਸਾਫਾ ਇਸ ਦੇਸ਼ ਦਾ ਸਾਫਾ ਹੈ, ਤੁਹਾਨੂੰ ਠੋਕੂ ਵੀ, ਤੁਹਾਨੂੰ ਅਹਿਸਾਸ ਵੀ ਦਿਵਾਊਂ ਤੇ ਆਪਣੇ ਹੱਕ ਮੰਗੂ, ਸਾਡਾ ਹੱਕ ਇੱਥੇ ਰੱਖ, ਇਹ ਅਹਿਸਾਸ ਦਿਵਾਇਆ। ਸਾਰੇ ਕਿਤੇ ਏਕਾ ਕੀਤਾ ਉਹਨੇ, ਫਰਟਰਨਿਟੀ ਕਰਤੀ, ਦਿਖਾਤਾ ਵੀ ਵਾਕਈ ਪੰਜਾਬ ਗੁਰਾਂ ਦੇ ਨਾਮ ਜਿਉਂਦਾ ਹੈ। ਸਾਰੇ ਇਕੱਠੇ ਹੋ ਕੇ ਲੜੇ, ਇੱਕ ਮੁਸ਼ਤ ਕਰਕੇ ਉਹਨੇ ਲੜੇ, ਇਹਨਾਂ ਨੂੰ ਠੋਕ ਵੀ ਦਿੱਤਾ। ਲੇਕਿਨ ਹਲੇ ਤਾਂ ਜੰਗ ਸ਼ੁਰੂ ਹੈ ਮਹਾਰਾਜ। ਅਸੀਂ ਪਿਛਲੇ ਸਾਲ ਜੂਨ ਤੇ ਖੜੇ ਹਾਂ, ਕੀ ਖੁਦਕੁਸ਼ੀਆਂ ਰੁਕ ਜਾਣਗੀਆਂ? ਕੀ MSP ਮਿਲ ਗਈ? ਕੀ ਉਹਦੀ ਘਟਦੀ ਆਮਦਨ, ਘਟਦੀ ਪ੍ਰੋਡਕਟਿਵਿਟੀ ਤੇ ਵੱਧਦੀ ਲਾਗਤ, ਉਹਦੇ 'ਚ ਫਰਕ ਪੈ ਗਿਆ? ਦੱਸੋ ਨਾ। ਨਹੀਂ ਪਿਆ। ਮੈਂ ਤੁਹਾਨੂੰ ਇਹੀ ਤੁਹਾਨੂੰ ਕਹਿ ਰਿਹਾ ਕਿ ਹਜੇ ਤਾਂ ਆਹੀ ਗੱਲ ਜੋ ਕਹਿ ਰਹੇ ਨੇ। ਲੇਕਿਨ ਲੜਾਈ ਅਸੀਂ ਲੜਨੀ ਹੈ। ਖੁਦ ਮੁਖਤਿਆਰੀ ਉਦੋਂ ਆਉਂਦੀ ਹੈ ਜਦੋਂ ਬੰਦਾ ਆਪ ਲੜਦਾ ਹੈ। ਤੇ ਕਿੱਦਾਂ ਰੋਡ ਮੈਪ ਦਿੱਤੀ ਹੈ ਪਿਛਲੇ 1 ਸਾਲ ਦਾ ਦਿਨਾ ਦਿਖਾਓ ਕੋਈ ਇੱਕ ਬੰਦਾ ਜਿਹਨੇ ਦਿੱਤਾ ਹੋਵੇ ਪੰਜਾਬ ਦੀ ਰੋਡ ਮੈਪ। ਸ਼ਾਮ ਨੂੰ ਬਿਜ਼ਨਸ ਡੀਲਾਂ ਕਰਨ ਨੂੰ ਤਾਂ ਬੈਠੇ ਆ ਹੋਟਲਾਂ 'ਚ, ਕਦੇ ਸਿੱਧੂ ਨੂੰ ਦਿਖਾਓ ਤਾਂ ਕਿਸੇ ਪ੍ਰਾਪਰਟੀ ਡੀਲਰ ਨਾਲ ਦਿਖਾਓ, ਕਿਸੇ ਡੀਲਰ ਨਾਲ। ਹਾਂਜੀ, ਆਹੀ ਕਰਦਾ ਰਿਹਾ ਵੀ ਇੱਕ ਦਿਨ ਆਊਗਾ ਕਿ ਪੰਜਾਬੀਆਂ ਦੀ ਅਦਾਲਤ ਦੇ ਵਿੱਚ ਫੈਸਲਾ ਕਰਵਾਊਂਗਾ, ਉੱਥੇ ਖੜ ਕੇ ਫੈਸਲਾ ਕਰਵਾਊਂਗਾ ਵੀ ਮੈਂ ਸੱਚਾ ਸੀ ਜਾਂ ਝੂਠਾ ਸੀ। ਮਹਾਰਾਜ ਜੇ ਝੋਨਾ ਉਗਾਉਣਾ ਹੀ ਹੈ ਤੇ ਝੋਨੇ ਤੋਂ ਬਣਾਓ ਰਾਈਸ ਆਇਲ, ਬਣਾਓ ਰਾਈਸ ਬ੍ਰੈਨ, ਬਣਾਓ ਰਾਈਸ ਪ੍ਰੋਟੀਨ, ਬਣਾਓ ਰਾਈਸ ਫੈਟ, ਤੇ 20 ਗੁਣਾ ਵਿਕੂਗਾ। ਕੌਣ ਰੋਕਦਾ ਹੈ? ਕਿੱਡੀ ਕੁ ਗੱਲ ਹੈ। ਮੈਂ ਕਹਿੰਦਾ ਸਰਕਾਰੀ ਪ੍ਰੋਸੈਸਿੰਗ ਕਿਉਂ ਨਾ ਹੋਵੇ। ਆਹ ਬਣਾਤੀ ਇਹਨਾਂ ਨੇ ਕਿ ਜੀ ਮੈਂ ਫਲਾਨੀ ਫੈਕਟਰੀ ਖੋਲੀ। ਕਿਹਦੇ ਲਈ ਖੋਲੀ? ਬਿਰਲਿਆਂ ਟਾਟਿਆਂ ਲਈ ਖੋਲੀ। ਛੋਟੇ ਵਪਾਰੀ ਬੰਦ ਕਰਤੇ। ਸਰਕਾਰ ਕਿਉਂ ਨਾ ਖੋਲੇ ਬਈ ਪ੍ਰੋਸੈਸਿੰਗ, ਤੇ ਕਿਉਂ ਨਾ ਦੇਵੇ ਕਿਸਾਨ ਨੂੰ ਪ੍ਰੋਸੈਸਿੰਗ ਦਾ ਫਾਇਦਾ? ਕਿਉਂ ਨਾ ਬਣਾਵੇ ਰਾਈਸ ਬ੍ਰੈਨ, ਕਿਉਂ ਨਾ ਬਣਾਵੇ ਵੀਟ ਬ੍ਰੈਨ? ਮੱਕੀ ਦੀ ਜੇ ਕੀਮਤ 1600 ਹੈ ਤੇ 700 ਕਿਉਂ ਮਿਲੇ ਉਹਨੂੰ? ਗੰਨੇ ਦਾ 360 ਕਹਿ ਕੇ ਉੱਤੇ ਲਿਖ ਦਿੰਦੇ ਆ 325 ਪਲੱਸ 35 ਸਰਕਾਰ ਤੋਂ ਲੈ ਲਓ। ਕਿਉਂ? ਕੌਣ ਫੜੂਗਾ? ਪ੍ਰੋਫੈਸਰ ਸਾਹਿਬ ਨੇ ਮੇਰੀ ਇੱਕ ਗੱਲ ਕਹੀ, ਮੈਂ ਕਹਿੰਦਾ ਮੈਂ ਅਸ਼ਕੇ ਹੋ ਗਿਆ ਉਦੋਂ। ਬਣਾਓ ਕੋਆਪਰੇਟਿਵ। ਕੀ ਵੇਰਕੇ 'ਚ ਕੋਆਪਰੇਟਿਵ ਦਿਖਦਾ ਨਹੀਂ? ਕੀ ਅਮੁਲ ਦੇ ਵਿੱਚ ਕੋਆਪਰੇਟਿਵ ਦਿਖਦਾ ਨਹੀਂ? ਕੋਆਪਰੇਟਿਵ ਜਿਹੜਾ ਐਕਟ ਹੈ 1990 ਦਾ, ਉਹ ਸਾਰਾ ਜਾਂ ਉਹ ਕਿਸਾਨਾਂ ਨੂੰ ਖੁਦ ਮੁਖਤਿਆਰੀ ਦਿੰਦਾ। ਤੁਸੀਂ ਅਫਸਰਾਂ ਦੇ ਹੱਥਾਂ 'ਚ ਦਿੱਤਾ ਹੋਇਆ, ਬਿਊਰੋਕ੍ਰੇਸੀ ਦੇ ਕੋਲ ਹੈ ਸਾਰਾ ਕੁਝ। ਮੈਂ ਕਹਿੰਦਾ ਰਜਿਸਟਰਾਰ ਦੇ ਪੈਨ ਦੇ ਉਸ ਦੇ ਬਿਨਾਂ ਕਿਸਾਨ ਪੱਤਾ ਨਹੀਂ ਲਾ ਸਕਦਾ। ਦਿਓ ਦੇ ਹੱਥ 'ਚ। ਤੇ 2 ਏਕੜ ਜ਼ਮੀਨ ਹੋਵੇ ਚਾਹੇ 40 ਏਕੜ ਜ਼ਮੀਨ ਹੋਵੇ, ਬਰਾਬਰੀ ਦੀ ਫਸਲ ਦੀ ਉਹ ਮੰਗ ਕਰੇਗਾ। ਮੈਨੂੰ ਦੱਸੋ ਤਾਂ ਸਹੀ, ਧਰਤੀ ਦੇ ਉੱਤੇ ਕੋਈ ਇਹੋ ਜਿਹਾ ਬੰਦਾ ਜਿਹੜਾ ਆਪਣਾ ਸਮਾਨ ਵੇਚਣ ਜਾਵੇ ਔਰ ਉਹਦੇ ਸਮਾਨ ਦੀ ਕੀਮਤ ਦੂਆ ਬੰਦਾ ਤੈਅ ਕਰੇ? ਦੁਕਾਨ 'ਚ ਬੈਠਾ ਹੁੰਦਾ ਬੰਦਾ ਕਹਿੰਦਾ ਓਏ ਇੰਨੇ ਦਾ ਲੈਣਾ ਲੈ, ਨਹੀਂ ਆਪਾਂ ਡੱਡੀ ਪੈ। ਤੇ ਇੱਥੇ ਕਿਸਾਨ ਜਦੋਂ ਜਾਂਦਾ ਹੈ
ਤੇ ਉਹਦੀ ਫਸਲ ਦਾ ਕੀਮਤ ਕੋਈ ਹੋਰ ਤੈਅ ਕਰਦਾ ਹੈ? ਆਲੂ ਸਿੱਟੇ ਪਏ ਹੁੰਦੇ ਆ ਸੜਕਾਂ ਦੇ ਉੱਤੇ, ਲਾ ਮੈਂ ਇਹਦਾ ਵੀ ਇਲਾਜ ਦਿੰਦਾ। ਸ਼ਾਰਟਕਟ ਮੈਂ ਜ਼ਿੰਦਗੀ 'ਚ ਮੰਨਦਾ ਨਹੀਂ, ਪਰ ਇਦੋਂ ਵੱਡਾ ਸ਼ਾਰਟਕਟ ਹੀ ਧਰਤੀ ਤੇ ਕੋਈ ਨਹੀਂ। ਇੱਥੇ ਫੇਰ ਬਾਬੇ ਦਾ ਫਲਸਫਾ। ਮੈਂ ਕਿਉਂ ਕਹਿਣਾ ਕਿ ਕਰਤਾਰਪੁਰ ਸਾਹਿਬ ਇਜ਼ ਅ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼, ਅਸੰਖਿਆ ਸੰਭਾਵਨਾਵਾਂ ਦਾ ਇਹ ਕੋਰੀਡੋਰ ਹੈ। ਕਿਉਂ ਕਹਿਣਾ ਭਾਈ? ਇਸ ਕਰਕੇ ਕਹਿਣਾ ਕਿ ਤੁਸੀਂ 300 ਤੋਂ 1700 ਕਣਕ ਦਾ ਭਾਅ ਕੀਤਾ 30 ਸਾਲਾਂ 'ਚ ਪ੍ਰੋਫੈਸਰ, 30 ਸਾਲਾਂ 'ਚ, 92 ਤੋਂ ਲੈ ਕੇ 22, 30 ਸਾਲ 'ਚ। ਮੈਂ ਕਹਿੰਦਾ ਮੈਂ ਇੱਕ ਦਿਨ 'ਚ ਕਰਦਾ। ਰੱਖੋ 34 ਦੇਸ਼ਾਂ ਦੇ ਬਾਰਡਰ ਦੇ ਉੱਤੇ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ, ਤੇ 1700 ਦੀ ਕਣਕ ਵਿਕੂ 3000 'ਚ ਇੱਕ ਦਿਨ 'ਚ। ਜੱਟ ਸੌਖਾ। ਅੱਗੇ ਆਓ 3200 ਦੀ ਬਾਸਮਤੀ ਧਰੋ ਤੇ ਕਿੰਨੇ ਦੀ ਵਿਕਦੀ ਹੈ? 7000 ਦੀ। ਕਿਉਂ ਸੱਪ ਸੁੰਘ ਗਿਆ ਤੁਹਾਨੂੰ? ਕਰਾਚੀ ਬੰਬੇ ਖੁੱਲਾ ਤੇ ਅੰਮ੍ਰਿਤਸਰ ਲਾਹੌਰ ਕਿਉਂ ਨਹੀਂ? ਕਿਉਂ ਸਾਡਾ ਸਮਾਨ ਜਾਵੇ 2100 ਕਿਲੋਮੀਟਰ ਅਡਾਨੀ ਦੇ ਪੋਰਟ ਤੇ, ਬੰਬੇ ਵੀ ਨਾ ਜਾਵੇ, ਅਡਾਨੀ ਦੇ ਪੋਰਟ ਤੇ 2100 ਕਿਲੋਮੀਟਰ, ਕਿਉਂ ਨਾ 22 ਕਿਲੋਮੀਟਰ ਜਾਵੇ ਭਾਈ? ਕਿਉਂ ਨਾ 34 ਦੇਸ਼ਾਂ ਦੇ ਵਿੱਚ ਜਾਵੇ? ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸੀ ਧਰਤੀ 'ਚ, 34 ਦੇਸ਼ਾਂ ਨੂੰ ਹੁਸ਼ਿਆਰਪੁਰੀਏ ਚਿੱਟੇ ਕੁੜਤੇ ਪਜਾਮੇ ਪਾ ਕੇ ਬਲਕ ਬੁਖਾਰੇ ਜਾਂਦੇ ਹੁੰਦੇ, ਕਈਆਂ ਨੇ ਤਾਂ ਵਿਆਹ ਕਰਾਏ ਹੁੰਦੇ ਉੱਥੇ। ਤੇ ਮੁਹਾਵਰਾ ਨਿਕਲਿਆ, ਜੋ ਸੁੱਖ ਛੱਜੂ ਦੇ ਚਬਾਰੇ, ਨਾ ਬਲਕ ਨਾ ਬੁਖਾਰੇ। ਸਾਹਿਬ 10 ਲੱਖ ਜਾਨਾਂ ਗਈਆਂ। ਅੱਜ ਵੀ ਮੇਰੇ ਪਿੰਡ ਮਾਨ ਵਾਲੇ ਖੂਹ ਦੇ ਥੱਲੇ ਕੀ ਹੋਇਆ, ਕੀ ਪਿਆ ਉੱਥੇ ਵੜਦਾ ਨਹੀਂ। ਕਿੰਨੀਆਂ ਬੇਅਬਰੂ ਹੋਈਆਂ ਸਾਡੀਆਂ ਧੀਆਂ ਭੈਣਾਂ। ਕਿਸੇ ਨੂੰ ਅਹਿਸਾਸ ਹੈ? ਤੇ ਕਿਉਂ ਨਾ ਖੁੱਲੇ ਭਾਈ? ਮੈਂ ਕਹਿੰਦਾ ਯੂਰਪ ਦੀ ਵਰਲਡ ਵਾਰ ਹੋਈ 1942 'ਚ। 1942 ਦੀ ਵਰਲਡ ਵਾਰ ਚੈੱਕ ਕਰੋ। France erased to the ground, जापान खत्म, हाँ जी, स्कैंडिनेविया खत्म, हंगरी मुक गया, ऑस्ट्रिया लभे ही कुछ नहीं, खत्म, erased to the ground, हाँ जी। तो जदों वर्ल्ड वॉर मुक्की की कीता उन्होंने एक वीजे ते बार्डर खोल दे। अज यूरो अमेरिका के डॉलर नूं पूरा कंपीटिशन दा उत्ते। तो यूरोप की खुशहाली देखो, टूरिज्म तो लैके होर हर चीज़। तो भाई बांग्लादेश तो लैके साडा बार्डर पासपोर्ट वाले वास्ते क्यों ना खुले भाई? जड़ा इलती एलीमेंट है वो तो आपकी कार्रवाई करता ही है, ठीक है कि नहीं? मैं कहना जो पासपोर्ट SSP शनाख्त करता है। हम इन्होंने की उत्थे जाके की पट्टे मारने हैं। 67,000 बंदा होया, देखो कितना गुणगान करता हूं वापस। वो जबान एक, कल्चर एक, है जी, खाना एक, पहरावा एक, होर छड्डो टौर टप्पा एक, फिर एक क्यों बई, क्यों लाते ताले साड़ियां किस्मतां ते? 22 रुपये का अदरक 150 में विकता है, 4 रुपये का मटर टुटिया नहीं, 50 तो थले आया नहीं, 25 तो थले कदे आया ही नहीं। क्यों बई? मैं बैठा सी इत्थे सत्थ च अटारी, ठीक है, अटारी सत्थ कहना सिद्धू साहब 4 रुपये का बनता, 2 रुपये लेबर के लै जाते, 2 रुपये असीं उपज दे दिंदे आ। तो जे किते लेबर सरकार देन लग जाए, सब तो सौखा तरीका है मनरेगा च दिओ। मैं कहना सम्मान भत्ता दिओ 2 एकड़ वाले नूं, 2.5 एकड़ वाले नूं। जिहड़ा 2.5 एकड़ वाला किसान अपने खेत च वड़ गया, सम्मान भत्ता दिओ उहनूं 300 रुपया, आपे 15,000 हो जाते। तुसीं खोद के पट्टने हो पैसे, सेंटर ने देने हैं, डिमांड ड्रिवन है, क्यों नहीं दिंदे? जे सिद्धू बोले तो घरे बाह दिंदे हो, थोनू जचदा नहीं, तो वह बह के फिर आउंदा लड़दा, फिर सिंह फसाउंदा और हमेशा फसाऊ। ऐतकी फैसला भरमा के नहीं लोगों तो कराउणा। ते मेरे च दम है, मैं सच बोलदा, लोगों नाल अख मिला के गल करदा, धौन नीवी नहीं करदा। आई लिव इन अ स्पेस वेयर द माइंड इज विदाउट फेयर एंड द हेड इज हेल्ड हाई। फिर बल तुसीं देना मैनू, मैं कहना जिस दिन बल दोगे ढा दूँ सारिਆਂ ਨੂੰ, भजा दूँ सारिਆਂ ਨੂੰ।
ਮੈਂ ਕਹਿੰਦਾ ਬੜੇ ਕਰੋੜਾਂ ਲੱਗ ਰਹੇ ਆ ਸਿੱਧੂ ਨੂੰ ਨੀਵਾਂ ਕਰਨਾ। ਸਿੱਧੂ ਨੀਵਾਂ ਹੋ ਲਿਆ ਕਿਤੇ? ਕਿਉਂ ਹੋਊ? ਚਾਹੀਦਾ ਹੀ ਕੁਛ ਨਹੀਂ। ਸਿੱਧੂ ਸਾਹਿਬ ਇਹ ਭਾਜੀ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਇਹਦੇ ਚ ਫੂਡ ਡੈਰੀਵੇਟਿਵਸ ਆਉਂਦੇ। ਜਿਹੜੀ ਅੱਜ ਡਿਗਰੈਸ ਕੀਤੀ ਹੈ ਨਾ ਤੁਸੀਂ, ਬਹੁਤ ਸਿਆਣੀਆਂ ਗੱਲਾਂ ਕੀਤੀਆਂ, ਮੈਂ ਤੁਹਾਨੂੰ ਦੱਸ ਰਿਹਾ। ਇਹਦੇ ਚ ਫੂਡ ਡੈਰੀਵੇਟਿਵਸ ਆਉਂਦੇ। ਫੂਡ ਡੈਰੀਵੇਟਿਵਸ ਜਿਹੜੇ ਜਿਵੇਂ ਹੁਣ ਤੁਸੀਂ ਕਣਕ ਤੋਂ ਆਟਾ ਬਣਾਓ ਦੁੱਗਣਾ ਵਿਕੂ, ਤੁਸੀਂ ਬਿਸਕੁਟ ਬਣਾਓ ਤਿੱਗਣਾ ਵਿਕੂ। ਤੁਸੀਂ ਡੈਰੀਵੇਟਿਵਸ ਕੱਢੋਗੇ ਜਦੋਂ ਇਹ 20 ਗੁਣਾ ਵਿਕੂ ਤੇ ਕੌਣ ਰੋਕਦਾ ਹੈ? ਜਾਂ ਤੁਸੀਂ ਇਹਨਾਂ ਲਈ ਬਿਰਲਿਆਂ ਟਾਟਿਆਂ ਲਈ ਬਣਾਉਣਾ ਹੈ? ਹੁਣ ਉਹ ਤਾਂ 20 ਲੱਖ ਕਰੋੜ ਰੁਪਏ ਛੱਡ ਦਿੰਦੇ ਹੋ, ਸਾਲੇ ਬੈਂਕ ਲਟਾਤੇ ਤੇ ਕਿਸਾਨ ਨੂੰ ਕਹਿੰਦੇ ਤੁਹਾਨੂੰ ਦਿੱਤੀ ਨਹੀਂ, ਆ ਤੁਹਾਡੀ MSP ਨਹੀਂ ਦੇਣੀ। ਫਿੱਟ ਲਾਣਾ ਤਾਂ ਸਿੱਧੂ ਸਾਹਿਬ ਇੱਧਰ ਮੈਂ ਜੈ ਸਿੰਘ ਛਿੱਪਰ ਜਨਾਬ ਜੀ। ਮੇਰਾ ਸਵਾਲ ਇਹ ਆ ਕਿ ਜਿਹੜੀ ਪੋਲੀਟੀਸ਼ੀਅਨ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਜਿਹੜੇ ਲੋਕ ਆ ਉਹ ਇੱਕ ਜਿਹੜੇ ਰਾਜਨੀਤਿਕ ਆਗੂ ਨੂੰ ਚੋਰ ਦੇ, ਰਾਜਨੀਤਿਕ ਆਗੂ ਇੱਕ ਦੂਜੇ ਦੇ ਪੋਤੜੇ ਫਰੂਲੀ ਜਾਂਦੇ ਆ, ਕਾਂਗਰਸੀ ਅਕਾਲੀਆਂ ਦੇ, ਅਕਾਲੀ ਆਪ ਵਾਲਿਆਂ ਦੇ, ਜਾਂ ਇੱਕ ਦੂਜੇ ਦੇ। ਜਿਹੜੇ ਮੂਲ ਰੂਪ ਦੇ ਵਿੱਚ ਮੇਰੀ ਗੱਲ ਬਿਊਰੋਕਰੇਟ ਤੇ ਆ ਰਹੀ ਆ। ਜਿਹੜੀ ਬਿਊਰੋਕ੍ਰੇਸੀ ਆ, ਚਾਹੇ ਸਾਡੇ IAS ਅਫਸਰ ਹੋਣ, ਚਾਹੇ IPS ਅਫਸਰ ਹੋਣ, PPS ਹੋਣ, PCS ਹੋਣ, ਜਿੰਨੀ ਲੁੱਟ ਇਹ ਕਰ ਰਹੇ ਆ ਇਹਨਾਂ ਬਾਰੇ ਕੋਈ ਨਹੀਂ ਬੋਲ ਰਿਹਾ। ਜਿੰਨੀਆਂ ਪਾਲਿਸੀਆਂ ਗਲਤ ਇਹ ਬਣਾ ਰਹੇ ਆ ਉਹਨਾਂ ਬਾਰੇ ਕੋਈ ਨਹੀਂ ਬੋਲ ਰਿਹਾ। ਉਲਟਾ ਇਹ ਲੋਕ ਪੋਲੀਟੀਸ਼ੀਅਨ ਨੂੰ ਆਪਣੀਆਂ ਕਠਪੁਤਲੀ ਦੇ ਵਾਂਗ ਨਚਾ ਰਹੇ ਆ। ਮੇਰਾ ਸਵਾਲ ਇਹ ਆ, ਦੇਖੋ ਤੁਸੀਂ ਜਿਹੜੇ 3 ਪਾਵਰ ਪਰਚੇਜ ਐਗਰੀਮੈਂਟ ਹੋਏ ਆ, ਪਾਲਿਸੀ ਕਿਹਨੇ ਬਣਾਈ, ਰੂਲ ਕਿਹਨੇ ਬਣਾਏ? ਜਿਹੜੇ ਬੰਦਿਆਂ ਨੇ ਬਣਾਏ ਉਹ ਅੱਜ ਫਿਰ ਉਹਨਾਂ ਵੱਡੇ ਅਹੁਦੇ ਤੇ ਬੈਠੇ ਨੇ। 31,000 ਕਰੋੜ ਰੁਪਏ ਦਾ ਘਪਲਾ ਹੋਇਆ, ਫੂਡ ਸਕੈਮ ਹੋਇਆ। ਤੁਹਾਡੀ 2017 ਤੋਂ ਪਹਿਲਾਂ ਤੁਸੀਂ ਸਾਰੇ ਰੌਲਾ ਪਾਉਂਦੇ ਰਹੇ ਅਸੀਂ ਇਹ ਕਰਾਂਗੇ, ਬਹੁਤ ਸਾਰੇ ਤੁਸੀਂ ਵਾਅਦੇ ਕੀਤੇ, ਮੈਂ ਉਹਨਾਂ ਪਰ ਨਹੀਂ ਜਾਵਾਂਗਾ। ਮੇਰਾ ਸਵਾਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਜੇਕਰ ਮੁੱਖ ਮੰਤਰੀ ਬਣਦਾ ਹੈ, ਜਿਹੜੀ ਬਿਊਰੋਕ੍ਰੇਸੀ ਦੀ ਰੀੜ੍ਹ ਦੀ ਹੱਡੀ 'ਚ ਜਾਣ ਨਹੀਂ ਹੈਗੀ, ਤੁਸੀਂ ਇਹਨਾਂ ਦੀ ਰੀੜ੍ਹ ਦੀ ਹੱਡੀ 'ਚ ਜਾਣ ਪਾਉਣ ਵਾਸਤੇ ਇਹਨਾਂ ਦੇ ਘਪਲੇ ਜਿਹੜੇ ਕਰੇ ਹੋਏ ਆ ਉਹਨਾਂ ਨੂੰ ਕਿਵੇਂ ਰੋਕੋਗੇ ਜਾਂ ਕਿਵੇਂ ਇਹਨਾਂ ਦੀ ਜਾਂਚ ਕਰਵਾਓਗੇ? ਬਹੁਤ ਵਧੀਆ ਸਵਾਲ ਛਿੱਪੜ ਸਾਹਿਬ। ਮੈਂ ਇਹ ਮੰਨਦਾ ਕਿ ਹਰੇਕ ਸੰਸਥਾ ਦੇ ਵਿੱਚ ਦ ਗੁੱਡ ਦ ਬੈਡ ਦੀ ਅਗਲੀ ਹੈ। ਕਈ IAS ਅਫਸਰ ਵੀ ਬਹੁਤ ਅੱਛੇ ਨੇ, ਇਮਾਨਦਾਰ ਨੇ, ਭਾਜੀ ਬੈਠੇ ਸੀ, ਹੋਰ ਕਈ ਬੰਦੇ ਦੇਖੇ ਆ, ਮਾੜੇ ਵੀ ਬਹੁਤ ਨੇ। ਲੇਕਿਨ ਕੀ IAS ਅਫਸਰ ਦੀ ਮਜਾਲ ਹੈ ਕਿ ਬਗੈਰ ਮੁੱਖ ਮੰਤਰੀ ਨੂੰ ਜਾਂ ਮੰਤਰੀ ਨੂੰ ਕੌਨਫੀਡੈਂਸ ਦੇ ਵਿੱਚ ਲਏ ਕੋਈ ਕਪੜਾ ਕਰ ਜੇ? ਹੈ? ਬਿਲਕੁਲ ਨਹੀਂ, ਬਿਲਕੁਲ ਨਹੀਂ ਹੈ। ਇਸ ਕਰਕੇ ਆਪਾਂ ਇਸ ਗੱਲ ਨੂੰ ਸਮਝ ਲਈਏ ਕਿ ਬਿਊਰੋਕ੍ਰੇਸੀ ਔਰ ਅਫਸਰਸ਼ਾਹੀ ਕਿਸੇ ਦੇ ਕਹਿਣ ਤੇ ਚੱਲਦੀ। ਜਿਹੜਾ ਟੌਪ ਦਾ ਬੰਦਾ ਹੁੰਦਾ ਨਾ, ਮੈਂ ਪਹਿਲਾਂ ਵੀ ਸਮਝਾ ਚੁੱਕਿਆ ਕਿ ਉਹ ਉਹਨਾਂ ਨੂੰ ਚਲਾਉਂਦਾ ਹੈ, ਕਿਉਂਕਿ ਬਦਲੀ ਵੀ ਉਹੀ ਕਰ ਸਕਦਾ, ਉਹਨਾਂ ਨੂੰ ਵਧੀਆ ਪੋਸਟਿੰਗ ਵੀ ਉਹੀ ਦਿੰਦਾ ਹੈ ਵੀ ਆਹ ਭਾਈ ਇੱਥੇ ਹੈ। ਇੱਥੇ ਤੇ ਬੰਦਾ ਕਹਿੰਦਾ ਨਹੀਂ ਮੈਂ ਚੌਂਕੀ 'ਚ ਲੱਗਣਾ ਜੀ ਫਲਾਨੀ 'ਚ, ਜੇ ਛੋਟਾ ਜਿਹਾ ਥਾਣੇਦਾਰ ਕਹਿੰਦਾ ਮੈਂ ਚੌਂਕੀ 'ਚ ਲੱਗਣਾ ਜੀ ਫਲਾਨੀ 'ਚ, ਤੇ ਤੁਸੀਂ ਇਹ ਦੇਖੋ ਕਿ ਕਿੱਡੇ ਵੱਡੀਆਂ ਚੀਜ਼ਾਂ ਨੇ ਭਾਜੀ। ਇਹ ਕਿੱਡੀਆਂ ਵੱਡੀਆਂ ਚੀਜ਼ਾਂ ਨੇ, ਤੁਸੀਂ ਮੈਨੂੰ ਇਹ ਦੱਸੋ, ਹੈ ਨਾ ਕਿੱਡੀਆਂ ਵੱਡੀਆਂ ਚੀਜ਼ਾਂ? ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹ ਤਗੜੀਆਂ ਚੀਜ਼ਾਂ ਨੇ। ਇਸ ਨੂੰ ਸਮਝੋ ਕਿ ਜਿੱਡੀ ਵੱਡੀ ਚੋਰੀ ਹੈ ਓਡੀ ਵੱਡੀ ਪ੍ਰੇਰਣਾ ਹੈ ਪਿੱਛੋਂ, ਨਹੀਂ ਤੇ ਇਹ ਰਹਿ ਨਹੀਂ ਸਕਦਾ। ਮੈਂ 3 ਬੰਦਿਆਂ ਦੇ, ਇਹ ਨਹੀਂ ਵੀ ਮੇਰਾ ਕੋਈ ਬੈਰ ਸੀ, ਮੈਂ ਬਣਾ ਕੇ ਦਿੱਤੇ ਸੀ, ਭੇਜੇ ਸੀ, ਪਤਾ ਵੀ ਨਹੀਂ ਲੱਗਿਆ ਅੱਜ ਤੱਕ ਕਿੱਥੇ ਨੇ ਬਣਾ ਕੇ ਦਿੱਤੇ। ਤੁਸੀਂ ਦੇਖ ਲਓ, ਪੜ੍ਹ ਲਓ, ਫਲਾਣੇ ਦੀ। ਇੱਕ ਬੰਦੇ ਨੇ 700 ਰੁਪਏ ਸਕੁਅਰ ਫੁੱਟ ਜਿਹੜਾ ਬੋਰਡ ਮੱਲ ਲੱਗਦਾ ਸੀ, ਠੀਕ ਹੈ, ਉਹਨੂੰ 7 ਰੁਪਏ 'ਚ ਦਿੱਤਾ ਸੀ, ਬਣਾ ਕੇ ਫੜ ਦੇਣੇ। ਸਜ਼ਾ ਚੀਫ ਮਿਨਿਸਟਰ ਦੇ ਸਕਦਾ, ਬੁਲਾ ਚੀਫ ਮਿਨਿਸਟਰ ਸਕਦਾ, ਲੱਭੀਆਂ ਹੀ ਨਹੀਂ ਕਿੱਥੇ ਨੇ ਫਾਇਦਾ। ਇਹ ਨਹੀਂ ਵੀ ਇਕੱਲਾ ਬਿਊਰੋਕਰੇਟ ਮਾੜਾ ਹੈ ਭਾਈ, ਨੈਕਸਸ ਹੈ। ਜੇ ਨੈਕਸਸ ਹੈ ਤਾਂ ਹੀ ਮੋਢੇ ਤੇ ਰੱਖ ਕੇ ਬੰਦੂਕ ਚਲਾਉਂਦਾ ਨਾ, ਨਹੀਂ ਤੇ ਉਹਦੀ ਕੀ ਮਜਾਲ ਹੈ? ਦੇਖੋ ਬਿਊਰੋਕਰੇਟ ਮੈਂ ਤੁਹਾਨੂੰ ਸਮਝਾ ਦਿਆਂ, ਆਹ ਜਿਹੜੀ ਅਨਾਮਿਕਾ ਉਂਗਲ ਹੈ ਨਾ, ਇਹ ਅਨਾਮਿਕਾ ਉਂਗਲ ਵਰਗ ਹੈ। ਇਹ ਉਂਗਲ ਤੁਹਾਨੂੰ ਐਂ ਲੱਗਦਾ ਵੀ ਕਿਸੇ ਕੰਮ ਨਹੀਂ ਆਉਂਦੀ, ਪਰ ਤੁਸੀਂ ਇਹਨੂੰ ਵੱਢ ਦਿਓ ਪੂਰਾ ਹੱਥ ਨਿਕੰਮਾ ਹੋ ਜਾਣਾ। ਹਰੇਕ ਬੰਦੇ ਦਾ ਇੱਕ ਰੋਲ ਹੈ। ਲੇਕਿਨ ਜੇ ਤੁਸੀਂ ਇੱਕ ਤਗੜਾ ਬੰਦਾ, ਪੜ੍ਹਿਆ ਲਿਖਿਆ, ਪੰਜਾਬ ਨੂੰ ਸਮਝਣ ਵਾਲਾ, ਹੁਣ ਇਹ ਦਿੱਲੀ ਵਾਲੇ ਕੀ ਸਮਝਦੇ ਨੇ ਪੰਜਾਬ ਨੂੰ? ਆ ਪਿਛਲੀ ਵਾਰ ਮੇਰੇ ਕੋਲ ਆ ਕੇ ਬੈਠ ਗਏ
कहते सिद्धू साहब हम आपको क्या दे सकते हैं। मैं थोड़े पल्ले की है होए, मैं राज्यसभा छड़ के आया है पल्ले। ये की समझते ने इन्हों दिल्ली इतने की पता 4.5 साल बाद आया केजरीवाल, बढ़िया इतने 4.5 साल। मजीठिया साहब ਉਹਦੇ ਪੈਰਾਂ 'ਚ ਲੇਟ ਕੇ ਮਾਫੀ ਮੰਗਿਆ ਹੈ। SYL ਦੇ ਉੱਤੇ ਪਿੱਠ ਦਿਖਾਉਂਦਾ ਹੈ, ਵੜਿਆ ਕਰ ਇੱਥੇ। ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਜਦੋਂ ਗੱਲਾਂ ਕਰਨੀਆਂ ਢੇਰ ਸਿਖਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਇਹ ਸਾਰੇ ਇੱਕੋ ਤਰੀਕੇ ਨਾਲ ਠੀਕ ਹੋ ਸਕਦੇ, ਇੱਕੋ ਤਰੀਕੇ ਨਾਲ। ਪਿਰਾਮਿਡ ਦੇ ਉੱਤੇ ਕੌਣ ਹੈ, ਉੱਥੋਂ ਹੀ એનર્ਜੀ ਆਉਣੀ ਹੈ ਟਾਂ ਕਰਦੀ। और मैं थोनों अज कह रहा पिछले 25 साल ये पावर सेंट्रलाइज्ड रही है एक बंदे को। कमाऊ पोता है तो ठीक है काम करो, नहीं है तेरी गिच्ची मरोड़ो बिच लियाओ, तो जे कोई सिद्धू वर्गा घर बिठाओ, जलील करो। आखिर जी बड़े पट्टू कई पुछते सवाल, सिद्धू साहब तेनों पावर मिनिस्ट्री देती सी उन्हें मैनू पावर मिनिस्ट्री नहीं दी। वो मैनू जलील करना चाहता सी, टंगा थलों कढ़ना चाहता सी भी सिद्धू बेअदबी की गल ही ना करे। और जी पावर मिनिस्ट्री है जनाब, रेगुलेटरी अथॉरिटी के 27 बंदे ने, 27 बंदे अगे डायरैक्ट चीफ मिनिस्टर को रिपोर्ट करते हैं, ते मंत्री बजली करते तो मैनू कह दी। ते सिद्धू रेस जिताने वाला अरबी घोड़ा इलैक्शन वेले उन्होंने काठ का घोड़ा बना के खड़ा करना सी, है जी, ਉਹਨੂੰ ਕਾਠ ਦਾ ਘੋੜਾ ਬਣਾ ਕੇ ਖੜਾ ਕਰਨਾ ਸੀ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਫ਼ ਹੋ ਗਈਆਂ। ਹੁਣ ਜਿਹੜੀਆਂ ਨਹੀਂ ਹੋਣਗੀਆਂ ਮੈਂ ਕਰ ਦੂੰ ਭਾਜੀ, ਤੁਹਾਡੇ ਵਰਗੇ ਬੰਦੇ ਸਵਾਲ ਕਰਨਗੇ ਮੈਂ ਉੱਤਰ ਦੂੰ, ਮੈਨੂੰ ਕੋਈ ਡਰ ਨਹੀਂ। ਮੇਰੀ ਗੱਲ ਨੂੰ ਸੁਣੋ, ਕੋਈ ਡਰ ਨਹੀਂ। ਇੱਕ ਵਾਰ ਐਂ ਹੱਥ ਖੜਾ ਕਰੂੰ ਨਾ ਐਂ ਇੱਕ ਵਾਰ ਤੇ ਸਾਰੀ ਦੁਨੀਆ ਕਹੂ ਸਿੱਧੂ ਸਾਹਿਬ ਆ ਕਮੈਂਟਰੀ ਕਰ, ਤੂੰ ਫਲਾਨਾ ਕਰ, ਪਰ ਮੈਂ ਹਿਮਾਲੇ ਤੇ ਚੜ੍ਹ ਕੇ ਦੇਖ ਲਿਆ, ਉਦੋਂ ਉੱਤੇ ਮੈਨੂੰ ਦਿਖਿਆ ਨਹੀਂ ਹੁਣ ਕੋਈ, ਦੇਖ ਲਿਆ ਮੈਂ। ਇਹੀ ਮੇਰੇ ਲਈ ਚੈਲੰਜ ਹੈ। ਮੈਂ ਹਰ ਰੋਜ਼ ਅਰਦਾਸ ਕਰਦਾ ਕਿ ਵਾਹਿਗੁਰੂ ਜਿਵੇਂ ਉਹਨੂੰ ਕਹਿੰਦੇ ਸੀ ਨਾ ਸੰਭਵ ਕਰਤਾਰਪੁਰ ਦੇ ਲਾਂਘੇ ਨੂੰ ਵੀ ਇਹ ਨਹੀਂ ਖੁੱਲਦਾ ਹੈ, ਬੜੇ ਬੜੇ ਐਡੀਟਰ ਮੈਨੂੰ ਕਹਿੰਦੇ ਸੀ ਇਹ ਨਹੀਂ ਖੁੱਲਣਾ, ਪਿੱਛੇ ਹੋ ਜਾ। ਉਸੇ ਤਰ੍ਹਾਂ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਨੂੰ ਸਵਾਰਨਾ ਸੰਭਵ ਹੈ, ਤੇਰੀ ਕਿਰਪਾ ਦੇ ਨਾਲ ਹੀ ਇਹ ਪੰਜਾਬ ਦਾ ਕਲਿਆਣ ਹੋਊਗਾ। ਔਰ ਉਹਦੇ ਕਲਿਆਣ 'ਚ ਮੇਰਾ ਕਲਿਆਣ ਨਹੀਂ ਰੱਖੀ। ਹੋਰ ਕੋਈ ਸਵਾਲ? ਮੈਂ ਕਿਹਾ ਲਾਸਟ ਨਹੀਂ, ਤੂੰ ਸੈਕਿੰਡ ਲਾਸਟ ਪੁੱਤ ਮਿੱਤਰਾ, ਪਿੱਠ ਨਹੀਂ ਦਿਖਾਉਂਦਾ, ਵੱਟ ਦੇਉਂ ਕੱਢ, ਸੱਚਾਈ ਮੇਰੇ ਕੋਲ ਹੈ, ਤੂੰ ਦੇਖ ਤੇ ਸਹੀ। सिद्धू साहब मेरा सवाल है, मैं AC धवन है स्टेट बैंक ऑफ इंडिया तो रिटायर्ड, ਤੁਹਾਡੇ ਬਹੁਤ ਸਵਾਲ ਤੁਸੀਂ ਬੜੇ ਬੇਕਾਬੀ ਨਾਲ ਦਿੱਤੇ ਨੇ, ਲੋਕ ਬੜੇ ਤਸੱਲੀ ਨਾਲ ਸੁਣ ਰਹੇ ਨੇ, ਪਿਨ ਡ੍ਰੌਪ ਸਾਇਲੈਂਸ ਹੈਗਾ। ਮੇਰਾ ਸਵਾਲ ਇਹ ਹੈਗਾ ਕਿ ਪੰਜਾਬ ਦੇ ਵਿੱਚ ਹੁਣ ਜਿਵੇਂ ਆਪਾਂ ਸੋਚੀਏ ਕਿ ਕੈਪਟਨ ਸਾਹਿਬ ਥੱਲੇ ਉਤਰ ਕੇ ਕਾਂਗਰਸ ਤੋਂ ਨਿਕਲ ਕੇ ਕਰਪਟ ਸੀਗੇ, ਤੁਹਾਡੀ ਹੁਣ ਜਿਹੜੀ ਅਗਲੀ ਲੜਾਈ ਹੈਗੀ ਹੈ, ਤੁਹਾਡੀ ਅਗਲੀ ਲੜਾਈ ਅਕਾਲੀਆਂ ਨਾਲ ਹੈਗੀ ਹੈ ਜਾਂ ਆਪ ਨਾਲ ਹੈਗੀ ਹੈ ਜਾਂ ਤੁਹਾਡੀ ਆਪਣੀ ਪਾਰਟੀ ਦੇ ਵਿੱਚ ਜਿਹੜੀ ਹੈਗੀ ਹੈ ਉਹਨਾਂ ਨਾਲ ਹੈਗੀ ਹੈ? ਇਸ ਸਵਾਲ ਦੇ ਉੱਤੇ ਨਾ ਦੇਖੋ ਹਰ ਤਰ੍ਹਾਂ ਦੇ ਸਵਾਲ ਆ ਰਹੇ ਆ ਭਾਜੀ, ਖਤਰਨਾਕ ਵੀ ਆ ਰਹੇ। ਮੇਰੀ ਗੱਲ ਨੂੰ ਸੁਣੋ, ਖਤਰਨਾਕ ਵੀ ਆ ਰਹੇ ਆ, ਪਰ ਮੈਂ ਵੀ ਖਿਡਾਰੀ ਬੰਦਾ, ਖੇਡਣਾ ਮੈਨੂੰ ਪੂਰਾ ਆਉਂਦਾ ਸਾਹਿਬ। ਮੈਂ ਉਹਨਾਂ ਨਾਲ ਆ ਜਿਹੜੇ ਪੰਜਾਬ ਵੱਲ, ਤੇ ਮੈਂ ਉਹਨਾਂ ਦੇ ਖਿਲਾਫ ਆ ਜਿਹੜੇ ਪੰਜਾਬ ਦੇ ਖਿਲਾਫ। ਜਵਾਬ ਕਈ ਵਾਰ ਇੱਕ ਲਾਈਨ ਵੀ ਠਾਂ ਕਰਦੀ ਆਉਂਦੀ ਹੈ। ਖਤਮ। ਸਤਿ ਸ਼੍ਰੀ ਅਕਾਲ ਜੀ। ਬਿਆਰੀ ਪੁੱਛੋ। ਮੈਂ ਜੀਰਕਪੁਰ ਤੋਂ ਹਾਂ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਟ੍ਰਿਬਿਊਨ ਟਰਸਟ ਦਾ, ਜਿਨ੍ਹਾਂ ਨੇ ਇੰਨਾ ਵੱਡਾ ਪਲੇਟਫਾਰਮ ਅੱਜ ਲੋਕਲ ਜਿਹੜੇ ਜਨਤਾ ਹੈ ਤੁਹਾਡੇ ਨਾਲ ਰੂਬਰੂ ਹੋਣ ਨੂੰ ਇੱਕ ਸੈਕਿੰਡ ਲਈ ਮੇਰੀ ਸਾਰੇ ਦੋਸਤਾਂ ਨੂੰ ਬੜੀ ਹੰਬਲ ਰਿਕਵੈਸਟ ਹੈ, ਮੈਂ ਵਿੱਚ ਡਾਟਾ ਨਹੀਂ ਸੀ ਦੇਣਾ। ਇਹ ਹੈ ਕਿ ਸਵਾਲ ਜ਼ਰੂਰ ਹੈ ਕਿ 1 ਮਿੰਟ ਦਾ ਦੇ ਸੈਕਿੰਡ ਦਾ ਕਰੋ, ਕਿ ਸਿੱਧੂ ਸਾਹਿਬ ਨੂੰ ਵੀ ਬੇਨਤੀ ਹੈ ਕਿ ਸੰਖੇਪ ਦੇ ਵਿੱਚ ਹੀ ਸਰ ਜਵਾਬ ਦਿਓ। 2-3 ਜਾਣੇ ਜਵਾਬ ਦੇਣਾ ਚਾਹੁੰਦੇ ਆ ਤੇ ਸੰਖੇਪ ਦੇ ਵਿੱਚ ਕਿਉਂਕਿ 2:30 ਵੱਜ ਗਏ ਆ। ਦੇਖੋ ਸਿੱਧੂ ਸਾਹਿਬ ਮੈਂ ਹਰ ਗੱਲ ਤੁਹਾਡੀ ਮੰਨਦਾ, ਪਰ ਜਿਹੋ ਜਿਹਾ ਸਵਾਲ ਆਉ ਠੋਕ ਕੇ ਉਹ ਜਿਹੀ ਦਊ। ਹੁਣ ਫਿਰ ਇਹ ਨਾ ਮੈਨੂੰ ਕਹੀ ਆਪਦੇ ਬਾਰੇ ਸੋਚ ਲਓ। ਹਾਂ, ਜੇ ਭੁੱਖ ਲੱਗੀ ਹੈ ਤਾਂ ਫਿਰ ਕੋਈ ਰੌਲਾ ਨਹੀਂ ਹੈ। ਤੇ ਤੁਹਾਨੂੰ ਭਾਜੀ ਮੈਂ ਪਹਿਲਾਂ ਕਹਿਣਾ ਤੁਸੀਂ ਬੜੇ ਸਮਾਰਟ ਲੱਗਦੇ। थैंक यू सर, थैंक यू। वाह सर मैं प्रताप सिंह राणा हूँ, जीरकपुर से हूँ। मेरी वाइफ MC है वहाँ पर। और लोकतंत्र का सबसे पहली सीढ़ी जो है वो नगर निकाय, नगर निगम यहाँ से शुरू होती है।
और बहुत लोकल लोगों में जा करके उनकी समस्याएं सुन करके सरकार तक पहुंचानी होती है। और आप लोकल बॉडी मिनिस्टर भी रहे हैं, आप भली भांति परिचित हैं। मेरी पंजाबी इतनी अच्छी नहीं इसलिए मैं हिंदी में बोल रहा हूँ। मेरी चिंता आप है, आप इसलिए आपका विजन क्लियर है, आप बोलते स्पष्ट हैं और यही मेरा काम है। मैं भी कमेटी में स्पष्ट बोलता हूँ लेकिन मेरी सुनता कोई नहीं है। हमारी चिंता ये है कि कल को आपकी नुमाइंदगी में सरकार बनती है, अगर हाईकमांड ने कुछ उन्नी निक्की कर दी और आपको मुख्यमंत्री ना बनाया तो हम कहाँ जाएंगे? ये मेरा सवाल है। देखो सर, जरूरी नहीं भी हरेक बॉल ਤੇ ਚੌਕਾ ਹੀ ਵਜੇ, ਕਦੇ ਕਦੇ ਕਿੱਲੀ 'ਚ ਵੀ ਵੱਜਦੇ ਗੇਂਦ ਤਾਲ ਕਰਕੇ। ਠੀਕ ਹੈ, ਤੁਹਾਡੀ ਸਵਾਲ ਬਹੁਤ ਵਾਜਬ ਹੈ। ਇਸ ਤਰ੍ਹਾਂ ਸਰ ਕਿ ਦੇਖੋ ਸਵਾਲ ਇੱਕ ਦੋ ਭਾਜੀ ਹੋਰ ਲੈ ਲਓ। ਨਹੀਂ ਭਾਜੀ, ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਚੀਜ਼ ਹੈ। ਇਹ ਸਵਾਲ ਜਿਹੜਾ ਨਾ, ਇਹਨੂੰ ਉੱਤਰ ਦੇਣ ਲਈ ਪੂਰੇ ਦਿਮਾਗ ਦੇ ਸਾਰੇ ਘੋੜੇ ਚੜਾਉਣੇ ਪੈਣੇ ਨੇ। ਇਹ ਐਵੇਂ ਦਿੱਤਾ ਹੀ ਨਹੀਂ ਜਾਣਾ। ਦੇਖੋ ਤੁਸੀਂ ਵੀ ਭਰਮ 'ਚ ਪਾ ਗਏ ਹੋ, ਮੈਨੂੰ ਮੈਂ ਭੁੱਲ ਗਿਆ ਕੀ ਬੋਲ ਰਿਹਾ ਸੀ। ਮੈਂ ਬੜਾ ਜ਼ਬਰਦਸਤ ਉੱਤਰ ਦੇਣ ਲੱਗਿਆ ਸੀ ਹੁਣ, ਕਿਉਂਕਿ ਇਹਦੇ ਉੱਤਰ ਦੇ ਉੱਤੇ ਪੰਜਾਬ ਦਾ ਭਵਿੱਖ ਵੀ ਖੜਾ। ਮੈਂ ਤੁਹਾਨੂੰ ਅੱਜ ਦੱਸ ਦੇਣਾ ਤੁਹਾਨੂੰ, ਇਹ ਵਿਸ਼ ਪੀਣ ਵਾਲਾ ਹੀ ਬੰਦਾ ਸੰਵਾਰ ਦੂ। ਯਾਦ ਰੱਖਿਓ ਮੇਰੀ ਗੱਲ, ਕਿਸੇ ਨੂੰ ਲੱਭ ਲਿਓ। ਜਿਹੜਾ ਬੰਦਾ ਯੋਗ ਸਵਾਮੀ ਹੋਊ, ਪੰਜਾਬ ਉਹੀ ਸਵਾਰੂ। ਮੈਂ ਕਹਿੰਦਾ ਚਾਹੇ ਤੁਸੀਂ ਕਿਸੇ ਨੂੰ ਚੁਣੋ, ਇਹ ਤੁਹਾਡਾ ਉਹ ਹੈ। ਨਵਜੋਤ ਸਿੰਘ ਸਿੱਧੂ ਨੇ ਕਦੇ ਮੰਗਿਆ ਹੀ ਕੁਛ ਨਹੀਂ। ਮੈਂ ਤਾਂ ਕਹਿੰਦਾ ਡਿਪਟੀ ਬਣ ਜਾ, ਫਲਾਨਾ ਬਣ ਜਾ, ਕਿਸੇ ਨੇ ਬਣ ਨਹੀਂ ਦਿੱਤਾ, ਨਾ ਮੈਂ ਮੰਗਿਆ। ਜਦੋਂ ਪਿਛਲੀ ਵਾਰ ਵੀ ਮੈਨੂੰ ਕਹਿੰਦੇ ਸੀ, ਓਪਨਲੀ ਸਟੇਟਮੈਂਟ ਆਈ ਸੀ ਕਿ ਜੀ ਕੇਜਰੀਵਾਲ ਕਹਿੰਦਾ ਤੂੰ ਡਿਪਟੀ ਸੀਐਮ। ਮੈਂ ਕਿਹਾ ਉਹ ਡਿਪਟੀ ਸੀਐਮ ਕਿਹਦਾ ਸੀਐਮ ਦਾ, ਇਹ ਤੇ ਦੱਸੋ। ਮੈਂ ਕਿਹਾ ਬਰਾਤ ਤੁਤਰੂ ਕਰਦੀ ਪਈ ਹੈ, ਬਹੂ ਪਿੱਪਲ ਥੱਲੇ ਸੁੱਤੀ ਪਈ ਹੈ। ਮੈਂ ਕਿਹਾ ਕਿਹਦਾ ਡਿਪਟੀ ਬਣਨਾ, ਦੱਸ ਤੇ ਸਹੀ ਪਿੱਤਰਾ, ਕਿਹਦਾ ਡਿਪਟੀ ਬਣਾ? ਘੋੜੀ ਭੱਜੀ ਫਿਰਦੀ ਹੈ, ਦਗੜ 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 ਦਗੜ, ਲਾੜਾ ਗਾਇਬ ਹੈ। ਕਿਹਦਾ ਬਣਨਾ, ਕਿਹਦੀ ਅਰਦਲ ਕਰਨੀ ਹੈ? ਮੈਂ ਦੱਸੇ ਤਾਂ ਸਹੀ ਨਾ ਮੈਨੂੰ ਕੋਈ ਹੈ। ਤੇ ਆ ਹੁਣ ਕੈਪਟਨ ਸਾਹਿਬ ਵੀ 2 ਸਾਲ ਵਧਾਈ ਰੱਖਿਆ, ਜਲੀਲ ਜਦੋਂ ਨਹੀਂ ਹੋਇਆ ਭਗਾ ਕੇ ਮਾਰੀ ਰੈਜ਼ਿਗਨੇਸ਼ਨ। ਇਹ ਸੋਚਦਾ ਥੋੜਾ ਨਾ ਸੀ। ਪਹਿਲਾਂ ਕੇਸ ਪਾਇਆ ਸੀ ਮੇਰੇ ਤੇ, ਉਦੋਂ ਵੀ ਭਗਾ ਕੇ ਮਾਰੀ ਸੀ ਰੈਜ਼ਿਗਨੇਸ਼ਨ। ਉਦੋਂ ਸਰਕਾਰ ਨਹੀਂ ਸੀ ਬਣੀ ਇਹਨਾਂ ਦੀ। ਇਹਦੀ ਬੇੜੀ 'ਚ ਤਾਂ ਸਿੱਧੂ ਬਹਿ ਗਿਆ, ਆਖੇ ਦਰਵਾਜ਼ੇ ਬੰਦ ਕਰ ਦੂ। ਕਿਹਦੇ ਦਰਵਾਜ਼ੇ ਬੰਦ ਹੋਏ ਮਿੱਤਰਾ? ਆ ਬੈਠਾ ਸਿੱਧੂ, ਤੇ ਤੂੰ ਕਹਿੰਦਾ ਮੇਰਾ ਮੇਅਰ ਬਚਾ ਲਓ। ਕਿਉਂ? ਇਸ ਕਰਕੇ ਬੜਾ ਵਾਜਬ ਸਵਾਲ ਹੈ। ਭਾਜੀ ਦੁਬਾਰਾ ਪੁੱਛੋ, ਮੈਂ ਭੁੱਲ ਗਿਆ ਸੀ। ਦਿੱਲੀ ਵਾਲਿਆਂ ਨੇ ਨਾ मेरी चिंता ये है, ਤਾਂ ਹੀ हैंडसम लगे हो मैं। चिंता ये है कि आपके चेहरे को, आपके विजन को और आपकी जो सोच है, आज बच्चे बच्चे में आप इतने फेमस हो, जितने कभी शोले के डायलॉग फेमस थे ना, आज आपके डायलॉग और आप फेमस हो। हमें चिंता इस बात की है, कल को बाई द वे हाईकमान को ऐसा कर दे इलेक्शन जीतने के बाद, तो हम कहाँ जाएंगे? हमारी ये दिक्कत। ਦੁਬਾਰਾ ਨਹੀਂ ਵੱਜੀ, ਬੈਠੋ। ਬਹੁਤ ਵਧੀਆ ਸਵਾਲ। ਦੇਖੋ ਸਰ, ਪਹਿਲੀ ਗੱਲ ਤੇ ਮੈਂ 2 ਬੰਦਿਆਂ ਨੂੰ ਬੜਾ ਕਮਿਟਡ ਹਾਂ। ਇਸ ਗੱਲ ਨੂੰ ਪਹਿਲਾਂ ਸਮਝ ਲਿਆ। ਇਹ ਮੈਂ ਤਾਂ ਹੀ ਇਕੱਲਾ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸੀ। ਮੈਂ 2 ਬੰਦਿਆਂ ਨੂੰ ਬੜਾ ਕਮਿਟਡ ਹਾਂ ਕਿਉਂਕਿ ਮੈਂ ਉਹਨੂੰ ਬੜਾ ਨਜ਼ਦੀਕ ਤੋਂ ਦੇਖਿਆ ਔਰ ਮੈਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਉਹ ਖਾਨਦਾਨੀ ਲੋਕ ਨੇ ਔਰ ਚੰਗੇ ਲੋਕ ਨੇ। ਉਹਨਾਂ 'ਚ ਬਣਾਵਟ ਹੈ ਨਹੀਂ, ਬਹਿਰੂਪੀਓ ਹੈ ਨਹੀਂ। ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਜ਼ਬਾਨ ਦਿੱਤੀ ਹੈ, ਜ਼ਬਾਨ ਤੇ ਖੜਾ ਰਹੂੰ, ਲੇਕਿਨ ਜ਼ਬਾਨ ਤੇ ਖੜਾ ਰਹੂੰ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਖਾਤਰ, ਸੱਤਾ ਦੇ ਵਿੱਚ ਲਿਆਉਣ ਦੇ ਲਈ ਨਹੀਂ ਦਿੱਤੀ। ਯਾਦ ਰੱਖੋ, ਜ਼ਿੰਮੇਵਾਰੀ ਜੋ ਦੇਣਗੇ ਨਿਭਾ ਦੂੰ, ਲੇਕਿਨ ਪੰਜਾਬ ਨੂੰ ਧੋਖਾ ਨਹੀਂ ਦਊਂ। ਜੋ ਕਹਿਣਗੇ ਨਿਭਾ ਦੂੰ। ਮੈਂ ਕਹਿੰਦਾ ਕਹਿਣਗੇ ਭਾਈ ਫਲਾਨੀ ਥਾਂ ਤੇ ਬਹਿ ਜਾ, ਬਹਿ ਜੂ। ਇਹ ਵਚਨ ਦਿੱਤਾ ਹੈ, ਜ਼ਬਾਨ ਦਿੱਤੀ ਹੈ ਤੇ ਉਹਨਾਂ ਦੀ ਨੇਕੀ ਨੂੰ ਦਿੱਤੀ ਹੈ। ਕਿਉਂਕਿ ਮੈਂ ਮੰਨਦਾ, ਹੁਣ ਇਹ ਨਾ ਪੁੱਛੋ ਕਿਸ ਤਰ੍ਹਾਂ, ਕਿਉਂਕਿ ਮੈਂ ਦੇਖਿਆ, ਮਿਲਿਆ, ਮੈਨੂੰ ਮਿਲਦੇ ਸੀ, ਅੱਜ ਵੀ ਮਿਲਦੇ ਆ। ਠੀਕ ਹੈ,
ਲੇਕਿਨ ਅਗਰ ਮੈਨੂੰ ਕੋਈ ਕਹੂਗਾ ਵੀ ਜ਼ਿੰਮੇਵਾਰੀ ਚੱਕ ਤੇ ਸਰਕਾਰ ਬਣਾ ਦੇ, ਤੇ ਉਦੋਂ ਬਾਅਦ ਦੇਖੀ ਰੇਤਾ ਮਾਫੀਆ, ਤੇ ਉਦੋਂ ਬਾਅਦ ਦੇਖੀ दारू 200 ਦੀ 1000 'ਚ ਵਿਕਦੀ ਤੇ ਡਿਸਟਿਲਰੀਆਂ ਚੱਲਦੀਆਂ, ਤੇ ਉਦੋਂ ਬਾਅਦ ਦੇਖੀ ਕੇਬਲ ਦੇ ਉੱਤੇ ਮੋਨੋਪੋਲੀ, ਤੇ ਗੁਰੂ ਦੀ ਬਾਣੀ ਵੀ ਇੱਕ ਚੈਨਲ ਤੇ ਚੱਲੂਗੀ ਹੈ। ਫਿਰ ਇਹ ਦੇਖੀ ਤੇ ਸਿੱਧੂ ਮਰਦਾ ਮਰ ਜੂ, ਇਹ ਨਹੀਂ ਦੇਖੂ, ਇਹ ਨਹੀਂ ਦੇਖੂਗਾ। ਜਾਂ ਤੇ ਬਦਲੂ, ਤੇ ਜੇ ਨਾ ਬਦਲ ਪਾਇਆ ਤੇ ਜੋ ਕਹਿਣਗੇ ਮੈਂ ਕਰ ਦੂੰ, ਪਰ ਮੈਂ ਰਿਸਪੌਂਸਿਬਿਲਿਟੀ ਨਹੀਂ ਲਊਂਗਾ, ਮੈਂ ਜ਼ਿੰਮੇਵਾਰੀ ਨਹੀਂ ਲਊਂਗਾ ਸਾਹਿਬ। ਇਹ ਕਲੀਅਰ ਹੈ, ਯਾਦ ਰੱਖਿਓ ਮੇਰੀ ਗੱਲ। ਮੈਂ ਪੰਜਾਬ ਨੂੰ ਧੋਖਾ ਨਹੀਂ ਦਵਾਂਗਾ, ਉਹਨਾਂ ਨੂੰ ਛੱਡੂੰਗਾ, ਕਿਉਂਕਿ ਮੈਨੂੰ ਪਤਾ ਦੂਏ ਮਾੜੇ ਹੈ। ਮੈਂ ਪਟਿਆਲੇ ਪਹਿਲਾਂ 4 ਵਾਰ ਦਾ ਜਿੱਤਿਆ MP ਗਿਆ ਸੀ ਇਹਦੇ ਕੋਲ, ਇਹ ਕਹਿੰਦਾ ਕੰਪੇਨ ਕਰ ਲਈ। ਓਏ ਤੂੰ ਇੱਕ ਵਾਰ ਇਲੈਕਸ਼ਨ MLA ਲੜਿਆ, ਦੂਆ ਹਾਰਿਆ, ਤੇ ਸਿੱਧੂ 4 ਵਾਰ ਦਾ MP ਤੂੰ ਕਹਿੰਦਾ ਕੰਪੇਨ ਕਰ ਦੇ, ਤੇ ਫਿਰ ਮੈਂ ਉਹਨਾਂ ਦੀ ਨਾ ਕਰ ਲੈਂਦਾ, 3 ਵਾਰ ਦਾ ਮੰਤਰੀ ਨਾ ਹੁੰਦਾ ਹੈ ਸੈਂਟਰ 'ਚ। ਪੰਜਾਬ ਨਹੀਂ ਛੱਡਿਆ ਸਿੱਧੂ ਨੇ, ਬੜੇ ਪਰਲੋ ਬਣਾਏ, ਤੇ ਪੰਜਾਬ ਛੱਡੂਗਾ ਤੇ ਪੰਜਾਬੀਆਂ ਦੇ ਘਨੇੜੇ ਤੇ ਹੀ ਛੱਡੂ, ਨਹੀਂ ਤੇ ਛੱਡੂਗਾ ਨਹੀਂ। ਯਾਦ ਰੱਖਿਓ ਮੇਰੀ ਗੱਲ, ਦੇ ਲੈਣ ਤੋਂ ਜੋ ਕੋਈ ਕਹਿੰਦਾ ਕਹੇ। ਫਿਰ ਮੇਰੇ 'ਚ ਜ਼ੁਰਤ ਹੈ। ਸਭ ਤੋਂ ਵੱਡੀ ਜ਼ੁਰਤ ਕੀ ਹੁੰਦੀ ਹੈ ਭਾਈ? ਮੈਂ ਜੇ ਇਸ ਉੱਤਰ ਦਾ, ਮੈਨੂੰ ਇਸ ਸਵਾਲ ਦਾ ਉੱਤਰ ਦੇ ਗਿਆ ਨਾ ਕੋਈ, ਮੈਂ ਕਹਿੰਦਾ ਕੁਰਬਾਨ ਕਰ, ਮੈਂ ਆਪਣੇ ਆਪ ਨੂੰ ਕੁਰਬਾਨ ਉਹਦੇ ਮੰਨਦਾ। ਸਭ ਤੋਂ ਵੱਡੀ ਤਾਕਤ ਦੱਸੋ ਭਾਜੀ ਕੀ ਹੁੰਦੀ ਹੈ? ਤੁਸੀਂ ਲੋਕਤੰਤਰ ਕਹਿੰਦੇ ਹੋ, ਮੈਂ ਕਹਿੰਦਾ ਇੱਕ ਇੰਡੀਵਿਜੂਅਲ ਦੀ ਸਭ ਤੋਂ ਵੱਡੀ ਤਾਕਤ ਕੀ ਹੁੰਦੀ? ਇੰਡੀਵਿਜੂਅਲ ਦੀ ਹੈ ਅੰਤਰਾਤਮਾ। ਮੈਂ ਕਹਿੰਦਾ ਨਾ ਕਰਨ ਦੀ ਤਾਕਤ, the power to say no. Power to say no is the biggest power in this world. ਕੋਈ ਮੈਨੂੰ ਇਹ ਕਹੂਗਾ ਕਿ ਆਹ ਆਠਾ ਉਹਦੇ ਚੱਕ ਤੇ ਸੱਤਾ 'ਚ ਲਿਆ ਸਾਨੂੰ, ਮੈਂ ਕਹੂੰਗਾ ਸਾਰੀ ਕਾਇਨਾਤ ਦੀ ਮੈਂ ਸੱਤਾ ਤਿਆਗ ਦੂੰਗਾ, ਪਰ ਪੰਜਾਬ ਨੂੰ ਝੂਠ ਬੋਲ ਕੇ ਕਿ ਸਿਰਫ ਸੱਤਾ 'ਚ ਲਿਆਉਣ ਦੇ ਲਈ ਸਰਕਾਰ ਨਹੀਂ ਬਣਨੀ, ਪੰਜਾਬ ਦਾ ਭਲਾ ਕਰਨ ਲਈ ਸਰਕਾਰ ਬਣਨੀ। ਇਹ ਗਾਰੰਟੀ ਹੈ। ਮੈਂ ਪਹਿਲਾਂ ਹੀ ਕਹਿਣਾ ਕਿ ਜੇ ਇਹ ਪੰਜਾਬ ਮਾਡਲ ਉਹਨਾਂ ਨੂੰ ਠੀਕ ਲੱਗਦਾ ਹੈ, ਇਹਦੇ 'ਚੋਂ ਕੁਝ ਚੀਜ਼ਾਂ ਠੀਕ ਲੱਗਦੀਆਂ ਨੇ, ਕਿਉਂਕਿ ਵੀ ਆਰ ਅ ਡੈਮੋਕ੍ਰੈਟਿਕ ਪਾਰਟੀ, ਸਲਾਹ ਹੁੰਦੀ ਹੈ, ਸੁਝਾਅ ਹੁੰਦੇ ਹੈ, ਤੇ ਇਹਦੇ ਵਿੱਚੋਂ ਇਨਕਮ ਹੋਰ 2-4 ਚੀਜ਼ਾਂ, ਬਾਕੀ ਜੋ ਮਰਜ਼ੀ ਤੁਸੀਂ ਕਰੋ, ਪਰ ਐਤਕੀ 5000 ਵਾਅਦਿਆਂ ਵਾਲੀ ਗੱਲ ਨਹੀਂ ਹੋਣੀ। ਐਤਕੀ ਬਗੈਰ ਸਾਧਨਾਂ ਦੇ, ਵਿਦਾਊਟ ਦੀ ਮੀਨਸ ਯੂ ਕਾਂਟ ਰੀਚ ਯੋਰ ਗੋਲ। ਇਹ ਕੀ ਹੁੰਦਾ? ਇਹ ਭਰਮ ਕੀ ਹੈ? ਉਹ ਆਹ ਗੋਲ ਹੈ ਜੀ, ਸੁਪਨਾ ਦਿਖਾਇਆ, ਉਹ ਆਹ ਗੋਲ ਹੈ। ਦ ਗੋਲ ਇਜ਼ ਫਾਰ ਮੋਰ ਅਲਿਊਰਿੰਗ, ਮਚ ਬਿਗਰ ਇਨ ਦੀ ਹੋਰਾਈਜ਼ਨ। ਇਟ ਇਜ਼ ਵੈਰੀ ਟੈਂਪਟਿੰਗ, but it is the means that take you to the goal. You take care of the means, the goal takes care of itself. हिंदी च साध्य की प्राप्ति परिणाम मात्र है, उसका असली कारण साधन है। जे साधन है तो दसो, ये डिगदे बेहाल पंजाब नूं खुशहाल करन दे साधन है तो दसो, ते नहीं तो मैं दसदा ये नकली सिद्धू नहीं हुण घुमने। ਇਹ 17 ਸਾਲ ਦਾ ਸੰਘਰਸ਼ ਹੈ। ਨਕਲੀ ਸਿੱਧੂ ਫੋਟੋ ਸਟੇਟ ਦੀ ਦੁਕਾਨ ਦੇ ਉੱਤੇ ਜਾ ਕੇ ਨਹੀਂ ਘੁੰਮਣੇ, ਉਹਨਾਂ ਨੂੰ ਪਤਾ ਹੀ ਹੈ ਨਹੀਂ। ਜਦੋਂ ਤੁਸੀਂ ਚੋਰੀ ਵੀ ਕਰਨੀ ਹੈ ਤੇ ਸੁਖਬੀਰ ਵਰਗਾ ਦਿਮਾਗ ਚਾਹੀਦਾ। ਐਵੇਂ ਮਾਤੜ ਨਹੀਂ ਜੋ ਤਹਿਸੀਲਦਾਰ 100 ਰੁਪਏ ਲੈ ਕੇ ਫੜਿਆ ਜਾਂਦਾ। ਦਿਮਾਗ ਚਾਹੀਦਾ, ਇਹਦੇ 'ਚ ਆਰਟ ਚਾਹੀਦੀ ਹੈ। ਇਹੀ ਦਿਮਾਗ ਜੇ ਸਿੱਧੇ ਪਾਸੇ ਲੱਗ ਜਾਂਦਾ, ਪੰਜਾਬ ਸੰਵਰ ਜਾਂਦਾ ਹੈ ਜੀ। क्यों वोट पाइए तेनू? होटल बनाने खातर क्यों वोट पाइए तेनू? बसा बनाने खातर 2 बसा डबल अज 6000। मैडम जी हुण ये जवाब तो मैं नहीं दे सकता, क्योंकि वो रिलीजियस सिख है। तुसीं देता उच्ची प्ले करी बई आ जवाब जी, ठीक है, मैं सहमत। क्यों क्यों इस करके मैं तुहाडे सवाल का बड़ा जवाब दिता टका के, लेकिन मैं अपनी हाईकमांड की पहला भी इज्जत की है, अज भी इज्जत की है, अगे भी करता रहूँगा। दुनिया चाहे जिन्नियां मर्जी शुरलियां छड्डे, आखिरी दम तक सिद्धू राहुल गांधी और प्रियंका गांधी नाल खड़ा रहे, आखिरी दम तक। पार्टियां बदलण नाल पंजाब नहीं बदलना।
ਪਾਰਟੀਆਂ ਬਦਲਣ ਨਾਲ ਕੋਈ ਪੰਜਾਬ ਨਹੀਂ ਬਦਲਣਾ। ਹਾਂ, ਅਹੁਦੇ ਮਿਲ ਸਕਦੇ ਆ। ਪੰਜਾਬ ਬਦਲਣਾ ਪਾਲਿਸੀ ਨਾਲ, ਪੰਜਾਬ ਬਦਲਣਾ ਵਿਜ਼ਨ ਦੇ ਨਾਲ, ਪੰਜਾਬ ਬਦਲਣਾ ਬਜਟਰੀ ਐਲੋਕੇਸ਼ਨ ਤੇ ਰਿਸਰਚ ਕੀਤੀ ਹੋਈ ਨੀਤੀ ਦੇ ਨਾਲ, ਜੁਗਾੜ ਦੇ ਨਾਲ ਨਹੀਂ, ਸਕੀਮ ਦੇ ਨਾਲ ਨਹੀਂ, ਲੋਲੀਪੌਪਾਂ ਦੇ ਨਾਲ ਨਹੀਂ, ਝੂਠ ਵੇਚ ਕੇ ਨਹੀਂ। ਹੈਵ ਆਈ ਆਨਸਰਡ ਯੂ ਭਾਜੀ ਹੈਂਡਸਮ ਮੈਨ? ਉਧਰ ਭਾਜੀ ਤੁਹਾਡਾ ਤੇ ਇੱਕ I ਸਵਾਲ advocate ਮੁਲਾਜ਼ਮ that ਜਿਵੇਂ ਹਾਈ ਕੋਰਟ ਐਂਡ ਸੁਪਰੀਮ ਕੋਰਟ ਜਿਹੜੇ ਜ਼ਮਾਨਾ ਬਦਲਦਾ ਹੈ, ਅਕਸਰ ਮਰਦ ਉਹ ਨੇ ਜੋ ਬਦਲ ਦਿੰਦੇ ਜ਼ਮਾਨੇ ਨੂੰ। ਵਾਹ ਜੀ ਵਾਹ ਸਰ, ਕਮਾਲ ਕਰਤੀ। ਉੱਡਾ ਨਾ ਹੁਣ, ਮੈਂ ਕਿਤੇ ਉੱਡੀ ਨਾ ਜਾ। ਥੈਂਕ ਯੂ ਵੈਰੀ ਮਚ, ਲਵ ਯੂ ਸਰ। ਸਿੱਧੂ ਸਾਹਿਬ, ਮੈਂ ਪ੍ਰਦੀਪ ਸ਼ਰਮਾ ਜੀ, ਮੈਂ ਟ੍ਰਿਬਿਊਨ 'ਚ ਕੰਮ ਕਰਦਾ। ਕਿੱਥੇ ਹੋ ਸਰ? ਮੈਂ ਇੱਧਰ ਬੈਠਾ ਜੀ, ਮੀਡੀਆ ਹੈ ਹੋਰ ਤੇ ਤੁਹਾਡੀ ਇਟਸ ਆਲਵੇਜ਼ ਅ ਪਲੇਜ਼ਰ ਟੂ ਲਿਸਨ ਟੂ ਯੂ। ਤੇ ਮੈਂ ਛੋਟੀ ਜਿਹੀ ਗੱਲ ਕੁਐਸਚਨ ਬਣਦਾ ਕਿ ਯੂ ਆਰ ਨਾਟ ਅ ਪੈਨ ਪੰਜਾਬ, ਯੂ ਆਰ ਪੈਨ ਵਰਲਡ ਲੀਡਰ। ਮੈਂ ਕੱਲ ਮੇਰੀ ਬੇਟੀ ਦਾ ਫੋਨ ਆਇਆ ਇੰਗਲੈਂਡ ਤੋਂ, ਸ਼ੀ ਹੈਜ਼ ਅ ਫਰੈਂਡ ਫਰੋਮ ਮੈਕਸੀਕੋ ਜੀ। ਉਹ ਪੰਜਾਬ ਇਲੈਕਸ਼ਨ ਬਾਰੇ ਗੱਲ ਲੋਕੀ ਵੀ ਕਰਦੇ, ਪੂਰਾ ਵਰਲਡ ਕਰਦਾ। ਕਿਸਾਨੀ ਲੀਡਰ ਨੇ ਜਿਹੜਾ ਐਜੂਕੇਸ਼ਨ ਨੇ ਪੰਜਾਬ ਨੂੰ ਬੜਾ ਫੇਮਸ ਕਰਤਾ। ਉਹਦਾ ਇੱਕੋ ਹੀ ਜਿਹੜਾ ਮੈਨੂੰ ਦਿਮਾਗ ਅੱਛਾ ਲੱਗਿਆ, ਕਹਿੰਦੀ ਯੂਰ ਸਿੱਧੂ ਸੀਮਸ ਟੂ ਬੀ ਅ ਰੀਜ਼ਨੇਬਲ ਗਾਇ। ਮਤਲਬ ਮੈਕਸੀਕੋ ਤੋਂ ਬੰਦਾ ਕਹਿ ਰਿਹਾ, ਕੁੜੀ 25-26 ਸਾਲ ਦੀ। Reason is the queen and mistress of all things. ਤੇ ਜਦ ਕਿਸੇ ਪੋਲੀਟੀਸ਼ੀਅਨ ਨੂੰ ਕੋਈ ਰੀਜ਼ਨੇਬਲ ਕਹਿੰਦਾ ਹੈ, ਆਈ ਥਿੰਕ ਇਟਸ ਅ ਬਿਗ ਕੰਪਲੀਮੈਂਟ। ਯੈਸ ਸਰ। ਅੱਜ ਦੀ ਡੇਟ 'ਚ ਤਾਂ ਸਰ ਤੁਹਾਡੀ ਗੱਲ ਦਾ ਮੈਂ ਜਵਾਬ ਦੇਣਾ ਬਹੁਤ ਮੇਰਾ ਸਵਾਲ ਸਰ ਥੋੜਾ ਇਹ ਹੈ ਜੀ, ਤੁਸੀਂ ਸਿੱਧੂ ਮਾਡਲ ਕਹਿ ਲਓ, ਉਹਨੂੰ ਪੰਜਾਬ ਮਾਡਲ ਕਹਿ ਲਓ, ਵਿਜ਼ਨ ਕਹਿ ਲਓ, ਕੁਛ ਕਹਿ ਲਓ, ਤੁਸੀਂ ਉਹਦੀ ਗੱਲ ਕੀਤੀ ਹੈ ਬੜੀ ਦੇਰ ਤੋਂ ਇਹ ਪਬਲਿਕ ਸਪੇਸ 'ਚ ਮਾਡਲ ਤੁਹਾਡਾ ਹੈਗਾ। ਮੇਰਾ ਸਿੰਪਲ ਜਿਹਾ ਕੁਐਸਚਨ ਹੈ, ਇਹ ਮਾਡਲ ਡਾਕੂਮੈਂਟਡ ਪਬਲਿਸ਼ਡ ਇਹ ਕਦੋਂ ਸਾਡੇ ਸਾਹਮਣੇ ਆਏਗਾ? ਤੇ ਦੂਜਾ, ਤੁਸੀਂ ਮੇਰਾ ਖਿਆਲ ਆਈ ਥਿੰਕ ਕਾਂਗਰਸ ਐਂਡ ਤੁਸੀਂ ਵੀ 3-4 ਵਾਰ 5 ਵਾਰ ਕੇਜਰੀਵਾਲ ਦੀ ਗੱਲ ਕੀਤੀ ਹੈ। ਮੇਰਾ ਖਿਆਲ ਤੁਸੀਂ ਵੀ ਥੋੜਾ ਜਿਹਾ ਕੇਜਰੀਵਾਲ ਤੋਂ ਘਬਰਾਉਂਦੇ ਹੋ, ਬਾਦਲਾਂ ਤੋਂ ਸ਼ਾਇਦ ਇੰਨਾ ਤੁਹਾਨੂੰ ਡਰ ਨਹੀਂ ਹੈ। ਤੇ ਤੁਸੀਂ ਮਤਲਬ ਜਿਹੜਾ ਕੇਜਰੀਵਾਲ ਮਾਡਲ ਹੈ, ਜਿਹੜਾ ਦਿੱਲੀ ਮਾਡਲ ਹੈ, ਤੇ ਆਪਣੇ ਮਾਡਲ ਤੇ ਦਿੱਲੀ ਮਾਡਲ ਨੂੰ ਕਿੱਦਾਂ ਦੇਖਦੇ? ਥੈਂਕ ਯੂ ਸਰ। ਦਿੱਲੀ ਮਾਡਲ ਦਿੱਲੀ ਵਾਸਤੇ ਹੈ, ਪੰਜਾਬ ਮਾਡਲ ਪੰਜਾਬ ਦੀ ਪਰਿਸਥਿਤੀ ਨਾਲ ਬਣਿਆ ਹੋਇਆ ਹੈ, ਪੰਜਾਬ ਦੀ ਹਕੀਕਤ ਨੂੰ ਸਮਝ ਕੇ ਬਣਿਆ ਹੋਇਆ, ਪੰਜਾਬ ਦੇ ਅਨੁਭਵ ਦੇ ਨਾਲ ਬਣਿਆ ਹੋਇਆ। ਇਹ ਕੋਈ ਉੱਥੇ ਬੈਠੇ ਦਿੱਲੀ ਜਿਹੜੀਆਂ ਚੀਜ਼ਾਂ ਹੁੰਦੀਆਂ, ਦਿੱਲੀ ਨੂੰ ਤਾਂ 2002 ਚ ਸ਼ੀਲਾ ਦੀਕਸ਼ਿਤ ਨੇ ਸਰਪਲਸ ਕਰਤਾ ਸੀ। ਪੰਜਾਬ ਤੇ 6 ਲੱਖ ਕਰੋੜ ਦਾ ਕਰਜ਼ਾ ਮਹਾਰਾਜ, ਸੌਫਟ ਲੋਨ ਨੇ 3 ਲੱਖ ਕਰੋੜ ਦਾ, 3 ਲੱਖ ਕਰੋੜ ਦਾ ਉਹ ਹੈ। ਤੇ ਕਿੱਦਾਂ ਪੰਜਾਬ ਨੂੰ ਤੁਸੀਂ ਇੱਥੇ ਦਿੱਲੀ 'ਚ ਕੋਈ ਇਰੀਗੇਸ਼ਨ ਦਾ ਖਰਚਾ ਹੈ, ਕੋਈ ਐਗਰੀਕਲਚਰ ਦਾ ਖਰਚਾ? ਇੱਥੇ 60% ਐਗਰੀਕਲਚਰ ਦਾ ਖਰਚਾ ਮਹਾਰਾਜ, ਠੀਕ ਹੈ। ਦਿੱਲੀ ਦੀ ਪੁਲਿਸ ਨੂੰ 9000 ਕਰੋੜ ਰੁਪਏ ਦੇ ਕੇ ਸੈਂਟਰ ਦੀ ਸਰਕਾਰ ਚਲਾਉਂਦੀ ਹੈ, ਹੈਂ ਜੀ। ਇੱਥੇ ਉਹ ਪੈਸੇ ਨੂੰ ਕੱਢੋ, ਦੇਖੋ ਕੀ ਬਣਦਾ। ਉਹ ਸਰਪਲਸ ਰਾਜ ਹੈ ਸਾਹਿਬ। ਉਹ ਸਰਪਲਸ ਰਾਜ ਦੇ ਵਿੱਚ ਵੀ ਉਹੀ ਕੁਰੀਤੀਆਂ ਹੋ ਰਹੀਆਂ ਨੇ। ਇੱਥੋਂ ਕਿੱਥੋਂ ਪੈਸੇ ਲਿਆਊਗਾ ਜੇ ਕਿਸੇ ਦਾ ਭਲਾ ਕਰਨਾ ਹੈ? ਯੂ ਨੀਡ ਫੰਡਸ। ਕਿੱਦਾਂ ਸਮਝਾਵੇ ਤੇ ਸਹੀ ਨਾ। ਮੈਂ ਤਾਂ ਹੀ ਤਾਂ ਕਹਿੰਦਾ ਨਕਲੀ ਸਿੱਧੂ ਘੁੰਮਦੇ, ਸਮਝੋ। ਮੈਨੂੰ ਦੱਸੋ, ਬਿਜਲੀ ਇਹ ਫ੍ਰੀ ਫੰਡ ਦੇ ਵਿੱਚ ਜਿਹੜੀ ਬਿਜਲੀ ਦਿੱਤੀ, ਇਹ ਕਿੱਦਾਂ ਦਿੱਤੀ ਉਹਨੇ? ਬਿਜਲੀ ਕਿੰਨੇ ਦੀ ਵਿਕਦੀ ਹੈ ਸਰ ਉੱਥੇ? ਇਹ ਬੜਾ ਸਹੀ ਸਵਾਲ ਹੈ, ਤੁਸੀਂ ਮੈਂ ਉੱਤਰ ਦੇ ਰਿਹਾ ਤੁਹਾਨੂੰ। ਬਿਜਲੀ 13 ਰੁਪਏ ਦੀ ਵਿਕਦੀ ਹੈ ਕਮਰਸ਼ੀਅਲ ਦਿੱਲੀ 'ਚ, ਇੱਥੇ 9 ਰੁਪਏ। ਅਸੀਂ 6 ਕਰਨ ਨੂੰ ਕਹਿੰਦੇ ਆ। ਤੇ ਪੰਜਾਬੀ ਖਰਾਤ ਨਹੀਂ ਚਾਹੁੰਦੇ। ਪੰਜਾਬੀ ਕਹਿੰਦੇ ਸਸਤੀ ਬਿਜਲੀ ਦੇ ਦਿਓ, 3 ਰੁਪਏ ਡੋਮੈਸਟਿਕ ਤੇ 6 ਰੁਪਏ ਇੰਡਸਟਰੀ ਨੂੰ, ਪਰ 24 ਘੰਟੇ ਤਾਂ ਦਿਓ। ਅਸੀਂ ਖਰੀਦਣ ਨੂੰ ਬਿਜਲੀ ਤੇ ਦਿਓ ਸਾਨੂੰ। ਇਹ ਮੈਂ ਲੈ ਕੇ ਆਇਆ। ਉਦੋਂ ਪਹਿਲਾਂ ਜੋ ਇਹਨੇ ਕੀਤਾ ਟੈਰਿਫ ਹੁਣ ਘਟਾਇਆ, ਇਹਨੂੰ ਪੁੱਛੋ 9 ਮਹੀਨਿਆਂ ਦਾ ਇਹੀ ਤਾਂ ਕਹੀ ਜਾਂਦਾ ਟੈਰਿਫ ਆਰਡਰ ਦੇ, PIL ਪਾ। ਨਾ ਤੇ ਦਿੱਲੀ ਬਿਜਲੀ ਬਣਾਉਂਦਾ ਹੈ ਤੇ ਨਾ ਵੇਚਦਾ, ਨਾ ਬਣਾਉਂਦਾ ਨਾ ਵੇਚਦਾ। ਕਮਰਸ਼ੀਅਲ ਸਾਡੇ ਤੋਂ ਕਿਤੇ ਜ਼ਿਆਦਾ। ਇੱਥੇ ਲੱਖ ਬੰਦਿਆਂ ਨੂੰ ਰੁਜ਼ਗਾਰ ਹੈ, 17 ਪੈਸੇ ਸਸਤੀ ਬਿਜਲੀ ਦੇ ਰਹੇ ਆ, ਭਾਵੇਂ ਘਾਟੇ ਖਾ ਰਹੇ ਆ। ਉੱਥੇ ਰਿਲਾਇੰਸ ਤੇ ਟਾਟਾ ਬਣਾਉਂਦੇ ਆ ਤੇ ਉਹੀ ਵੇਚਦੇ ਆ। ਖੜਾਓ ਤਾਂ ਸਹੀ ਇਹਨੂੰ ਕਿਤੇ, ਇਹਦੇ ਮਾਡਲ ਨੂੰ। ਇਹ ਕਹਿੰਦਾ ਮੈਂ ਟੀਚਰ ਪੱਕੇ ਕਰੂੰ, 19,000 ਵੈਕੈਂਸੀ ਹੋ ਗਈ 5,000 ਤੋਂ। 8 ਲੱਖ ਨੌਕਰੀ ਦਊਂ, 440 ਦਿੱਤੀ ਹੈ। ਇੱਕ ਸਕੂਲ ਬਣਿਆ ਹੋਵੇ ਤਾਂ ਮੈਨੂੰ ਦੱਸੋ, ਇੱਕ ਫਲਾਈਓਵਰ ਬਣਿਆ ਹੋਵੇ ਤਾਂ ਮੈਨੂੰ ਦੱਸੋ। ਮੈਂ ਤਾਂ ਤੁਹਾਨੂੰ ਰਿਕਾਰਡ ਕੱਢ ਕੇ ਦੇਣਾ ਤੁਹਾਨੂੰ। ਅਨਇੰਪਲੋਇਮੈਂਟ 6 ਗੁਣਾ ਵੱਧ ਗਈ, 7% ਉੱਤੇ ਹੈ, ਨੈਸ਼ਨਲ ਇੰਡੈਕਸ ਤੋਂ ਉੱਤੇ ਹੈ। ਤੇ ਕਹਿਣਾ ਮੇਰੀ ਹੈਲਥ ਫੈਸਿਲਿਟੀ, ਜਦੋਂ ਕੋਵਿਡ ਹੋਇਆ ਸੀ ਕਿਹੜੀ ਹੈਲਥ ਫੈਸਿਲਿਟੀ ਹੋਏ? ਸਟੇਡੀਅਮ ਲੱਭਦਾ ਫਿਰਦਾ ਸੀ।
ਹੈ ਗੁਰਦੁਆਰਿਆਂ 'ਚ ਜਾ ਕੇ ਆਕਸੀਜਨ ਮਿਲੀ ਹੈ ਲੋਕਾਂ ਨੂੰ। ਕਿਹੜੀ ਹਵਾਈ ਸ਼ੁਰਲੀਆਂ, ਆਹ ਫਰੀ ਉਹ ਫਰੀ। ਉਹ ਭਾਈ ਜੇ ਤੂੰ 26 ਲੱਖ ਨੌਕਰੀ ਤੂੰ ਅਨਾਉਂਸ ਕੀਤੀ ਸੀ ਤੇ ਨਾਲ ਕੀਤੀ ਸੀ ਕੈਪਟਨ ਦੇ, ਦੇਖੋ ਜਿਹੜਾ ਪੁਰਾਣਾ ਮੈਨੀਫੈਸਟੋ, ਇਹਨੂੰ ਬੋਲਦੇ ਨੂੰ ਸੁਣਾऊं ਮੈਂ। 26 ਲੱਖ ਨੌਕਰੀ ਕਿਹੜੇ ਬਰੋਟੇ ਤੋਂ ਪੈਸੇ ਪੱਟਣੇ ਆ ਬਾਈ? 93,000 ਕਰੋੜ ਰੁਪਈਆ ਬਣਦਾ ਜੇ 30,000, ਇਹ 12,000 ਕਰੋੜ ਰੁਪਈਆ ਬਣਦਾ। ਬਿਜਲੀ ਤੋਂ ਜਿਹੜੀ ਉਹ ਫ੍ਰੀ ਕਰਦਾ 3600 ਕਰੋੜ ਰੁਪਈਆ ਬਣਦਾ। 1,10,000 ਕਰੋੜ ਰੁਪਈਆ ਤੇ ਪੰਜਾਬ ਕੋਲ 10,000 ਨਹੀਂ ਹੈ, ਕਿੱਥੋਂ ਲਿਆਉਣਾ ਹੈ? Therefore, Delhi model is for Delhi, for a surplus state. There are no agriculturists over there. 4 ਖੇਤ ਨਹੀਂ ਉੱਥੇ, ਫਿਰ ਤੂੰ ਕਿਹੜੀ ਐਗਰੀਕਲਚਰ ਨੂੰ ਸਬਸਿਡੀ ਦਿੱਤੀ ਹੋਵੇ? ਮੈਨੂੰ ਦੱਸੇ ਨਾ। ਅਸੀਂ 7,000 ਕਰੋੜ ਰੁਪਏ ਐਗਰੀਕਲਚਰ ਨੂੰ ਸਬਸਿਡੀ ਦਿੰਦੇ, ਤੂੰ ਕਿੰਨੀ ਦਿੰਦਾ? ਦੱਸ। 5 ਨਹੀਂ ਦਿੰਦਾ। ਫਿਰ ਤੂੰ ਨੋਟੀਫਾਈ ਕੀਤਾ ਹੀ ਕਾਲਾ ਕਾਨੂੰਨ, ਜਵਾਬ ਦਿੱਤਾ। ਮੈਂ ਪੁੱਛਦਾ ਓਪਨਲੀ ਵੀ ਭਾਈ ਜਿਹੜਾ ਤੂੰ ਮੰਡੀ ਐਕਟ ਜਿਹੜਾ ਹੈਗਾ, ਤੀਸਰਾ ਕਾਨੂੰਨ ਜਿਹੜਾ ਹੈਗਾ, ਤੂੰ ਨੋਟੀਫਾਈ ਕੀਤਾ, ਉੱਥੇ ਜਾ ਕੇ ਡਰਾਮਾ ਕਰਤਾ, ਉਹਨੂੰ ਪਾੜ ਪੂੜ ਦਿੱਤੇ ਜੇ ਕਾਨੂੰਨ ਜੇ ਜੇ ਕਰਕੇ, ਫਿਰ ਡਰਾਮੇ ਜੇ ਕਰਦਾ। ਡੀ ਨੋਟੀਫਾਈ ਹੋਇਆ ਕਿ ਡੀ ਨੋਟੀਫਾਈ ਹੈ? ਮੰਨਾ ਨੋਟੀਫਾਈਡ ਹੈ, ਲਾਗੂ ਹੈ। So Sahab, we are talking about Punjab. Almost all absurdity of conduct arises when people imitate others. And when you imitate someone, you can never be the other person. And you lose yourself. Punjab will not lose themselves. Punjab ने खेती करनी सिखाई दुनिया ਨੂੰ, ਤੇ ਅੱਜ ਸਾਨੂੰ ਦਿੱਲੀ ਵਾਲਾ ਸਿਖਾਊ ਕੋਈ ਰਿਮੋਟ ਕੰਟਰੋਲ ਦੇ ਨਾਲ ਵੀ ਐ ਕਰੇਗਾ। ਕਿੱਥੇ ਸੀ 4.5 ਸਾਲ ਇਹ? ਤਸਕਰਾਂ ਤੋਂ ਮਾਫੀ ਮੰਗਦਾ ਸੀ। SYL ਤੇ ਸਟੈਂਡ ਕੀ ਹੈ? ਸਮਝਾਵੇ ਨਾ, ਮੇਰੇ ਨਾਲ ਪੈਸੇ ਆਵੇ, ਤੁਹਾਡੇ ਸਾਹਮਣੇ ਬੈਠੇ ਇਦਾਂ ਹੀ ਆਵੇ, ਫਿਰ ਦੇਖੋ ਕਿੱਦਾਂ ਬੋਲਦਾ ਪੰਜਾਬ। ਨਾ ਸਿੱਧੂ ਨੂੰ ਕਿਸੇ ਦਾ ਭੈ, ਨਾ ਸਿੱਧੂ ਨੂੰ ਕਿਸੇ ਦਾ ਉਹ। ਸਿੱਧੂ ਦਾ ਸੱਚ ਤੇ ਖੜੋਤਾ, ਜੇ ਕੋਈ ਹੋਰ ਖੜਾ ਹੋਵੇ ਸਾਹਮਣੇ ਆਵੇ। ਮੈਨੂੰ ਤਾਂ ਮੇਰੇ ਬਾਰੇ ਤਾਂ ਕੋਈ ਬੋਲਦਾ ਨਹੀਂ। ਨਾਲ ਦੀ ਸਿੱਧੂ ਸ਼ਾਹ ਬਹੁਤ ਅੱਛੇ ਹੈ, ਸਿੱਧੂ ਸਾਹਿਬ, ਤੇ ਨਾਲ ਹੀ ਤੁਸੀਂ ਸ਼ੁਰੂ ਛੱਡ ਦਿੰਦੇ ਹੋ ਸਿੱਧੂ ਲੁਕਿੰਗ ਫॉर ਆਪ। ਇਹ ਕੀ ਹੈ ਸਰ? ਦਿਸ ਇਜ਼ ਨਾਟ, ਆਈ ਮੀਨ ਇੱਕ ਇਮਾਨਦਾਰ ਬੰਦੇ ਦੀ ਜ਼ਮੀਰ ਜਿਹੜੀ ਹੈ, ਉਹਦੀ ਜ਼ਮੀਰ ਹੈ। ਜ਼ਬਾਨ ਤੇ ਖੜਾ ਰਿਹਾ, ਜ਼ਬਾਨ ਤੇ ਖੜ ਕੇ ਮਿਨਿਸਟਰੀਆਂ ਛੱਡੀਆਂ, ਬੀਜੇਪੀ ਤੋਂ MP ਗਿਰੀ ਛੱਡੀ, 3 ਵਾਰ ਮੰਤਰਾਲੇ ਛੱਡੇ। ਕੁਛ ਤੇ ਹੋਣਾ ਸਰ ਸਿੱਧੂ 'ਚ ਕਿ ਹਸਤੀ ਮਿਟੀ ਨਹੀਂ, ਤੇ ਮੁੱਖ ਮੰਤਰੀ ਕਿੰਨੇ ਹੀ ਘਰੇ ਬਹਿ ਗਏ। ਮੈਡਮ ਤੋਂ ਮੈਂ ਬਹੁਤ ਡਰ ਲੱਗਦਾ। ਦੇਖੋ ਮੈਂ ਪਹਿਲਾਂ ਹੀ ਕਹਿਣਾ, ਮੈਨੂੰ ਬਹੁਤ ਡਰ ਲੱਗਦਾ। ਬੜਾ ਜ਼ਬਰਦਸਤ ਸਵਾਲ ਪੁੱਛਦੇ। ਪੁੱਛੋ ਜੀ, ਗੁਲਾਬ ਲਾ ਕੇ ਆਏ। ਪੁੱਛੋ। I did not say it. You said ਕਿ ਮੈਨੂੰ ਭੈ ਨਹੀਂ ਲੱਗਦਾ ਕਿਸੇ ਦਾ। ਇਸ ਕਰਕੇ ਨਹੀਂ ਲੱਗਦਾ, ਮੇਰੇ ਕੋਲ ਮੋਰਲ ਅਥਾਰਟੀ ਹੈ, ਮੇਰੇ ਕੋਲ ਕਿਰਦਾਰ ਹੈ, ਮੇਰੀ ਮਾਂ ਦਾ ਦਿੱਤਾ ਹੋਇਆ, ਇਸ ਕਰਕੇ ਮੈਨੂੰ ਡਰ ਨਹੀਂ ਲੱਗਦਾ। ਨਹੀਂ ਤੇ ਕੋਈ ਹੋਰ ਬੰਦਾ ਜਿਹਨੇ ਚੋਰੀ ਮੋਰੀ ਕੀਤੀ ਹੋਵੇ, ਉਹਨੂੰ ED ਲਾ ਕੇ ਟੱਕ ਦੇਣੇ ਮਰੋੜ ਦੇ। But you know, when it comes to Congress, then we all feel that Sidhu is a very helpless man. I'm coming from where you left yesterday at Baba Bagala. You said that I'm a powerless PCC chief. I can't even have my general secretary. Not at all. Not at all. I did not say that. I said ਵੀ ਭਾਈ ਪੁੱਛ ਕੇ ਲੱਗਦੇ ਆ। ਮੈਂ ਤਾਂ ਬੜੀ ਦੇਰ ਦੇ ਆਪਣੇ DCC ਚੀਫ ਦੇ ਤੇ ਪਾਰਟੀ ਤੈਅ ਕਰਦੀ ਹੈ, ਡੈਮੋਕ੍ਰੈਟਿਕ ਪਾਰਟੀ ਹੈ। ਉਹ ਡੈਮੋਕ੍ਰੈਟਿਕ ਪਾਰਟੀ ਸਾਰਿਆਂ ਨਾਲ ਸਲਾਹ ਕਰਕੇ ਕੁਝ ਬਦਲੇ ਜਾਂਦੇ ਨੇ, ਕੁਝ ਮੇਰੇ ਵਾਲੇ ਚੱਲਦੇ ਨੇ, ਕੁਝ ਉਹ ਚੱਲਦੇ ਨੇ। ਆਈ ਹੈਵ ਨੈਵਰ ਸੈਡ ਦੈਟ। ਬਟ ਮੇਰੇ ਕੋਲ ਕੋਈ ਐਬਸੋਲੂਟ ਅਥਾਰਟੀ ਨਹੀਂ ਹੈ। ਡੈਮੋਕ੍ਰੇਸੀ ਦੇ ਵਿੱਚ ਕਿਸੇ ਕੋਲ ਵੀ ਐਬਸੋਲੂਟ ਅਥਾਰਟੀ ਨਹੀਂ ਹੁੰਦੀ, ਸਿਵਾਏ ਪੰਜਾਬ ਦੇ 2 ਮੁੱਖ ਮੰਤਰੀਆਂ ਕੋਲ, ਜਿਨ੍ਹਾਂ ਨੇ ਲੁੱਟ ਲਿਆ ਪੰਜਾਬ। ਥੈਂਕ ਯੂ ਮੈਡਮ। ਹੈਲੋ, ਮੇਰਾ ਨਾਮ ਬਿੰਦੂ ਸਿੰਘ ਹੈ, ਮੈਂ ਗਲੋਬਲ ਪੰਜਾਬ TV ਤੋਂ ਹਾਂ। ਮੈਂ ਤੁਹਾਡਾ ਸਾਰਾ ਪ੍ਰੋਗਰਾਮ ਬਹੁਤ ਸ਼ਿੱਦਤ ਨਾਲ ਸੁਣਿਆ। ਕਈਆਂ ਨੇ ਆਪਣੀਆਂ ਚਿੰਤਾਵਾਂ ਇੱਥੇ ਰੱਖੀਆਂ, ਕਈਆਂ ਨੇ ਆਪਣੇ ਸਵਾਲ ਰੱਖੇ ਜੀ। ਤੁਸੀਂ ਕਿਹਾ ਕਿ 17 ਸਾਲ ਤੋਂ ਤੁਸੀਂ ਇਹ ਘਾਲਣਾ ਜਿਹੜੀ ਘਾਲ ਰਹੇ ਹੋ ਪੰਜਾਬ ਦੇ ਲਈ, ਤੇ ਉਹਦੇ ਨਾਲ ਇੱਕ ਗੱਲ ਤੁਸੀਂ ਕੀਤੀ ਕਿ ਭੇਡਾਂ ਦੇ ਅੱਗੇ ਜੇ ਸ਼ੇਰ ਦਾ ਮੂੰਹ ਲਾ ਦਿੱਤਾ ਜਾਏ, ਬੱਬਰ ਸ਼ੇਰ ਚਾਹੀਦਾ ਜਿਹੜਾ ਕਿ ਪੰਜਾਬ ਨੂੰ ਬਚਾ ਸਕੇ। ਤੁਸੀਂ 17 ਸਾਲ ਦੇ ਜਿਹੜੇ ਇੱਕ ਘਾਲਣਾ 17 years ਹੋ ਗਏ ਤੁਹਾਨੂੰ ਘਾਲਦੇ ਹੋਏ, ਉਹਦੇ ਬਾਅਦ ਜਿਹੜਾ ਬੱਬਰ ਸ਼ੇਰ ਦਾ ਚਿਹਰਾ ਤੁਸੀਂ ਕਦੋਂ ਦੱਸੋਗੇ ਕਿ ਉਹ ਕੌਣ ਹੋ ਸਕਦਾ ਹੈ ਸਾਰੇ ਪੰਜਾਬ 'ਚੋਂ? ਦੇਖੋ ਬਹੁਤ ਵੱਡੀ ਗੱਲ ਕਹੀ। ਦੇਖੋ ਮੈਡਮ, ਇੱਥੇ ਬੱਬਰ ਸ਼ੇਰ ਉਹ ਨਹੀਂ ਹੈ ਕਿ ਜਿਹੜਾ ਆ ਕੇ ਪਾਂਚੇ ਮਾਰੇ। ਬੱਬਰ ਸ਼ੇਰ ਉਹੀ ਹੈ ਜਿਹਦੇ 'ਚ ਜੁਰਤ ਹੋਵੇ। There are 2 lines that I was taught when I was young ਕਿ when in doubt walk the path of truth। ਜੇ ਮਨ 'ਚ ਦਵੰਦ ਹੋਵੇ, ਮੇਰਾ ਪਿਓ ਕਹਿੰਦਾ ਹੁੰਦਾ ਸੀ, ਬੇਟਾ ਜੇ ਮਨ 'ਚ ਦਵੰਦ ਹੋਵੇ, ਸੱਚ ਦੇ ਰਸਤੇ ਤੁਰੀ, ਕੰਡੇ ਹੋਣ ਤੁਰ ਜੀ, ਕੰਡੇ ਮਖਮਲ ਬਣ ਜਾਣਗੇ।
ਝੂਠ ਦੇ ਰਸਤੇ ਤੇ ਸ਼ਾਰਟਕਟ ਹੁੰਦਾ ਹੈ, ਮਖਮਲ ਪਿਆ ਹੋਊਗਾ ਪਰ ਅੱਗੇ ਖਾਈ ਆਊ, ਚੁੱਕਣ ਵਾਲਾ ਕੋਈ ਨਹੀਂ ਹੋਣਾ, ਹੱਡੀਆਂ ਵੀ ਨਹੀਂ ਲੱਭਣੀਆਂ। ਇੱਕ when in doubt walk the path of truth, ਚੁਰਾਹੇ ਤੇ ਖੜਾ ਹੋਵਾਂ, ਦੁਰਾਹੇ ਤੇ ਖੜਾ ਹੋਵਾਂ, ਦੇਖਦਾ ਸੱਚ ਦਾ ਰਸਤਾ ਕਿੱਧਰ ਹੈ। ਇਹ ਨਹੀਂ ਦੇਖਦਾ ਵੀ ਰੋੜੇ ਨੇ ਕੰਡੇ ਨੇ ਕੀ ਹੈ, ਤੁਰਦਾ ਉਸ ਸੱਚ ਦੇ ਰਸਤੇ ਤੇ ਬਾਬੇ ਦੀ ਗੱਲ ਨੂੰ ਯਾਦ ਰੱਖਦਾ, ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਨ। ਠੀਕ ਹੈ ਜੀ। ਦੂਜੀ ਚੀਜ਼ ਆ ਗਈ, ਨੈਵਰ ਕੰਪਰੋਮਾਈਜ਼ ਔਨ ਮੋਰਲ ਵੈਲਿਊਜ਼। ਨੈਤਿਕਤਾ ਨਾਲ ਕੋਈ ਸਮਝੌਤਾ ਨਹੀਂ ਕਰਨਾ ਤੇ ਦੁਨੀਆ 'ਚ ਤੈਨੂੰ ਕੋਈ ਹਰਾ ਨਹੀਂ ਸਕੂਗਾ। 7 ਸਾਲ ਦੀ ਉਮਰ 'ਚ ਬੱਲਾ ਫੜਿਆ ਸੀ ਤੇ 57 ਦਾ ਹੋ ਗਿਆ, ਅੱਜ ਤੱਕ ਹਾਰ ਹੀ ਨਹੀਂ ਹੋਈ। ਮੈਡਮ ਗਿਆਨੀ ਜ਼ੈਲ ਸਿੰਘ ਦੀ ਗੋਦੀ 'ਚ ਮੇਰਾ ਪਿਓ ਡੀਸੀਸੀ ਪ੍ਰੈਜ਼ੀਡੈਂਟ, ਉਹ ਡੀਸੀਸੀ ਪ੍ਰੈਜ਼ੀਡੈਂਟ ਦੀ ਐਡੀ ਤਾਕਤ ਹੁੰਦੀ ਸੀ, ਐਮਐਲਏ ਐਮਐਲਸੀ ਐਡਵੋਕੇਟ ਜਨਰਲ ਦਰਬਾਰਾ ਸਿੰਘ ਜੀ ਦੀ ਮਿਨਿਸਟਰੀ 'ਚ 1942 'ਚ ਕਾਂਗਰਸ ਜੁਆਇਨ ਕੀਤੀ। ਹੀ ਵਾਸ ਸੈਂਟੈਂਸ ਟੂ ਡੈਥ। ਆ ਕੇ ਟੌੜਾ ਸਾਹਿਬ ਨੂੰ 2 ਵਾਰ ਹਰਾਇਆ, ਐਮਐਲਏ ਵੀ ਤੇ ਐਮਐਲਸੀ ਵੀ। ਉਹ ਗਿਆਨੀ ਜੀ ਨਾਲ ਬੜੀ ਬਣਦੀ ਹੁੰਦੀ ਸੀ, ਲੜਾਈਆਂ ਵੀ ਹੋ ਜਾਂਦੀਆਂ ਹੁੰਦੀਆਂ ਸੀ। ਤੇ ਉਹ ਗਿਆਨੀ ਜੀ, ਗਿਆਨੀ ਜ਼ੈਲ ਸਿੰਘ ਮੈਨੂੰ ਗੋਦੀ 'ਚ ਬਿਠਾ ਕੇ ਗੱਲ ਕਰ ਰਿਹਾ ਮੇਰੇ ਪਿਓ ਨਾਲ, ਕਹਿੰਦਾ ਭਗਵਾਨ ਸਿਆ, ਤੇ ਮੇਰੇ ਵੱਲ ਦੇਖਦਾ ਇੱਦਾਂ, ਉਹ ਤੂੰ ਵੀ ਸੁਣ ਲਾ ਉਹ ਛੋਟੂ, ਮੈਂ ਉੱਤੇ ਦੇਖਿਆ, ਤੂੰ ਵੀ ਸੁਣ ਲੈ ਛੋਟੂ, ਕੰਮ ਦੀ ਗੱਲ ਹੈ। ਭਗਵਾਨ ਸਿਆ, ਰਾਜਨੀਤੀ ਚਲਾਕੀ ਦੀ ਨਹੀਂ, ਲੋਮੜੀ ਭਾਵੇਂ ਕਿੰਨੀ ਵੀ ਚਲਾਕ ਹੋ ਜਾਏ, ਜੰਗਲ ਦਾ ਰਾਜਾ ਸ਼ੇਰ ਹੁੰਦਾ, ਕਿਉਂਕਿ ਸ਼ੇਰ 'ਚ ਜੁਰਤ ਹੁੰਦੀ ਹੈ। ਰਾਜਨੀਤੀ ਜੁਰਤ ਦੀ ਹੈ ਮੈਡਮ, ਔਰ ਜੁਰਤ ਉਸੇ 'ਚ ਹੁੰਦੀ ਹੈ ਜਿਹਦੇ 'ਚ ਇਮਾਨਦਾਰੀ ਹੋਵੇ, ਜਿਹਦੇ ਕੋਲ ਮੋਰਲ ਅਥਾਰਟੀ, ਜਿਹਦੀ ਮੈਂ ਗੱਲ ਕਰਨਾ, ਨੈਤਿਕਤਾ ਦੀ ਤਾਕਤ ਹੋਵੇ, ਜਿਹਦੀ ਕੋਈ ਈਡੀ ਬਾਂਹ ਨਾ ਮਰੋੜੇ। ਇੱਥੇ ਤੇ ਮੁੱਖ ਮੰਤਰੀਆਂ ਨੂੰ ਰਬੜ ਦੇ ਗੁੱਡੇ ਵਾਂਗ ਨਚਾਇਆ ਸੈਂਟਰ ਦੀ ਸਰਕਾਰ, ਰਬੜ ਦਾ ਗੁੱਡਾ ਚਾਬੀ ਦੇ ਕੇ ਛੱਡਿਆ ਹੁੰਦਾ, ਜਿੱਦਾਂ ਆਪਣੇ ਟਰਸਟਾਂ ਨੂੰ ਬਚਾਉਣ ਖਾਤਰ ਸੂਬਾ ਵੇਚ ਛੱਡਿਆ। ਇਹੀ ਉਹ ਚਾਹੁੰਦੇ ਨੇ, ਕਮਜ਼ੋਰ ਮੁੱਖ ਮੰਤਰੀ। ਤੇ ਜਿਹੜਾ ਦਹਾੜ ਮਾਰਨ ਵਾਲਾ ਬੰਦਾ ਹੁੰਦਾ ਨਾ, ਸੱਚ ਤੇ ਖੜਾ ਹੁੰਦਾ, ਉਹ ਕਮਜ਼ੋਰ ਨਹੀਂ ਹੁੰਦਾ। ਉਹ ਜੇ ਗੱਲ ਕਰੂ ਤੇ ਪੰਜਾਬ ਦੀ ਕਰੂ, ਜਿਊ ਪੰਜਾਬ ਮਰੂ ਪੰਜਾਬ, ਉਹ ਤੋਂ ਡਰਦੇ। ਇਸ ਕਰਕੇ ਸ਼ੇਰ ਤੇ ਉਹ ਹੈ ਜਿਹੜਾ ਸੱਚੀ ਗੱਲ ਕਰ ਸਕੇ, ਸ਼ੇਰ ਤੇ ਉਹ ਹੈ ਜਿਹੜਾ ਰੋਡ ਮੈਪ ਦੇ ਸਕੇ, ਸ਼ੇਰ ਤੇ ਉਹ ਹੈ ਜਿਹੜਾ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰੀ ਲਈ ਬਦਲ ਸਕੇ ਔਖੇ ਵੇਲੇ। ਮੈਨੂੰ ਤਾਂ ਤੁਸੀਂ ਰਾਤ ਤੱਕ ਭਾਈ ਰੱਖੋ, ਮੈਨੂੰ ਤਾਂ ਕੋਈ ਰੌਲਾ ਨਹੀਂ ਹੈ, ਪਰ ਹੁਣ ਤੁਸੀਂ ਦੇਖ ਲਓ ਵੀ ਇੰਨਾ ਕੋਈ ਪੋਲੀਟੀਸ਼ੀਅਨ ਬੈਠ ਸਕਦਾ ਤੁਹਾਡੇ ਨਾਲ। ਏਦਾਂ ਨਾ ਕਰੋ ਪਲੀਜ਼, ਇੱਕ ਦੋ ਕਰਕੇ ਭਾਜੀ ਭਾਜੀ ਪੁੱਛੋ। ਬੋਲਦਾ ਪੰਜਾਬ ਦੇ ਵਿੱਚ ਤੁਹਾਡਾ ਧੰਨਵਾਦ। ਇੱਕ ਸਾਡੀ ਰਿਕੁਐਸਟ ਹੈ ਤੁਹਾਡੇ ਸਾਹਮਣੇ, ਰਿਕੁਐਸਟ ਇਹ ਹੈ ਕਿ 2 ਵਿਧਾਨ ਸਭਾ ਦੇ ਵਿੱਚ ਮਤੇ ਪਾਸ ਹੋਏ, ਚੰਡੀਗੜ੍ਹ ਦੇ ਲੈਵਲ ਦੇ ਉੱਤੇ, ਅਕਾਲੀ ਸਰਕਾਰ ਵੇਲੇ ਵੀ ਹੋਇਆ, ਕਾਂਗਰਸ ਸਰਕਾਰ ਵੇਲੇ ਵੀ ਹੋਇਆ। ਇਹ ਦੋਨੇ ਮਤੇ ਇਹ ਸੀ ਕਿ ਪੰਜਾਬ ਦੇ ਜਾਇਆ ਨੂੰ ਚੰਡੀਗੜ੍ਹ ਦੇ ਵਿੱਚ 0% ਨੌਕਰੀ ਹੈ। ਇਹਦੇ ਉੱਤੇ ਦੋਨਾਂ ਸਰਕਾਰਾਂ ਨੇ ਮਤੇ ਪਾਸ ਕੀਤੇ, ਲੇਕਿਨ ਅੱਗੇ ਗੱਲ ਨਹੀਂ ਚੱਲੀ। ਤੇ ਅਸੀਂ ਸਮਝਦੇ ਹਾਂ ਕਿ ਜਿਸ ਸ਼ਖਸ ਨੂੰ ਅਸੀਂ ਅੱਗੇ ਦੇਖ ਰਹੇ ਹਾਂ ਕਿ ਉਹਦਾ ਰੋਡ ਮੈਪ ਇਸ ਮੁੱਦੇ ਦੇ ਉੱਤੇ ਕੀ ਹੋਏਗਾ ਕਿ ਪੰਜਾਬ ਦੇ ਜਾਏ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਨੌਕਰੀ ਕਰਨਗੇ ਅੱਜ ਦੇ ਦਿਨ, ਜਿਸ ਤਰ੍ਹਾਂ 0% ਹੈ, ਜਦ ਕਿ 40 ਤੇ 60 ਤਾਕਤ ਹੋਈ, ਇੰਚ ਨਹੀਂ ਹਿੱਲਣ ਦਊ, ਇੰਚ ਨਹੀਂ ਹਿੱਲਣ ਦਊ। ਜੁਰਤ ਚਾਹੀਦੀ ਹੈ ਸੱਚ ਤੇ ਪਹਿਰਾ ਦੇਣ ਦੇ ਲਈ, ਇੰਚ ਨਹੀਂ ਹਿੱਲਣ ਦਊ। ਔਰ ਇਹ ਉਹੀ ਕਰ ਸਕਦਾ ਜਿਹਦੇ ਕੋਲ ਲੋਕਾਂ ਦੀ ਤਾਕਤ ਹੋਵੇ। ਸਿੱਧੂ ਕੀ ਹੈ? ਕੱਖ ਨਹੀਂ। ਜਦੋਂ ਐਮਐਲਏ ਨਹੀਂ ਸੀ ਕਦੇ ਨਹੀਂ ਸੀ ਬੋਲਿਆ, ਫਾਇਦਾ ਨਹੀਂ ਉਹਦਾ। ਜਦੋਂ 2 ਲੱਖ ਬੰਦਿਆਂ ਨੇ ਤਾਕਤ ਦਿੱਤੀ, ਠੋਕ ਦੇਣਾ ਸਭ ਨੂੰ। ਲੋ ਭਾਜੀ, ਲਾਸਟ ਕੁਐਸਚਨ ਫਰੋਮ ਯੂ। ਆਈ ਨੀਡ ਯੋਰ ਕੁਐਸਚਨ। ਹਾਂਜੀ, 1 ਮਿੰਟ ਲਾਸਟ। ਹਾਂਜੀ, ਤੁਹਾਡੀ ਸਾਰੀ ਗੱਲ ਦੇ ਵਿੱਚੋਂ ਤੁਹਾਡੀ ਕਮਿਟਮੈਂਟ ਟੁਵਰਡਸ ਦ 2 ਪੀਪਲ ਦੈਟ ਯੂ ਮੈਂਸ਼ਨ, ਉਹਦੇ ਤੇ ਕੋਈ ਕਿਰਤੂ ਪਰਤੂ ਹੋ ਨਹੀਂ ਸਕਦੀ, ਸਾਨੂੰ ਪਤਾ ਜੀ। ਤੁਹਾਡਾ ਲੈਵਲ ਜੋ ਹੈ ਉਹ ਸਪਿਰਿਚੁਅਲੀ ਇੰਨਾ ਸਟਰੋਂਗ ਹੈ ਕਿ ਤੁਸੀਂ ਕਹਿ ਕੇ ਮੁਕਰਨਾ ਤਾਂ ਹੈ ਨਹੀਂ ਜੀ, ਇਹ ਸਾਨੂੰ ਪਤਾ ਹੈ। ਮੈਂ ਪ੍ਰਸ਼ਨ ਦੇ ਉੱਤੇ ਬੈਠਾ ਵੇਖਣਾ ਚਾਹੁੰਦਾ ਤੁਹਾਨੂੰ ਜੀ। ਇਹ ਬਹਾਨੇ ਨਹੀਂ ਚੱਲਣੇ ਕਿ ਮੈਨੂੰ ਕਿਤੇ ਬਹਾ ਦੇਣਗੇ ਮੈਂ ਕੰਮ ਕਰ ਦੂੰਗਾ। ਬੈਠਣਾ ਪ੍ਰਸ਼ਨ ਦੇ ਉੱਤੇ ਹੈ। ਇਹ ਪ੍ਰਸ਼ਨ ਦੇ ਉੱਤੇ ਨਾ ਬੈਠਿਆ ਨਾ, ਇਹ ਨਾ ਬੈਠਿਆ ਤੇ ਕਿਸਾਨ ਮੋਰਚਾ ਉੱਥੇ ਲੱਗੂਗਾ, ਫਿਰ ਰਾਹੁਲ ਦੇ ਪਿਆਕਾ ਦੇ ਘਰ ਦੇ ਬਾਹਰ। ਸਿੱਧੂ ਸਾਹਿਬ, ਮੇਰਾ ਲਾਸਟ ਕੁਐਸਚਨ। ਸਿੱਧੂ ਸਾਹਿਬ, ਮੇਰਾ ਲਾਸਟ। ਉਹਨਾਂ ਨੇ ਮੈਨੂੰ ਬਹੁਤ ਇੱਜ਼ਤ ਦਿੱਤੀ ਹੈ, ਉਹਨਾਂ ਨੇ ਮੈਨੂੰ ਬਹੁਤ ਬਿਨਾਂ ਮੰਗੇ ਇੱਜ਼ਤ ਦਿੱਤੀ ਹੈ। ਆ ਗਈ ਗੱਲ ਭਾਜੀ, ਲਾਸਟ ਕੁਐਸਚਨ ਜਿਹੜਾ ਉਹ ਵੀ ਮੈਡਮ ਪੁੱਛ ਰਹੇ, ਬੜੀ ਦੇਰ ਦੇ ਬੈਠੇ ਸੀਗੇ।
ਗੁਪਤਾ ਜੀ ਫਿਰ ਦੁਬਾਰਾ ਚਾਹ ਦਾ ਧੰਨਵਾਦ ਕਰਿਓ ਸਾਰਾ। ਜੀ मैं ਜੀ ਮੈਡਮ जीरकपुर तो साडी कांग्रेस कमेटी ਦੀ कार्यकर्ता हूं। मेरा क्वेश्चन है कि ਹੁਣ ਆਉਣ ਵਾਲੀ ਇਲੈਕਸ਼ਨਾਂ 'ਚ ਮਹਿਲਾ ਨੂੰ ਕਿੰਨੇ % ਤੁਸੀਂ ਰਿਪਰੈਜ਼ੈਂਟ ਕਰੋਗੇ ਪੰਜਾਬ ਵਿੱਚ ਦੱਸੋ। ਦੇਖੋ ਇੱਕ ਬੜੀ ਸਿੰਪਲ ਜੀ ਪਹਿਲ ਕੀਤੀ ਕਾਂਗਰਸ ਨੇ। ਨਹੀਂ ਹੁਣ ਨਹੀਂ ਵੇਖੋ ਲੋਕ ਗੱਲਾਂ ਕਰਦੇ ਆ ਵੂਮਨ ਇੰਪਾਵਰਮੈਂਟ ਤਾਂ ਘਰ 'ਚ ਸ਼ੁਰੂ ਹੁੰਦੀ ਹੈ, ਸਮਝਦੇ ਨਹੀਂ, ਘਰ 'ਚੋਂ ਸ਼ੁਰੂ ਹੁੰਦੀ ਹੈ। ਲੇਕਿਨ ਅਗਰ ਕਾਂਗਰਸ ਵਾਲੇ ਘਰ ਨੂੰ ਦੇਖਾਂ ਤੇ 50% ਮਿਊਨਿਸਪਲ ਕਮੇਟੀਆਂ ਦੇ ਵਿੱਚ ਇਹ ਪਹਿਲੀ ਵਾਰ ਇਤਿਹਾਸ ਰਚਿਆ। ਸੋਨੀਆ ਜੀ ਦੇ ਆਦੇਸ਼ ਦੇ ਉੱਤੇ ਅਸੀਂ 50% ਰਿਜ਼ਰਵੇਸ਼ਨ ਦਿੱਤੀ। ਪ੍ਰਿਯੰਕਾ ਜੀ ਨੇ ਅੱਜ 40% ਔਰਤਾਂ ਨੂੰ ਯੂਪੀ ਦੇ ਵਿੱਚ ਇਹ ਮਾਨਤਾ ਦਿੱਤੀ। ਤੇ ਜੇ ਮੇਰੀ ਇਕੱਲੇ ਦੀ ਮੰਨਦੇ ਹੋਣ ਤੇ ਮੈਂ 40 ਦਾ 45 ਕਰ ਦਿੰਦਾ। ਸਾਡੀ ਲੀਡਰ ਹੈ, ਮੈਨੂੰ ਤਾਂ ਕੋਈ ਇਹਦੇ 'ਚ ਦਿੱਕਤ ਹੀ ਕਿਉਂ ਨਹੀਂ, ਕਿਉਂਕਿ ਬਰਾਬਰੀ ਦਾ ਹਿੱਸਾ ਹੈ, ਬਰਾਬਰੀ ਦਾ ਹਿੱਸਾ ਹੈ। ਐਜੂਕੇਸ਼ਨ ਦੇ ਵਿੱਚ ਵੀ 10% ਘੱਟ ਹੈ ਔਰਤਾਂ ਨੂੰ। ਦੁੱਖ ਹੁੰਦਾ ਮੈਨੂੰ ਇਸ ਗੱਲ ਦਾ। ਗੁਰੂ ਨਾਨਕ ਸਾਹਿਬ ਦੀ ਬਾਣੀ ਸੋ ਕਿਉਂ ਮੰਦਾ ਆਖੀ ਜਿਤ ਜੰਮੇ ਰਾਜਾ। ਇਸ ਕਰਕੇ ਮੈਂ ਤੇ ਪਹਿਲੇ ਦਿਨ ਤੋਂ ਮੰਨਦਾ, ਭਾਵੇਂ ਘਰ ਹੋਵੇ, ਜਿਸ ਘਰ ਦੇ ਵਿੱਚ ਔਰਤ ਨੂੰ ਇੱਜ਼ਤ ਮਿਲਦੀ ਹੈ, ਔਰਤ ਖੁਸ਼ ਹੈ, ਉੱਥੇ ਬਰਕਤ। ਤੇ ਜਿਸ ਸਮਾਜ ਦੇ ਵਿੱਚ ਔਰਤ ਨੂੰ ਬਰਾਬਰੀ ਦਾ ਹਿੱਸਾ ਮਿਲਦਾ, ਉਸ ਸਮਾਜ ਦੇ ਵਿੱਚ ਵੀ ਬਰਕਤ ਹੈ ਮੈਡਮ। ਮੈਂ ਤੇ ਇਸ ਗੱਲ ਨੂੰ ਪਹਿਲੇ ਦਿਨ ਦਾ ਮੰਨਦਾ। ਮੈਂ ਜੋ ਕੁਝ ਹਾਂ ਅੱਜ ਤੁਸੀਂ ਲਿਖ ਲਓ ਇਸ ਗੱਲ ਨੂੰ, ਮੇਰੀ ਭੈਣ ਕਰਕੇ, ਮੇਰੀ ਮਾਂ ਕਰਕੇ, ਜਿਹੜੀ ਮੇਰੀ ਪਹਿਲੀ ਗੁਰੂ ਸੀ ਉਹਦੇ ਕਰਕੇ। ਇਸ ਕਰਕੇ ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹਾਂ। ਮੇਰਾ ਕੋਈ ਉਹ ਨਹੀਂ, ਪਰ ਡੈਮੋਕ੍ਰੈਟਿਕ ਡਿਸੀਜਨਸ ਨੇ। ਚਲੋ ਸਿੱਧੂ ਸਾਹਿਬ ਜੀ ਯਾਰ ਹੁਣ ਬਸ ਨਹੀਂ ਸਿੱਧੂ ਸਾਹਿਬ ਮੇਰਾ ਪਾਦੋ ਸੋ ਲਾਸਟ ਵਾਰ ਕਰ ਲਓ, ਬਾਅਦ ਖਤਮ ਕਰ ਦੇਣਾ। 2 ਮਿੰਟ ਬਹਿ ਜਾਓ, ਆਪਾਂ ਚੱਲਦੇ ਸਾਰੇ। ਜੀ ਜੱਲੇ ਸਾਹਿਬ ਪਾਦੋ ਸਾਹਿਬ ਤੁਸੀਂ ਲਾਸਟ ਵਾਰ ਕਰ ਲਓ। ਸਿੱਧੂ ਸਾਹਿਬ ਅਨਿਲ ਭਾਰਦਵਾਜ ਡੇਲੀ ਵਰਲਡ ਤੋਂ। ਸਿੱਧੂ ਸਾਹਿਬ ਪਿਛਲੇ ਜਿਹੜੀਆਂ ਚੋਣਾਂ ਹੋਈਆਂ 2017 ਚ 4 ਜਨਵਰੀ ਨੂੰ ਕੋਡ ਲੱਗਿਆ ਸੀ। ਉਮੀਦ ਹੈ ਕਿ ਵੀ ਸ਼ਾਇਦ ਉਹਦੇ ਨੇੜੇ ਤੇੜੇ ਕਿਤੇ ਲੱਗੂਗਾ। 2 ਚੀਜ਼ਾਂ ਹੈਗੀਆਂ। ਇੱਕ ਤਾਂ ਤੁਸੀਂ ਪਹਿਲਾਂ ਥੋੜਾ ਜਿਹਾ ਜਵਾਬ ਦੇ ਦਿੱਤਾ, ਤੁਹਾਡਾ ਆਰਗੇਨਾਈਜੇਸ਼ਨ ਸਟਰਕਚਰ ਹੈ ਉਹ ਕਿੱਥੇ ਗਏ ਜੀ, ਉਹ ਉਸ ਟਾਈਮ ਤੱਕ ਤਿਆਰ ਹੋ ਜਾਏਗਾ, ਉਹਦਾ ਤੁਸੀਂ ਪਹਿਲਾਂ ਥੋੜਾ ਜਿਹਾ ਜਵਾਬ ਦੇ ਚੁੱਕੇ। ਨਹੀਂ, ਮੈਂ ਦੇ ਚੁੱਕਿਆ ਜੀ, ਉਹ ਆਰਗੇਨਾਈਜੇਸ਼ਨ ਸਟਰਕਚਰ ਮੈਂ ਦੇ ਚੁੱਕਿਆ, ਹਰ ਚੀਜ਼ ਬਣੀ ਹੋਈ ਹੈ। ਉਹਨਾਂ ਨੇ ਕਲੀਅਰ ਕਰਨਾ, ਜੇ ਕਰਨਗੇ ਠੀਕ ਹੈ, ਨਹੀਂ ਕਰਨਗੇ ਤਾਂ ਵੀ ਠੀਕ ਹੈ ਜੀ। ਦੂਜਾ ਇੱਕ ਜਦੋਂ ਤੁਸੀਂ ਪ੍ਰਧਾਨ ਬਣੇ, ਮੈਕੈਨਿਜ਼ਮ ਤੁਸੀਂ ਬਣਾਇਆ ਸੀ ਕਿ ਮੰਤਰੀ ਜਿਹੜੇ ਆ ਉਹ ਵਾਰੀ-ਵਾਰੀ ਪੀਪੀਸੀਸੀ ਦਫ਼ਤਰ ਬੈਠਿਆ ਕਰਨਗੇ। ਉਹ ਬੈਠਦੇ ਸੀ ਜੀ, ਉਹ ਬੜੀ ਦੇਰ 2 ਮਹੀਨੇ ਬੈਠੇ। ਇਸ ਟਾਈਮ ਕੀ ਪੋਜੀਸ਼ਨ ਹੈ ਜੀ? ਇਸ ਟਾਈਮ ਇਲੈਕਸ਼ਨ ਦਾ ਮਾਹੌਲ ਹੈ। ਇਸ ਟਾਈਮ ਇਲੈਕਸ਼ਨ ਦਾ ਮਾਹੌਲ ਹੈ। ਕਾਰਜਕਰਤਾ ਵੀ ਆਪਣੀ ਕਨਸਟੀਚੁਐਂਸੀ ਦੇ ਵਿੱਚ ਹੈ, ਐਮਐਲਏ ਵੀ ਆਪਣੀ ਕਨਸਟੀਚੁਐਂਸੀ 'ਚ ਹੈ। ਹਰੇਕ ਨੂੰ ਇਹ ਕਿਹਾ ਗਿਆ ਕਿ ਤੁਸੀਂ ਚੰਡੀਗੜ੍ਹ ਘੱਟ ਰਹਿਣਾ ਹੈ ਔਰ ਤੁਸੀਂ ਆਪਣੀ ਕਨਸਟੀਚੁਐਂਸੀ ਦੇ ਵਿੱਚ ਜ਼ਿਆਦਾ ਰਹਿਣਾ ਹੈ। ਹਰ ਚੀਜ਼ ਵਕਤ ਦੇ ਅਨੁਸਾਰ ਹੁੰਦੀ ਹੈ ਭਾਈ ਜਾਨ। ਉਦੋਂ 8-10 ਮਹੀਨੇ ਪਏ ਸੀ, ਠੀਕ ਹੈ, 6-7 ਮਹੀਨੇ ਪਏ ਸੀ। ਅੱਜ 1.5 ਮਹੀਨਾ ਰਹਿ ਗਿਆ, ਕਦੇ ਵੀ ਕੋਰਟ ਲੱਗ ਸਕਦਾ। ਇਸ ਪਰਿਸਥਿਤੀ ਦੇ ਵਿੱਚ ਸਿਚੁਏਸ਼ਨ ਚੇਂਜ ਕਰਦੇ ਹੋਏ ਅਸੀਂ ਨਿਰਦੇਸ਼ ਦਿੱਤੇ ਹੈ ਹਰੇਕ ਐਮਐਲਏ ਨੂੰ ਵੀ ਆਪਣੀ ਕਨਸਟੀਚੁਐਂਸੀ 'ਚ ਰਹੇ, ਚੰਡੀਗੜ੍ਹ ਘੱਟ ਆਵੇ ਤੇ ਇਹੀ ਬਦਲ ਜਾਏਗਾ। ਅਗਰ ਸਰਕਾਰ ਬਣਦੀ ਹੈ ਤੇ ਫਿਰ ਜ਼ਿਆਦਾ ਚੰਡੀਗੜ੍ਹ ਆਏਗਾ, ਕਿਉਂਕਿ ਕੰਮ ਇੱਥੋਂ ਹੋਣੇ ਸੈਂਟਰ 'ਚੋਂ। ਬਹੁਤ ਬਹੁਤ ਧੰਨਵਾਦ ਸਰ। ਦੋਸਤੋ ਕਾਰ ਜੀ ਤੁਹਾਡਾ ਧੰਨਵਾਦ ਕਰੀਏ। ਸਾਥੀ ਬੈਠ ਲੈਣ ਆਏ ਜੇ ਬੜੀ ਦੇਰ ਤੋਂ ਲਿਖਿਆ। ਥੈਂਕ ਯੂ ਸਰ। ਬੈਠ ਲੈਣ ਜਲਦੀ। ਥੈਂਕ ਯੂ ਸਰ। ਮਾਨ ਸਾਹਿਬ ਧਿਆਨ ਅੱਜ ਇਹ ਪੰਜਾਬ ਬੋਰਡ ਦਾ ਸਾਹਮਣੇ ਬੇਨਤੀ ਨਾਲ ਤੁਸੀਂ ਸਿੱਧੂ ਸਾਹਿਬ ਨੂੰ ਸਵਾਲ ਪੁੱਛੇ ਪੰਜਾਬ ਦੀਆਂ ਸਮੱਸਿਆਵਾਂ ਜੋ ਵੀ ਹੈਗੀਆਂ। ਮੈਂ ਤੁਹਾਡਾ ਸਾਰਿਆਂ ਦਾ ਪਲੇਟਫਾਰਮ ਤੋਂ ਧੰਨਵਾਦ ਕਰਦਾ ਸਾਰਿਆਂ ਦਾ। ਸਿੱਧੂ ਦਾ ਵੀ ਬਹੁਤ ਧੰਨਵਾਦ ਕਰਦਾ। ਔਰ ਮੈਂ ਚਾਹ ਪੀ ਕੇ ਜਾਣਾ, ਪਿੱਛੇ ਚਾਹ ਦਾ ਪ੍ਰੋਗਰਾਮ ਹੈ, ਪਿੱਛੇ ਥੈਂਕ ਯੂ। ਧੰਨਵਾਦ ਬਹੁਤ ਬਹੁਤ।